ਵਿਸ਼ਵ ਖਬਰ ਸਮੀਖਿਆ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਤੇ ਨਾਲ ਦੀ ਨਾਲ ਜੁੜਨ ਵਾਸਤੇ ਉਹਨਾਂ ਦਾ ਨਿੱਘਾ ਸਵਾਗਤ। ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਤੁਹਾਡੇ ਵਾਸਤੇ ਅਸੀਂ ਢੇਰ ਸਾਰੀ ਜਾਣਕਾਰੀ ਲੈ ਕੇ ਆਉਂਦੇ ਹਾਂ। ਸਾਡੇ ਨਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਮਹਿਮਾਨ ਵੀ ਜੁੜਦੇ ਨੇ ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡਾ ਜੋ ਇਹ ਪ੍ਰੋਗਰਾਮ ਤੁਸੀਂ ਦੇਖਦੇ ਹੋ, ਇਸ ਪ੍ਰੋਗਰਾਮ ਨੂੰ ਦੇਖਣ ਦਾ ਪੂਰਾ ਅਸੀਂ ਮੁੱਲ ਮੋੜਿਆ ਜਾ ਸਕੇ ਕਿਉਂਕਿ ਸਮਾਂ ਬੜਾ ਕੀਮਤੀ ਹੈ। ਸਮਾਂ ਇੰਨਾ ਕੀਮਤੀ ਹੈ ਕਿ ਇਸ ਨੂੰ ਪੈਸੇ ਦੇ ਨਾਲ, ਪਾਉਂਡਾਂ ਦੇ ਨਾਲ, ਡਾਲਰਾਂ ਦੇ ਨਾਲ ਖਰੀਦਿਆ ਨਹੀਂ ਜਾ ਸਕਦਾ ਹੈਗਾ। ਸੋ ਇਹ ਇੰਨੀ ਇਸ ਦੀ ਕੀਮਤ ਹੈ ਤੇ ਸਾਨੂੰ ਤੁਹਾਡੇ ਸਮੇਂ ਦੀ ਜਿਹੜੀ ਕਦਰ ਹੈ ਜਾਂ ਕੀਮਤ ਹੈ ਉਸਦਾ ਸਾਨੂੰ ਭਲੀ-ਭਾਂਤ ਪਤਾ ਹੁੰਦਾ ਹੈ। ਅਗਰ ਸਾਡਾ ਪ੍ਰੋਗਰਾਮ ਤੁਹਾਨੂੰ ਨਹੀਂ ਚੰਗਾ ਲੱਗਦਾ ਕਿਸੇ ਵਜ੍ਹਾ ਕਰਕੇ ਤੁਹਾਨੂੰ ਗੁੱਸਾ ਵੀ ਆ ਸਕਦਾ ਹੈ। ਗੁੱਸਾ ਆਉਣਾ ਵੀ ਇੱਕ ਇੱਕ ਕਹਿੰਦੇ ਹੁੰਦੇ ਆ ਇਨਸਾਨੀ ਸੁਭਾਅ ਹੈ, ਪਰ ਕਈ ਵਾਰੀ ਗੁੱਸਾ ਸਾਡੇ ਉੱਤੇ ਕਾਬੂ ਪਾ ਲੈਂਦਾ ਹੈ ਤੇ ਸਾਨੂੰ ਪਤਾ ਨਹੀਂ ਲੱਗਦਾ ਅਸੀਂ ਕੀ ਕਰਨਾ ਹੈ। ਸੋ ਅੱਜ ਕੱਲ੍ਹ ਦੇਖਦੇ ਹਾਂ ਕਿ ਸਾਰੀਆਂ ਹੀ ਕੌਮਾਂ ਦੇ ਵਿੱਚ ਭਾਵ ਕਿ ਖਾਸ ਤੌਰ ਤੇ ਪੰਜਾਬੀਆਂ ਦੇ ਵਿੱਚ ਕਈ ਵਾਰੀ ਜਿਹੜਾ ਗੁੱਸੇ ਦਾ ਸੁਭਾਅ ਆ ਉਹ ਜ਼ਿਆਦਾ ਵੱਧ ਜਾਂਦਾ ਹੈ ਕਿ ਉਹ ਅੱਜ ਜ਼ਿਆਦਾ ਕਹਿ ਦਈਏ ਕਿ ਟੈਕਨੋਲੋਜੀ ਇੰਨੀ ਵੱਧ ਗਈ ਹੈ। ਸੋ ਜਿਹੜੀ ਸਹਿਣਸ਼ੀਲਤਾ ਹੈ ਜਾਂ ਸਬਰ ਹੈ ਜਾਂ ਸ਼ਾਂਤੀ ਹੈ ਉਹ ਸਾਡੀ ਜ਼ਿੰਦਗੀ ਦੇ ਵਿੱਚੋਂ ਮਨਫੀ ਹੁੰਦੀ ਜਾ ਰਹੀ ਹੈ। ਅੱਜ ਕੱਲ੍ਹ ਨਿੱਕੀਆਂ ਨਿੱਕੀਆਂ ਚੀਜ਼ਾਂ ਦੇ ਉੱਤੇ ਨੌਜਵਾਨਾਂ ਨੂੰ ਦੇਖ ਲੈਂਦੇ ਹਾਂ, ਬੱਚਿਆਂ ਨੂੰ ਦੇਖ ਲੈਂਦੇ ਹਾਂ, ਉਹਨਾਂ ਦੇ ਜਿਹੜੇ ਸੁਭਾਅ ਆ ਉਹ ਤਾਂ ਮਿਲਦੇ ਨਹੀਂ ਹੈਗੇ ਬਜ਼ੁਰਗਾਂ ਦੇ ਨਾਲ ਤੇ ਜਾਂ ਉਹਨਾਂ ਤੋਂ ਵੱਡਿਆਂ ਦੇ ਨਾਲ। ਇਸ ਕਰਕੇ ਉਹਨਾਂ ਦੀ ਜਿਹੜੀ ਕਮਿਊਨੀਕੇਸ਼ਨ ਗੈਪ ਹੈਗਾ, ਜਿਹੜਾ ਉਹਨਾਂ ਦਾ ਸੰਪਰਕ ਫਾਸਲਾ ਹੈਗਾ ਉਹ ਵੱਧਦਾ ਜਾ ਰਿਹਾ ਹੈ। ਅਸੀਂ ਪੀੜ੍ਹੀਆਂ ਦੇ ਫਾਸਲੇ ਦੀ ਗੱਲ ਕਰਦੇ ਹਾਂ ਆਮ ਤੌਰ ਦੇ ਉੱਤੇ, ਪਰ ਫਿਰ ਸਾਨੂੰ ਦੇਖਣਾ ਪੈਂਦਾ ਹੈ ਜੋ ਗੁਰੂ ਸਾਹਿਬਾਂ ਨੇ ਸਾਨੂੰ ਪੂਰਨੇ ਪਾ ਕੇ ਦੱਸੇ ਹਨ। ਤੇ ਫਰੀਦ ਜੀ ਦਾ ਬੜਾ ਇੱਕ ਕਮਾਲ ਦੀ ਉਹਨਾਂ ਨੇ ਜਿਹੜੀ ਗੱਲ ਕਹੀ ਹੈ ਗੁਰਬਾਣੀ ਦੇ ਵਿੱਚ, ਭਾਵੇਂ ਕਿ ਅਸੀਂ ਗੱਲ ਕਰਦੇ ਹਾਂ ਕਿ ਸ਼ੇਖ ਫਰੀਦ ਜੀ 12ਵੀਂ ਸਦੀ ਦੇ ਵਿੱਚ ਹੋਏ ਆ। ਗੁਰੂ ਨਾਨਕ ਸਾਹਿਬ ਜੀ ਤੋਂ ਵੀ ਕਈ ਸੈਂਕੜੇ ਸਾਲ ਪਹਿਲਾਂ ਉਹ ਇਸ ਧਰਤੀ ਤੇ ਆਏ ਤੇ ਜੋ ਉਹਨਾਂ ਨੇ ਉਪਦੇਸ਼ ਦਿੱਤਾ ਉਹ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕੀਤਾ ਗਿਆ ਹੈ ਕਿ ਫਰੀਦਾ ਗੁੱਸਾ ਮਨ ਨਾ ਹੰਢਾਏ। ਸੋ ਗੁੱਸਾ ਆਉਣਾ ਜਿਹੜਾ ਹੈ ਉਹ ਤੁਹਾਡੇ ਵਾਸਤੇ ਇੱਕ ਬੜਾ ਖਤਰਨਾਕ ਹੋ ਸਕਦਾ ਹੈ, ਜਿਸ ਦੇ ਨਾਲ ਤੁਹਾਡੇ ਸਰੀਰ ਨੂੰ ਬਹੁਤ ਸਾਰੇ ਰੋਗ ਲੱਗ ਸਕਦੇ ਆ। ਸੋ ਉਹਨਾਂ ਰੋਗਾਂ ਤੋਂ ਛੁਟਕਾਰਾ ਪਾਉਣ ਲਈ ਬੰਦੇ ਨੂੰ ਆਪਣਾ ਜਿਹੜਾ ਮਨ ਆ ਉਹ ਖੁਸ਼ ਰੱਖਣਾ ਚਾਹੀਦਾ ਹੈ, ਕਿਉਂਕਿ ਅਸੀਂ ਹਮੇਸ਼ਾ ਕਰਦੇ ਹਾਂ ਕਿ ਜੀ ਕਹਿੰਦੇ ਹੁੰਦੇ ਆ ਕਿ ਜੀ ਦੇ ਨਾਲ ਜਹਾਨ ਹੈ। ਤੇ ਸਾਡੇ ਨਾਲ ਇਹਨਾਂ ਗੱਲਾਂ ਬਾਤਾਂ ਨੂੰ ਸਾਂਝੀਆਂ ਕਰਨ ਵਾਸਤੇ ਸਾਨੂੰ ਕਿਹੜੇ-ਕਿਹੜੇ ਕਿਸ ਤਰ੍ਹਾਂ ਦੇ ਰੋਗ ਲੱਗਦੇ ਨੇ ਉਹਨਾਂ ਦੀ ਵੀ ਅਸੀਂ ਗੱਲ ਕਰਦੇ ਹਾਂ। ਤੇ ਸਭ ਤੋਂ ਵੱਡਾ ਰੋਗ ਜਿਵੇਂ ਗੁਰਬਾਣੀ ਵਿੱਚ ਦੱਸਿਆ ਗਿਆ ਹੈ ਉਹ ਹਉਮੈ ਰੋਗ ਹੈ, ਭਾਵ ਕਿ ਬੰਦੇ ਨੂੰ ਜਦੋਂ ਹਉਮੈ ਆ ਜਾਂਦੀ ਹੈ ਤੇ ਜਦੋਂ ਉਸਦੀ ਹਉਮੈ ਨੂੰ ਚੋਟ ਲੱਗਦੀ ਹੈ ਤੇ ਉਸਨੂੰ ਗੁੱਸਾ ਆਉਂਦਾ ਹੈ ਤੇ ਗੁੱਸੇ ਦੇ ਜਿਹੜੇ ਨਤੀਜੇ ਹੁੰਦੇ ਹਨ ਉਹ ਤੁਹਾਡੇ ਸਾਹਮਣੇ ਹੀ ਪਤਾ ਲੱਗ ਸਕਦੇ ਆ। ਤੁਹਾਨੂੰ ਪਰਿਵਾਰਾਂ ਦੇ ਵਿੱਚ ਕਿੰਨੀ ਸ਼ਾਂਤੀ ਹੋ ਸਕਦੀ ਹੈ, ਤੁਹਾਡਾ ਮਨ ਕਿੰਨਾ ਸ਼ਾਂਤ ਹੋ ਸਕਦਾ ਹੈ ਤੇ ਇਸ ਕਰਕੇ ਬਹੁਤ ਸਾਰੀਆਂ ਜਿਹੜੀਆਂ ਸਮੱਸਿਆਵਾਂ ਦਾ ਹੱਲ ਹੈ ਉਹ ਸ਼ਾਂਤੀ ਵੀ ਹੋ ਸਕਦਾ ਕਿ ਮਨ ਨੂੰ ਆਪਣੇ ਨੂੰ ਕੰਟਰੋਲ ਕਿੱਦਾਂ ਕਰਨਾ ਹੈ। ਮਨ ਜੀਤ ਤੇ ਜਗ ਜੀਤ। ਸੋ ਅੱਜ ਦੀ ਅਸੀਂ ਗੱਲਬਾਤ ਕਰਾਂਗੇ, ਇੱਕ ਬਿਮਾਰੀ ਹੈ। ਬਿਮਾਰੀਆਂ ਤੇ ਤੁਹਾਨੂੰ ਪਤਾ ਨੇ, ਅੱਜ ਤੁਸੀਂ ਕਹਿੰਦੇ ਨੇ ਕਿ ਇੱਟ ਚੱਕੋ ਤੇ ਤੁਹਾਨੂੰ ਥੱਲੇ ਬਿਮਾਰੀ ਨਿਕਲਦੀ ਹੈ। ਜੇ ਕਿਸੇ ਨੂੰ ਕਿਸੇ ਦਾ ਹਾਲ ਚਾਲ ਪੁੱਛਦੇ ਆ ਤੇ ਉਹਨੂੰ ਪਤਾ ਹੁੰਦਾ ਹੈ ਕਿ ਉਹ ਜਦੋਂ ਤੁਹਾਨੂੰ ਜਵਾਬ ਦਿੰਦਾ ਹੈ ਕਿ ਯਾਰ ਮੈਨੂੰ ਆਹ ਬਿਮਾਰੀ ਹੈ, ਮੈਨੂੰ ਉਹ ਬਿਮਾਰੀ ਹੈ। ਸੋ ਕੋਈ ਵੀ ਜੇ ਕਹਿ ਦਈਏ ਕਿ ਸੰਸਾਰ ਦੇ ਵਿੱਚ ਜਿਹੜਾ ਤੰਦਰੁਸਤ ਜਾਂ ਰਿਸ਼ਟ ਪੁਸ਼ਟ ਸਰੀਰ ਕੋਈ ਵੀ ਨਹੀਂ ਹੈਗਾ। ਤਾਂ ਹੀ ਕਹਿੰਦੇ ਆ ਕਿ ਜਿਹੜੇ ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਸੋ ਜਿਹੜੇ ਰੋਗ ਨੇ ਉਹਨਾਂ ਰੋਗਾਂ ਤੋਂ ਕਿਵੇਂ ਬਚਣਾ ਹੈ, ਅਸੀਂ ਅੱਜ ਗੱਲ ਕਰਾਂਗੇ ਡਾਇਮੈਂਸ਼ੀਆ। ਡਾਇਮੈਂਸ਼ੀਆ ਜਿਹੜੀ ਬਿਮਾਰੀ ਹੈ ਔਰ ਡਾਇਮੈਂਸ਼ੀਆ ਦੀ ਅਸੀਂ ਜਦੋਂ ਖੋਜ ਕੀਤੀ ਹੈ ਇਸ ਸ਼ਬਦ ਦੀ ਵੀ, ਇਹ ਦੱਸਦੇ ਆ ਕਿ 600 ਈਡੀ ਦੇ ਵਿੱਚ ਇਸ ਸ਼ਬਦ ਨੂੰ ਵਰਤਿਆ ਗਿਆ ਸੀ ਤੇ ਨਾਲ ਦੀ ਨਾਲ ਉਸ ਤੋਂ ਬਾਅਦ ਇਸ ਦਾ ਕੀ ਡਿਵੈਲਪਮੈਂਟ ਹੋਈ ਹੈ। ਡਾਇਮੈਂਸ਼ੀਆ ਤੋਂ ਭਾਵ ਹੈ ਕਿ ਬੰਦੇ ਦੀ ਉਹ ਸਥਿਤੀ ਜਿਹਦੇ ਵਿੱਚ ਬੰਦਾ ਸੋਚਣ ਤੋਂ, ਕੋਈ ਚੰਗਾ ਕਰਨ ਤੋਂ, ਕੋਈ ਫੈਸਲਾ ਲੈਣ ਤੋਂ ਅਸਮਰੱਥ ਹੋ ਜਾਂਦਾ ਹੈ। ਇਹ ਖਾਸ ਤੌਰ ਤੇ ਆਪਣੇ ਵਿੱਚ ਆਪਣੇ ਆਪ ਚ ਬਿਮਾਰੀ ਨਹੀਂ, ਪਰ ਇੱਕ ਕਾਰਨ ਹੈ, ਇੱਕ ਇਹੋ ਜਿਹੀ ਅਵਸਥਾ ਹੈ ਜਿਹਦੇ ਵਿੱਚ ਬੰਦੇ ਨੂੰ ਬਹੁਤ ਸਾਰਾ ਭੁੱਲਣ ਦਾ ਭੁਲੇਖਾ ਲੱਗ ਜਾਂਦਾ ਹੈ। ਕਈ ਚੀਜ਼ਾਂ ਦਾ ਜੱਜਮੈਂਟ ਦੇ ਵਿੱਚ ਭੁਲੇਖਾ ਲੱਗ ਜਾਂਦਾ ਹੈ। ਤੇ ਨਾਲ ਦੀ ਨਾਲ ਇੱਕ ਹੋਰ ਅਸੀਂ ਬਿਮਾਰੀ ਦੀ ਵੀ ਨਾਲ ਦੇਖਿਆ ਹੈ ਕਿ ਅਲਜ਼ਾਈਮਰ, ਉਹ ਜਿਹੜੀ ਬਿਮਾਰੀ ਹੈ ਉਹਦੇ ਬਾਰੇ ਅਸੀਂ ਖੋਜ ਕੀਤੀ ਹੈ ਕਿ 1906 ਦੇ ਕਰੀਬ ਜੋ ਜਰਮਨ ਦੇ ਡਾਕਟਰ ਐਲੋਇਸ ਅਲਜ਼ਾਈਮਰ ਹੋਏ ਨੇ, ਉਹਨਾਂ ਨੇ ਇਸ ਬਿਮਾਰੀ ਦੀ ਖੋਜ ਕੀਤੀ। ਆਹ ਤਸਵੀਰ ਦੇਖਦੇ ਆ। ਸੋ ਇਹ ਜਿਹੜੇ ਵਿਗਿਆਨੀ ਡਾਕਟਰ, ਇਹਨਾਂ ਦਾ ਵੀ ਅਸੀਂ ਕਹਿੰਦੇ ਹੁੰਦੇ ਆ ਦੇਣ ਨਹੀਂ ਦੇ ਸਕਦੇ, ਜਿਨ੍ਹਾਂ ਨੇ ਸਾਨੂੰ ਇਹੋ ਜਿਹੀਆਂ ਚੀਜ਼ਾਂ ਬਾਰੇ ਦੱਸਿਆ ਕਿ ਕਿਹੜੀਆਂ ਕਿਹੜੀਆਂ ਬਿਮਾਰੀਆਂ, ਕਿਹੜੇ ਕਿਹੜੇ ਰੋਗ, ਜਿਹੜੇ ਰੋਗ ਕਈ ਵਾਰੀ ਤੁਹਾਨੂੰ ਦਿਸਦੇ ਵੀ ਨਹੀਂ ਹੈਗੇ। ਰੋਗ ਆਪਾਂ ਦੇਖਦੇ ਹਾਂ ਕਈ ਵਾਰੀ ਸੱਟ ਚੋਟ ਲੱਗ ਜਾਣੀ ਜਾਂ ਤੁਹਾਡਾ ਦਿਲ ਕੱਚਾ ਕੱਚਾ ਹੋਣਾ, ਉਹ ਵੱਖਰੇ ਰੋਗ ਨੇ। ਇੱਕ ਰੋਗ ਨੇ ਦਿਮਾਗੀ ਰੋਗ, ਮਨੋਵਿਗਿਆਨਿਕ ਰੋਗ ਵੀ ਕਹਿ ਸਕਦੇ ਹਾਂ, ਪਰ ਉਹਨਾਂ ਦੀ ਵੀ ਜਿਹੜੀ ਪਰਤ ਹੈ ਉਹ ਵੱਖਰੀ ਹੋ ਸਕਦੀ ਆ। ਅੱਜ ਅਸੀਂ ਗੱਲ ਕਰਾਂਗੇ
ਡਾਇਮੈਂਸ਼ੀਆ ਬਾਰੇ, ਤੇ ਡਾਕਟਰ ਸਾਹਿਬ ਸਾਨੂੰ ਥੋੜਾ ਜਿਹਾ ਅਲਜ਼ਾਈਮਰ ਤੇ ਡਾਇਮੈਂਸ਼ੀਆ ਬਾਰੇ ਵੀ ਦੱਸਣਗੇ ਕਿ ਕੀ ਉਹਦਾ ਫਰਕਾ ਹੋਵੇਗਾ। ਦੇਖਦੇ ਹਾਂ ਸਕਰੀਨ ਦੇ ਤੁਹਾਨੂੰ ਤਸਵੀਰਾਂ ਵੀ ਦਿਖਾਵਾਂਗੇ। ਤੇ ਆਓ ਸਭ ਤੋਂ ਪਹਿਲਾਂ ਅਸੀਂ ਸਵਾਗਤ ਕਰੀਏ ਡਾਕਟਰ ਮਹਿੰਦਰ ਗਿੱਲ ਜੀ ਦਾ। ਮਹਿੰਦਰ ਗਿੱਲ ਜੀ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਹਮੇਸ਼ਾ ਦੀ ਤਰ੍ਹਾਂ ਆਪ ਜੀ ਦਾ ਨਿੱਘਾ ਸਵਾਗਤ ਹੈ ਅੱਜ ਦੇ ਪ੍ਰੋਗਰਾਮ ਦੇ ਵਿੱਚ। ਤੁਹਾਨੂੰ ਸਾਡੇ ਦਰਸ਼ਕ ਉਡੀਕਦੇ ਰਹਿੰਦੇ ਨੇ ਕਿ ਸਾਨੂੰ ਡਾਕਟਰ ਸਾਹਿਬ ਆਉਣਗੇ, ਸਾਨੂੰ ਕੋਈ ਨਾ ਕੋਈ ਜਾਣਕਾਰੀ ਜ਼ਰੂਰ ਦੇਣਗੇ। ਤੇ ਅੱਜ ਅਸੀਂ ਗੱਲ ਕਰਦੇ ਹਾਂ ਡਾਇਮੈਂਸ਼ੀਆ। ਤੁਸੀਂ ਬੜੇ ਲੰਮੇ ਸਮੇਂ ਤੋਂ NHS ਦੇ ਵਿੱਚ ਸਰਗਰਮ ਰਹੇ ਹੋ, ਔਰ ਬਹੁਤ ਸਾਰਾ ਖਾਸ ਤੌਰ ਤੇ ਜਿਹੜੀ ਸਾਡੀ ਪੰਜਾਬੀ ਕਮਿਊਨਿਟੀ ਹੈ ਉਹਦੇ ਨਾਲ ਤੁਸੀਂ ਵਾਬਸਤਾ ਹੋ। ਤੇ ਇਹ ਕਿਹੋ ਜਿਹੀਆਂ ਬਿਮਾਰੀਆਂ ਨੇ ਤੇ ਡਾਇਮੈਂਸ਼ੀਆ ਬਾਰੇ ਤੁਸੀਂ ਕਿੱਥੋਂ ਗੱਲ ਸ਼ੁਰੂ ਕਰਨੀ ਚਾਹੁੰਦੇ ਆਪਣੀ? ਸੋ ਮਾਸਾ, ਪਹਿਲਾਂ ਤਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਬੜੀ ਮਿਹਰਬਾਨੀ ਤੁਹਾਡੀ ਸਿੱਖ ਚੈਨਲ ਦੀ, ਜਿਹੜਾ ਮੈਨੂੰ ਇਹ ਮੌਕਾ ਦਿੱਤਾ ਜਾਂਦਾ ਕਿ ਬਿਮਾਰੀਆਂ ਬਾਰੇ ਜਾਂ ਕੁਝ ਗੱਲਾਂ ਤੁਹਾਡੇ ਨਾਲ ਮੈਂ ਸਾਂਝੀਆਂ ਕਰ ਸਕਾਂ। ਪਰ ਇਹ ਤੋਂ ਪਹਿਲਾਂ ਕਿ ਆਪਾਂ ਇੱਧਰ ਨੂੰ ਚੱਲੀਏ, ਮੈਂ ਤੁਹਾਡੀ ਗੱਲਬਾਤ ਸੁਣੀ ਆ ਜੋ ਤੁਸੀਂ ਫਰੀਦ ਹੋਰਾਂ ਦਾ ਜਿਹੜੇ ਉਹ ਸ਼ਲੋਕ। ਤੇ ਮੈਨੂੰ ਨਾ ਬਹੁਤ ਵਾਰੀ ਪੁੱਛਿਆ ਜਾਂਦਾ ਕਿ ਤੂੰ ਇੱਕ ਡਾਕਟਰ ਆ, ਸਾਇੰਟਿਸਟ ਆ, ਵਿਗਿਆਨਿਕ ਹੈ, ਤੂੰ ਕਵਿਤਾ ਜਾਂ ਸਾਹਿਤ ਵੱਲੋਂ ਤੇਰਾ ਕਿਉਂ ਝੁਕਾਅ ਹੁੰਦਾ ਹੈਗਾ? ਤੇ ਮੈਨੂੰ ਇਹ ਤੁਹਾਡੀ ਗੱਲ ਤੋਂ ਸਮਝ ਲੱਗੀ ਆ ਕਿ ਐਕਚੁਅਲੀ ਜੇ ਤੁਸੀਂ ਸੋਚੋ, ਜਿਹੜੀ ਸਾਇੰਸ ਹੈ ਉਹ ਤੁਹਾਨੂੰ ਦੱਸਦੀ ਹੈ ਕਿ ਜਿਹੜਾ ਸੰਸਾਰ ਉਹ ਚੱਲਦਾ ਕਿਵੇਂ ਆ, ਲੇਕਿਨ ਕਿਉਂ ਚੱਲਦਾ ਉਹਦੇ ਪਿੱਛੇ ਸਾਇੰਸ ਕੁਛ ਨਹੀਂ ਦੱਸਦੀ। ਔਰ ਜੋ ਤੁਸੀਂ ਆਹ ਸ਼ਲੋਕ ਦੱਸੇ ਆ ਕਿ ਜੇ ਬੰਦੇ ਦੀ ਸਹਿਣਸ਼ੀਲਤਾ ਇੰਨੀ ਹੋ ਜਾਏ, ਮਾਨ ਸਾਹਿਬ, ਮੈਂ ਆਪਣੀ ਪ੍ਰੈਕਟਿਸ ਵਿੱਚ ਬਹੁਤ ਪੇਸ਼ੈਂਟ ਫੈਮਲੀਆਂ ਇੱਦਾਂ ਦੇਖੀਆਂ ਨੇ ਜਿਹੜੀਆਂ ਟੁੱਟ ਭੱਜ ਜਾਂਦੀਆਂ ਨੇ ਸਿਰਫ ਇੱਕ ਛੋਟੀ ਜਿਹੀ ਸਹਿਣਸ਼ੀਲਤਾ ਨਾ ਹੋਣ ਕਰਕੇ। ਸੋ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਇਨਸਾਨੀ ਵਿਚਰਨ ਦਾ ਜਿਹੜਾ ਸੁਸਾਇਟੀ ਦਾ ਜਿਹੜਾ ਢੰਗ ਤਰੀਕਾ ਵਾ, ਉਹ ਇਹੋ ਜਿਹੇ ਜਿਹੜੇ ਸਾਡੇ ਪੀਰ ਫਕੀਰ ਹੋਏ ਆ, ਪ੍ਰੋਫਿਟ ਹੋਏ ਆ, ਉਹ ਕਿਸੇ ਤਰ੍ਹਾਂ ਦੀ ਹੋ ਸਕਦੇ ਆ। ਯਿਸੂ ਮਸੀਹ ਵੀ ਹੋ ਸਕਦਾ ਤੇ ਫਰੀਦ ਸਾਹਿਬ ਵੀ ਹੋ ਸਕਦਾ। ਇਹਨਾਂ ਦੇ ਆਪਾਂ ਮੈਸੇਜ ਜੇ ਦੇਖੀਏ ਤਾਂ ਇੱਕੋ ਹੀ ਹੈਗਾ। ਸੋ ਮੈਂ ਸਮਝਦਾ ਕਿ ਦੋਨੋਂ ਜਿਹੜੇ ਚੀਜ਼ਾਂ ਨੇ ਇਕੱਠੀਆਂ ਚੱਲਦੀਆਂ ਨੇ। ਤੇ ਸੌਰੀ, ਫਿਰ ਮੈਂ ਥੋੜਾ ਜਿਹਾ ਇੱਧਰ ਪਾਸੇ ਚੱਲ ਗਿਆ ਸੀ, ਆਪਾਂ ਡਿਮੈਂਸ਼ੀਆ ਤੇ ਆਉਨੇ ਆ। ਸੋ ਡਿਮੈਂਸ਼ੀਆ ਜੋ ਹੈ ਇਹ ਇੱਕ ਵੱਡੀ ਟਰਮ ਹੈ। ਇਹਦੇ ਵਿੱਚ ਕਈ ਨਿੱਕੇ ਹੋਰ ਵੀ ਬਿਮਾਰੀਆਂ, ਜਿਹਦਾ ਅਲਜ਼ਾਈਮਰ ਇਹਦੇ ਵਿੱਚ ਆ ਜਾਂਦਾ ਹੈਗਾ। ਸੋ ਤੁਸੀਂ ਬਿਲਕੁਲ ਸੱਚ ਦੱਸਿਆ ਕਿ ਡਿਮੈਂਸ਼ੀਆ ਵਿੱਚ ਜਦੋਂ ਪਹਿਲਾਂ ਸ਼ੁਰੂ ਹੁੰਦਾ ਤੇ ਤੁਹਾਡੀ ਯਾਦਦਾਸ਼ਤ ਵਿੱਚ ਥੋੜੀ ਜਿਹੀ ਕਮਜ਼ੋਰੀ ਆਉਣ ਲੱਗ ਜਾਂਦੀ ਹੈ। ਕਈ ਵਾਰ ਤੁਹਾਨੂੰ ਇਹਦੇ ਬਾਰੇ ਪਤਾ ਵੀ ਨਹੀਂ ਲੱਗਦਾ ਕਿ ਵੀ ਇਹ ਮੇਰੇ ਨਾਲ ਗੱਲ ਹੋ ਰਹੀ ਹੈ। ਤੇ ਲੇਕਿਨ ਇਹ ਫਿਰ ਥੋੜੀ ਹੋਰ ਵੱਧਦੀ ਜਾਂਦੀ ਹੈ, ਕਨਫਿਊਜ਼ਨ ਹੋ ਜਾਂਦੀ ਹੈ, ਤੁਹਾਨੂੰ ਪਤਾ ਨਹੀਂ ਲੱਗਦਾ ਕਿ ਮੈਂ ਕਿਹੜੇ ਪਾਸੇ ਜਾ ਰਿਹਾ, ਕਿੱਥੋਂ ਆਇਆ, ਯਾਦ ਭੁੱਲ ਜਾਣੀ ਚੀਜ਼ਾਂ ਦੀ, ਕਨਵਰਸੇਸ਼ਨ ਦੀ, ਗੱਲਬਾਤ ਕੀਤੀ ਦੀ। ਸੋ ਇਹ ਤੁਸੀਂ ਜਿੱਦਾਂ ਦੱਸਿਆ ਅਲਜ਼ਾਈਮਰ, ਇਹ ਇੱਕ ਤਰ੍ਹਾਂ ਦਾ ਡਿਮੈਂਸ਼ੀਆ ਇਹਨੂੰ ਆਪਾਂ ਕਹਿ ਸਕਦੇ ਹਾਂ। ਇੱਕ ਡਿਮੈਂਸ਼ੀਆ ਹੁੰਦਾ ਵੈਸਕੂਲਰ ਡਿਮੈਂਸ਼ੀਆ, ਇੱਕ ਹੁੰਦਾ ਲੂਈ ਬੋਡੀ ਡਿਮੈਂਸ਼ੀਆ। ਸੋ ਡਿਮੈਂਸ਼ੀਆ ਜਨਰਲ ਟਰਮ ਹੈਗੀ ਆ, ਤੇ ਅਲਜ਼ਾਈਮਰ ਉਹਦੇ ਇੱਕ ਖਾਸ ਤਰ੍ਹਾਂ ਦਾ ਜਿਹੜਾ ਹੈਗਾ। ਉਹ ਜਿੱਦਾਂ ਤੁਸੀਂ ਦੱਸਿਆ ਵੀ 1906 ਚ ਜਰਮਨ ਜੋ ਸੀਗਾ ਡਾਕਟਰ ਅਲਜ਼ਾਈਮਰ, ਉਹਨੇ ਇਹਦੀ ਪਹਿਲੀ ਵਾਰ ਉਹਦੀ ਡਿਸਕ੍ਰਿਪਸ਼ਨ ਦਿੱਤੀ। ਡਿਸਕ੍ਰਿਪਸ਼ਨ ਇਸ ਤਰ੍ਹਾਂ ਦਿੱਤੀ ਕਿ ਜਿਹੜੀ ਇੱਕ 51 ਸਾਲ ਦੀ ਔਰਤ ਨੂੰ ਟ੍ਰੀਟ ਕਰ ਰਿਹਾ ਸੀਗਾ ਸਾਈਕੀਆਟ੍ਰਿਕ ਹਸਪਤਾਲ ਦੇ ਵਿੱਚ। ਤੇ ਜਦੋਂ ਉਹ ਮਰ ਗਈ, ਉਹਨਾਂ ਦੀ ਫੈਮਿਲੀ ਤੋਂ ਉਹਦੇ ਮੰਗ ਕੀਤੀ ਕਿ ਇਹਦਾ ਦਿਮਾਗ ਜਿਹੜਾ ਵਾ, ਬ੍ਰੇਨ, ਉਹ ਮੈਨੂੰ ਰਿਸਰਚ ਕਰਨ ਲਈ ਦਿੱਤਾ ਜਾਵੇ। ਤੇ ਉਹਨਾਂ ਨੇ ਦਿੱਤਾ। ਤਾਂ ਇਹਨੇ ਫਿਰ ਦੇਖਿਆ ਕਿ ਜਿਹੜੇ ਦਿਮਾਗ ਦੇ ਸੈੱਲ ਨੇ, ਨਿਊਰੋਨ, ਉਹਨਾਂ ਦੇ ਵਿੱਚ ਇੱਕ ਐਬਨੋਰਮਲ ਪ੍ਰੋਟੀਨ, ਜਿਹਨੂੰ ਐਮੀਲੋਇਡ ਕਿਹਾ ਜਾਂਦਾ, ਉਹ ਜਿਹੜੀ ਚੀਜ਼ ਉੱਥੇ ਹੋਣੀ ਨਹੀਂ ਚਾਹੀਦੀ, ਉਹ ਜਮ੍ਹਾਂ ਹੋਈ ਸੀਗੀ। ਦੂਜੀ ਗੱਲ, ਜਿਹੜੀ ਦਿਮਾਗ ਦੇ ਨਿਊਰੋਨ ਨੇ, ਉਹਨਾਂ ਦੀਆਂ ਇੱਕ ਲੰਮੀਆਂ ਤਾਰਾਂ ਵਾਂਗੂ ਨਿਊਰੋਨ ਹੁੰਦੇ ਆ। ਉਹ ਇੱਕ ਦੂਸਰੇ ਦੇ ਨਾਲ ਕਮਿਊਨੀਕੇਟ ਕਰਨ ਵਾਸਤੇ ਵਰਤੇ ਜਾਂਦੇ ਆ, ਸੰਪਰਕ ਕਰਨ ਲਈ, ਨਿਊਰੋਨ ਤੇ ਦੂਜੇ ਨਿਊਰੋਨ ਦੇ। ਉਹ ਜਿਹੜੇ ਨੇ ਉਹ ਵੀ ਮਤਲਬ ਡਿਸਟਰੋਏ ਹੋ ਜਾਂਦੇ ਨੇ, ਜਾਂ ਥੋੜਾ ਜਿਹਾ ਐਨਟੈਂਗਲ ਹੋ ਜਾਂਦੇ ਨੇ, ਗੁੱਛਾ ਜਿਹਾ ਹੋ ਜਾਂਦੇ ਨੇ, ਤੇ ਉਹ ਆਪਣਾ ਕੰਮ ਕਰਨੋਂ ਹਟ ਜਾਂਦੇ ਨੇ। ਤੀਸਰੀ ਗੱਲ ਜਿਹੜੀ ਹੈ, ਦਿਮਾਗ ਦੀ ਜਿਹੜਾ ਉਹਦੀ ਵੋਲਿਊਮ ਹੈਗੀ ਆ, ਜਾਂ ਉਹਦਾ ਜਿੰਨਾ ਵੀ ਸਿਸਟਮ ਹੈਗਾ, ਉਹ ਸ਼ਰਿੰਕ ਹੋ ਜਾਂਦਾ, ਸੁੰਗੜ ਜਾਂਦਾ, ਦਿਮਾਗ ਛੋਟਾ ਹੋ ਜਾਂਦਾ। ਸੋ ਇਹ 2-3 ਚੀਜ਼ਾਂ ਉਹਨੇ ਪਹਿਲੀ ਵਾਰ ਡਿਸਕ੍ਰਾਈਬ ਕੀਤੀਆਂ, ਜਿਹਦੇ ਨਾਂ ਤੇ ਇਸ ਬਿਮਾਰੀ ਦਾ ਨਾਂ ਅਲਜ਼ਾਈਮਰ ਪੈ ਗਿਆ। ਹਾਂਜੀ, ਬਹੁਤ ਖੂਬ। ਬਾਕੀ ਦੇਖੋ, ਉਹਨਾਂ ਨੇ ਉਹ ਜਿਹੜੀ ਤੁਸੀਂ ਔਰਤ ਦੀ ਗੱਲ ਕੀਤੀ, 51 ਸਾਲ ਦੀ ਔਰਤ ਦੀ, ਜਿਸ ਦਾ ਇਲਾਜ ਕੀਤਾ ਡਾਕਟਰ ਸਾਹਿਬ ਨੇ,
ਤੇ 5 ਸਾਲ ਉਹਨਾਂ ਨੇ ਉਹਦੀ ਸਟੱਡੀ ਕੀਤੀ ਆ ਤੇ ਉਸ ਤੋਂ ਬਾਅਦ ਜਿਹੜੇ ਆਪਣੇ ਨਤੀਜੇ ਆਏ ਆ ਤੇ ਇੰਨੀਆਂ ਖੋਜਾਂ ਤੋਂ ਬਾਅਦ ਦੇਖੋ ਸਾਨੂੰ ਪਤਾ ਲੱਗਦਾ ਹੈ ਕਿ ਸਾਡਾ ਦਿਮਾਗ ਕੰਮ ਕਿਵੇਂ ਕਰਦਾ। ਜਿਵੇਂ ਕਿ ਦੱਸਿਆ ਕਿ ਜਿਹੜੀ ਦਿਮਾਗ ਦੀ ਜਿਹੜੀ ਵਾਇਰਿੰਗ ਆ ਉਹ ਬੜੀ ਗੁੰਝਲਦਾਰ ਆ ਤੇ ਉਹਦੇ ਵਿੱਚ ਬਹੁਤ ਸਾਰੇ ਨਿੱਕੇ ਨਿੱਕੇ ਜਿਹੜੇ ਨਿਊਟਰੋਨ ਹੈਗੇ ਆ। ਤੇ ਹੁਣ ਆਪਾਂ ਦੇਖੀਏ ਆਪਣੀ ਸਧਾਰਨ ਜ਼ਿੰਦਗੀ ਦੇ ਵਿੱਚ ਡਾਕਟਰ ਸਾਹਿਬ ਇਸ ਦੇ ਲੱਛਣ ਕੀ ਆ, ਸਾਨੂੰ ਕਿੱਦਾਂ ਪਤਾ ਲੱਗਦਾ, ਜਾਂ ਬੰਦੇ ਨੂੰ ਕਿੱਦਾਂ ਪਤਾ ਲੱਗਦਾ, ਜਾਂ ਪਰਿਵਾਰ ਦੇ ਮੈਂਬਰ ਨੂੰ ਕਿੱਦਾਂ ਪਤਾ ਲੱਗਦਾ ਕਿ ਸਾਡੇ ਪਰਿਵਾਰ ਦੇ ਮੈਂਬਰ ਨੂੰ ਇਹ ਬਿਮਾਰੀ ਹੈਗੀ ਆ, ਤੇ ਇਹ ਕਿਹੜੀ ਮਤਲਬ ਇਹ ਬਿਮਾਰੀ ਆ ਕਿਸ ਉਮਰ ਤੋਂ ਸ਼ੁਰੂ ਹੁੰਦੀ ਹੈ, ਜ਼ਿਆਦਾ ਹੁੰਦੀ ਹੈ ਡਾਕਟਰ ਸਾਹਿਬ? ਹਾਂਜੀ, ਇਹ ਜਿਹੜਾ ਐਲਜ਼ਾਈਮਰ ਹੈਗਾ ਇਹ ਵੈਸੇ 65 ਸਾਲ ਤੋਂ ਉੱਪਰ ਜ਼ਿਆਦਾ ਹੁੰਦੀ ਹੈ, ਲੇਕਿਨ 65 ਤੋਂ ਥੱਲੇ ਵੀ ਹੋ ਸਕਦੀ ਹੈ, ਘੱਟ ਹੁੰਦੀ ਹੈ। 65 ਤੋਂ ਉੱਪਰ ਜ਼ਿਆਦਾ ਹੁੰਦੀ ਹੈ। ਔਰ ਮੁੱਢਲੇ ਸਮੇਂ ਵਿੱਚ ਇਹਦੇ ਜਿਹੜੇ ਲੱਛਣ ਹੁੰਦੇ ਨੇ ਉਹ ਫਰਜ਼ ਕਰ ਲਓ ਤੁਹਾਨੂੰ ਯਾਦਦਾਸ਼ਤ ਥੋੜ੍ਹੀ ਜਿਹੀ ਕਮਜ਼ੋਰ ਹੋ ਜਾਂਦੀ ਹੈ। ਉਹ ਆਮ ਤੌਰ ਤੇ ਜੇ ਆਪਾਂ ਦੇਖੀਏ ਜਿਹੜੇ ਬੰਦੇ 70ਵਾਂ ਦੇ ਵਿੱਚ ਨੇ ਉਹਨਾਂ ਦੀ ਯਾਦਦਾਸ਼ਤ ਵੈਸੇ ਵੀ ਥੋੜ੍ਹੀ ਜਿਹੀ ਕਮਜ਼ੋਰ ਹੋ ਹੀ ਜਾਂਦੀ ਹੁੰਦੀ ਹੈ, ਤੇ ਕਈ ਵਾਰ ਲੋਕਾਂ ਨੂੰ ਇਸ ਗੱਲ ਦਾ ਪਤਾ ਵੀ ਨਹੀਂ ਲੱਗਦਾ ਕਿ ਐਕਸਕਿਊਜ਼ ਮੀ ਕਿ ਮੈਨੂੰ ਆਹ ਕੁਝ ਹੋ ਰਿਹਾ। ਤੇ ਲੇਕਿਨ ਉਹਦੇ ਉਲਟ ਕਈ ਬੰਦੇ, ਕਿਉਂਕਿ ਆਪਾਂ ਪ੍ਰੈਸ ਵਿੱਚ ਪੜ੍ਹਦੇ ਰਹਿੰਦੇ ਹਾਂ, ਉਹਨਾਂ ਨੂੰ ਪਤਾ ਲੱਗਦਾ ਯਾਰ ਮੇਰੀ ਯਾਦਦਾਸ਼ਤ ਤੇ ਬਹੁਤ ਕਮਜ਼ੋਰ ਹੋ ਗਈ ਹੈ, ਮੈਨੂੰ ਡਿਮੈਂਸ਼ੀਆ ਨਾ ਹੋ ਜਾਵੇ, ਤੇ ਉਹ ਸਾਡੇ ਕੋਲ ਨੱਠੇ ਆਉਂਦੇ ਆ ਕਿ ਵੀ ਮੈਨੂੰ ਤਾਂ ਡਿਮੈਂਸ਼ੀਆ ਹੋ ਗਿਆ ਡਾਕਟਰ, ਤੇ ਉਹ ਬੜੇ ਅਪਸੈਟ ਹੁੰਦੇ ਆ। ਤੋ ਜਦੋਂ ਤੁਸੀਂ ਡਾਕਟਰ ਦੇ ਕੋਲ, ਜੇ ਤੁਹਾਨੂੰ ਮਹਿਸੂਸ ਹੁੰਦਾ ਹੈ ਕਿ ਤੁਹਾਡੇ 'ਚ ਕੋਈ ਪ੍ਰੋਬਲਮ ਹੈ ਮੈਮਰੀ ਦੀ, ਤਾਂ ਉਹਨੂੰ ਲੁਕੋ ਕੇ ਨਾ ਰੱਖੋ। ਤੁਸੀਂ ਆਪਣੇ ਜੀਪੀ ਕੋਲ ਜਾਓ। ਜੀਪੀ ਕੋਲ ਜਾਓਗੇ ਜਦੋਂ ਤੁਸੀਂ, ਤਾਂ ਪਹਿਲੀ ਗੱਲ ਉਹਨੇ ਇਹ ਕਰਨੀ ਹੈਗੀ ਹੈ ਕਿ ਉਹ ਤੁਹਾਨੂੰ ਅਸੈਸਮੈਂਟ ਕਰੂਗਾ, ਤੁਹਾਡੀ ਮੈਮਰੀ ਦਾ ਟੈਸਟ ਕਰੂਗਾ। ਤੇ PHQ-9 ਉਹਨੂੰ ਕਿਹਾ ਜਾਂਦਾ, ਇੱਕ ਹੁੰਦਾ ਅਸੈਸਮੈਂਟ ਫਾਰਮ। ਉੱਥੋਂ ਪਤਾ ਲੱਗ ਜਾਂਦਾ ਕਿ ਤੁਹਾਡੀ ਮੈਮਰੀ ਕਿੰਨੀ ਖਰਾਬ ਹੈ, ਕਿੰਨੀ ਨਹੀਂ ਖਰਾਬ। ਤੇ ਕਈ ਵਾਰਾਂ ਤਾਂ ਉਹ ਨੋਰਮਲੀ ਹੁੰਦੀ ਆ, ਤੇ ਉਹਨਾਂ ਨੂੰ ਕਹਿ ਦਈਏ ਤੁਹਾਨੂੰ ਕੋਈ ਵਰੀ ਨਹੀਂ ਹੈਗੀ, ਵੀ ਇਹ ਠੀਕ ਹੈਗੀ ਆ, ਤੁਸੀਂ ਬਿਲਕੁਲ ਡੋਂਟ ਵਰੀ ਅਬਾਊਟ ਇਟ। ਲੇਕਿਨ ਕਈ ਵਾਰੀ ਉਹਦੇ ਤੋਂ ਲੱਗ ਜਾਂਦਾ, ਫਿਰ ਸਾਨੂੰ ਕਹਾਂ ਉਹਦੇ ਲਈ ਇਨਵੈਸਟੀਗੇਟ ਕਰਨਾ ਪੈਂਦਾ, ਤੇ ਉਹ ਜੋ ਆਪਾਂ ਫਿਰ ਦੱਸਦੇ ਹਾਂ ਕਿ ਗਾਹਾਂ ਇਨਵੈਸਟੀਗੇਸ਼ਨ ਕਿਹੋ ਜਿਹੀਆਂ ਕਰਨੀਆਂ ਪੈਂਦੀਆਂ ਨੇ। ਹਾਂਜੀ ਹਾਂਜੀ, ਬਹੁਤ ਵਧੀਆ ਤੁਸੀਂ ਇਸ ਜਿਹੜੀ ਸਟੇਜ ਤੇ ਗੱਲ ਲਿਆ ਕੇ ਛੱਡੀ ਆ ਕਿ ਆਮ ਤੌਰ ਦੇ ਉੱਤੇ ਜੇ ਇੱਕ ਦੋ ਹਵਾਲੇ ਦਿਓ ਸਾਨੂੰ ਕਿ ਚਲੋ ਕਿਸੇ ਵੀ ਉਮਰ ਵਿੱਚ ਹੋ ਸਕਦੀ ਆ, ਆਪਾਂ ਗੱਲ ਰੱਖ ਲਈਏ ਕਿ ਜਿਹੜਾ ਪਰਿਵਾਰ ਦਾ ਮੈਂਬਰ ਹੈਗਾ, ਜੀ ਹੈਗਾ, ਜਿਹਨੂੰ ਇਹ ਅਸਰ ਹੋਇਆ, ਜਿਹਦੇ ਉੱਤੇ ਜਾਂ ਉਹਦੀ ਜਿਹੜੀ ਯਾਦਦਾਸ਼ਤ ਜਾਂ ਕੰਮ ਕਰਨ ਦੀ ਉਹਦੀ ਐਬਿਲਿਟੀ ਆ ਜਾਂ ਸਮਰੱਥਾ ਆ ਥੋੜੀ ਘਟਦੀ ਜਾ ਰਹੀ ਆ, ਇਹ ਨਿੱਕੀਆਂ ਨਿੱਕੀਆਂ ਤੁਸੀਂ ਕੀ ਹਵਾਲੇ ਦੇਣੇ ਚਾਹੁੰਦੇ, ਕਿਵੇਂ ਉਹ ਸਾਨੂੰ ਪਤਾ ਲੱਗਦਾ ਹੈ ਕਿ ਇਹ ਆ ਜਿਹੜੀ ਚੀਜ਼ ਆ ਇਹ ਸਹੀ ਨਹੀਂ ਲੱਗਦੀ ਹੈਗੀ? ਹਾਂਜੀ, ਤੇ ਫਰਜ਼ ਕਰ ਲਓ ਆਪਾਂ ਹੁਣ ਚੀਜ਼ਾਂ ਰੱਖੀਆਂ ਆਮ, ਆਪਾਂ ਨੂੰ ਚੇਤਾ ਭੁੱਲ ਜਾਂਦਾ ਕਿੱਥੇ ਰੱਖੀ ਹੈ, ਲੇਕਿਨ ਫਿਰ ਚੇਤਾ ਆ ਜਾਂਦਾ ਹੈ ਨਾ ਥੋੜੇ ਚਿਰ ਬਾਅਦ। ਤੇ ਇੱਥੋਂ ਸ਼ੁਰੂ, ਇਸ ਤਰ੍ਹਾਂ ਦੀਆਂ ਗੱਲਾਂ ਤੋਂ ਸ਼ੁਰੂ ਹੋ ਜਾਂਦੀ ਹੈ ਇਹ ਗੱਲ। ਤੇ ਫਿਰ ਕਨਫਿਊਜ਼ਨ ਮੈਂ ਨਹੀਂ ਕਿ ਵੀ ਤੁਹਾਨੂੰ ਪਤਾ ਨਹੀਂ ਲੱਗ ਰਿਹਾ ਕੀ ਹੋ ਰਿਹਾ ਆ, ਤੇ ਤੁਹਾਨੂੰ ਜਿਹੜੀ ਕਨਵਰਸੇਸ਼ਨ ਹੈ ਉਹ ਵੀ ਭੁੱਲ ਜਾਂਦੀ ਹੈ, ਜਾਂ ਤੁਹਾਨੂੰ ਨਾਂ ਭੁੱਲ ਜਾਂਦੇ ਨੇ। ਇਹ ਪਹਿਲੇ ਮੁੱਢਲੇ ਲੱਛਣ ਹੈਗੇ ਨੇ ਜਿਨ੍ਹਾਂ ਦੇ ਵਿੱਚ ਜਿਹੜੀ ਸਟੇਜ ਤੇ ਜ਼ਰੂਰੀ ਹੈ ਕਿ ਤੁਸੀਂ ਆਪਣੀ ਜੀਪੀ ਦੀ ਸਲਾਹ ਜ਼ਰੂਰ ਲਵੋ। ਗਾਹਾਂ ਦੇ ਜਿਹੜੇ ਲੱਛਣ ਨੇ ਉਹ ਜਰਾ ਸੀਰੀਅਸ ਹੋ ਜਾਂਦੇ ਨੇ। ਫਰਜ਼ ਕਰ ਲਓ ਤੁਸੀਂ ਮਤਲਬ ਬਿਲਕੁਲ ਚਿਹਰਾ ਵੀ ਨਹੀਂ ਪਛਾਣਦੇ, ਜਾਂ ਫਿਰ ਉਹ ਤੋਂ ਵੀ ਜ਼ਿਆਦਾ ਜਿਹੜੀ ਲਾਸਟ ਸਟੇਜ ਹੈਗੀ ਹੈ, ਤੁਹਾਡੀ ਬੋਡੀ ਦੇ ਜਿਹੜੇ ਫੰਕਸ਼ਨ ਨੇ, ਆਪਣੇ ਪਿਸ਼ਾਬ ਦਾ, ਟੋਇਲਟ ਦਾ ਕੰਟਰੋਲ ਰੱਖਣਾ, ਜਾਂ ਖਾਣੇ ਦਾ ਵੀ, ਇਹਨਾਂ ਚੀਜ਼ਾਂ ਤੇ ਵੀ ਫਿਰ ਅਸਰ ਪੈਣ ਲੱਗ ਜਾਂਦਾ। ਤੇ ਸੋ ਇਸ ਕਰਕੇ ਨਾ ਬੜਾ ਮਤਲਬ ਹੈ ਇਹ ਲਾਸਟ ਸਟੇਜ ਦੀਆਂ ਗੱਲਾਂ ਨੇ। ਲੇਕਿਨ ਇਹ ਤੋਂ ਪਹਿਲੀਆਂ ਸਟੇਜ ਮੈਂ ਦੱਸ ਰਿਹਾ, ਤੇ ਉਹ ਮਾਈਲਡ ਗੱਲਾਂ ਹੁੰਦੀਆਂ ਨੇ, ਤੇ ਲੇਕਿਨ ਉਹਨੂੰ ਅਸੈਸਮੈਂਟ ਆਪਣੇ ਜੀਪੀ ਤੋਂ ਕਰਾ ਲੈਣੀ ਚਾਹੀਦੀ ਹੈਗੀ ਆ। ਹਾਂਜੀ ਹਾਂ, ਉਹ ਜਿਹੜੀ ਤੁਸੀਂ ਅਸੈਸਮੈਂਟ ਦੀ ਗੱਲ ਕੀਤੀ ਆ, ਇਨਵੈਸਟੀਗੇਸ਼ਨ ਦੀ ਗੱਲ ਕੀਤੀ ਆ, ਜਾਂਚ ਪੜਤਾਲ ਦੀ ਗੱਲ ਕੀਤੀ ਆ, ਉਹਦੇ ਵਿੱਚ ਡਾਕਟਰ ਸਾਹਿਬ ਕੀ ਕੀ ਇਨਵੋਲਵ ਹੁੰਦਾ, ਕੀ ਕੀ ਸ਼ਾਮਲ ਹੁੰਦਾ ਉਹਦੇ ਵਿੱਚ? ਹਾਂਜੀ, ਪਹਿਲੀ ਗੱਲ ਤਾਂ ਮਾਨ ਸਾਹਿਬ ਇਹ ਆ ਕਿ ਜਦੋਂ ਕੋਈ ਵੀ ਬੰਦੇ ਦੀ ਅਸੀਂ ਡਿਮੈਂਸ਼ੀਆ ਤੋਂ ਸਸਪੈਕਟ ਕੀਤਾ ਨਾ, ਤੇ ਕੁਝ ਇੱਕ ਬਲੱਡ ਟੈਸਟ ਕਰਨੇ ਬਹੁਤ ਜ਼ਰੂਰੀ ਨੇ। ਉਹ ਕਿਉਂਕਿ ਕੁਝ ਇਹੋ ਜਿਹੀਆਂ ਗੱਲਾਂ ਨੇ ਜਿਨ੍ਹਾਂ ਕਰਕੇ ਮੈਮਰੀ ਪ੍ਰੋਬਲਮ ਜਾਂ ਨਿਊਰੋਲੋਜੀਕਲ ਜਿਹੜੀਆਂ ਪ੍ਰੋਬਲਮ, ਦਿਮਾਗੀ ਪ੍ਰੋਬਲਮ ਪੈ ਸਕਦੀਆਂ। ਫਰਜ਼ ਕਰ ਲਓ ਥਾਇਰੋਇਡ ਫੰਕਸ਼ਨ ਹੈਗਾ, ਤੇ ਜੇ ਥਾਇਰੋਇਡ ਫੰਕਸ਼ਨ ਤੁਹਾਡਾ ਠੀਕ ਨਹੀਂ, ਤਾਂ ਤੁਹਾਡੇ ਦਿਮਾਗ ਤੇ, ਮੈਮਰੀ ਤੇ, ਫੰਕਸ਼ਨ ਤੇ, ਰੀਜ਼ਨ ਤੇ, ਆਹ ਜੋ ਗੱਲਾਂ ਤੁਸੀਂ ਦੱਸੀਆਂ ਨੇ ਸਾਰੀਆਂ ਤੇ ਹੀ ਅਫੈਕਟ ਪੈ ਜਾਂਦਾ। B12 ਵਿਟਾਮਿਨ ਹੈਗਾ, ਫੋਲੇਟ ਵਿਟਾਮਿਨ ਹੈਗਾ। ਫਿਰ ਆਪਾਂ ਦੇਖਾਂਗੇ ਕਿ ਆਇਰਨ ਲੈਵਲ, ਅਨੀਮੀਆ ਵਗੈਰਾ, ਵਿਟਾਮਿਨ ਡੀ। ਸੋ ਇਹ ਇੱਕ ਪੂਰਾ ਅਸੀਂ ਜਿਹੜਾ ਇਨਵੈਸਟੀਗੇਸ਼ਨ ਬਲੱਡ ਟੈਸਟ ਦੁਆਰਾ ਕਰਨੀ ਹੁੰਦੀ ਆ। ਕਈ ਤਰ੍ਹਾਂ ਦੀਆਂ ਚੀਜ਼ਾਂ ਉਹਦੇ ਵਿੱਚ ਚੈੱਕ ਕਰ ਲੈਣੀਆਂ ਹੁੰਦੀਆਂ,
ਤਾਂ ਕਿ ਜਿਹੜੀ ਚੀਜ਼ ਕੋਈ ਇਹੋ ਜਿਹੀ ਹੈ ਜਿਹੜੀ ਅਸੀਂ ਮਤਲਬ ਟਰੀਟ ਕਰ ਸਕਦੇ ਹੋਈਏ ਜਿਹਦੇ ਨਾਲ ਇਹ ਪ੍ਰੋਬਲਮ ਹੱਲ ਹੋ ਜਾਵੇ। ਸੋ ਡਿਮੈਂਸ਼ੀਆ ਨਹੀਂ ਹੁੰਦਾ, ਲੇਕਿਨ ਇਹਨਾਂ ਜਿਹੜੀ ਚੀਜ਼ਾਂ ਜਿੱਦਾਂ ਡਿਫੀਸ਼ੀਐਂਸੀ ਹੋ ਗਈ ਵਿਟਾਮਿਨ ਦੀ, ਜਾਂ ਉਹ ਮਤਲਬ ਆਪਾਂ ਇਹਨੂੰ ਅਸੀਂ ਟਰੀਟੇਬਲ ਕੋਜ਼ ਕਹਿੰਦੇ ਹਾਂ, ਜਿਹਦੇ ਬਾਰੇ ਅਸੀਂ ਕੁਝ ਕਰ ਸਕਦੇ ਹਾਂ। ਦੂਜੀ ਵੱਡੀ ਪ੍ਰੋਬਲਮ ਅਸੀਂ ਇਹ ਅਸੈਸ ਕਰੀਦੀ ਆ ਕਿ ਜਿਸ ਬੰਦੇ ਨੂੰ ਡਿਪਰੈਸ਼ਨ ਹੈਗੀ ਆ ਉਹਨੂੰ ਮੈਮਰੀ ਪ੍ਰੋਬਲਮ ਵੀ ਹੋ ਜਾਂਦੀਆਂ ਨੇ, ਨਾਲੇ ਨਾਲ ਕਨਫਿਊਜ਼ਨ ਵੀ ਹੋ ਜਾਂਦੀ ਹੈ, ਤੇ ਹੋਰ ਵੀ ਇਹੋ ਜਿਹੀਆਂ ਗੱਲਾਂ। ਸੋ ਪਹਿਲੀ ਗੱਲ ਅਸੀਂ ਇਹ ਦੇਖਣਾ ਹੁੰਦਾ ਕਿ ਤੁਹਾਨੂੰ ਡਿਪਰੈਸ਼ਨ ਤਾਂ ਨਹੀਂ ਹੈਗੀ, ਕਿਉਂਕਿ ਡਿਪਰੈਸ਼ਨ ਦੀ ਅਸੀਂ ਟ੍ਰੀਟਮੈਂਟ ਦੇ ਸਕਦੇ ਹਾਂ। ਡਿਪਰੈਸ਼ਨ ਦੀ ਟ੍ਰੀਟਮੈਂਟ ਦਿੱਤੀ ਤੇ ਤੁਹਾਡਾ ਡਿਮੈਂਸ਼ੀਆ ਜਿਹੜਾ ਸੋ ਕੋਲਡ ਡਿਮੈਂਸ਼ੀਆ ਉਹ ਮਤਲਬ ਠੀਕ ਹੋ ਜਾਂਦਾ ਹੈਗਾ। ਸੋ ਇਹ ਫਿਰ ਫਾਈਨਲੀ ਜੇ ਅਸੀਂ ਕਰਨਾ ਹੋਵੇ, ਜਦੋਂ ਮੈਮਰੀ ਕਲੀਨਿਕ ਵਾਲੇ ਕਰਦੇ ਨੇ, ਉਹ ਫਿਰ CT ਸਕੈਨ ਦਿਮਾਗ ਦਾ ਕੀਤਾ ਜਾਂਦਾ, ਦੇਖਣ ਲਈ ਕਿ ਵੀ ਉਹਦੀ ਵੋਲਿਊਮ ਕਿੰਨੀ ਹੈਗੀ ਆ ਤੇ ਕਿੰਨਾ ਉਹ ਸੁੰਗੜ ਗਿਆ ਹੈਗਾ। ਹਾਂਜੀ। ਤੇ ਡਾਕਟਰ ਸਾਹਿਬ ਹੁਣ ਆਪਾਂ, ਕਿਉਂਕਿ ਸਮਾਂ ਸਾਡੇ ਕੋਲ ਬੜੀ ਤੇਜ਼ੀ ਨਾਲ ਅੱਗੇ ਵੱਧ ਜਾਂਦਾ ਹੈ, ਤੇ ਹੁਣ ਦੇਖੀਏ ਕਿ ਇਹਦੀ ਕੀ ਰੋਕਥਾਮ ਕੀਤੀ ਜਾ ਸਕਦੀ ਹੈ, ਕੀ ਇਹਦਾ ਕੋਈ ਇਲਾਜ ਕੋਈ ਸੰਭਵ ਹੈਗਾ? ਤੁਸੀਂ ਕੀ ਕਹਿਣਾ ਚਾਹੁੰਦੇ ਆ? ਹਾਂਜੀ ਮਾਨ ਸਾਹਿਬ, ਪਹਿਲੀ ਗੱਲ ਇਹ ਹੈ ਕਿ ਐਕਚੁਅਲ ਇਲਾਜ ਤੁਸੀਂ ਨਿਊਜ਼ ਵਿੱਚ ਵੀ ਸੁਣਿਆ ਹੋਣਾ, ਪਿੱਛੇ ਜੇ ਵੀ ਇੱਕ ਆਇਆ ਸੀਗਾ, ਕਿਸੇ ਕੰਪਨੀ ਨੇ ਇੱਕ ਦਵਾਈ ਬਣਾਈ ਹੈਗੀ ਆ ਜਿਹੜੀ 20-30% ਫਾਇਦਾ ਕਰਦੀ ਹੈਗੀ ਹੈ, ਐਂਡ ਸੋ ਔਨ। ਸੋ ਐਕਚੁਅਲ ਪੂਰਾ ਇਲਾਜ ਹਜੇ ਕਿਸੇ ਕੋਲ ਨਹੀਂ ਹੈਗਾ। ਕੁਝ ਜਿਹੜੇ ਰਿਸਰਚ ਕਾਫੀ ਕੀਤੀ ਜਾ ਰਹੀ ਹੈ, ਤੇ ਨਵੀਆਂ ਦਵਾਈਆਂ ਆ ਵੀ ਰਹੀਆਂ ਨੇ, ਪਰ ਇਹ ਬੜਾ ਕਿਉਂਕਿ ਇਹ ਐਸਾ ਬਿਮਾਰੀ ਹੈਗੀ ਆ ਸਾਰੀ ਦੁਨੀਆ ਵਿੱਚ, ਇਹਦੇ ਨੰਬਰ ਬਹੁਤ ਵੱਧ ਰਹੇ ਨੇ, ਤੇ ਇਸ ਕਰਕੇ ਕੋਈ ਨਾ ਕੋਈ ਜਿਹੜੀ ਟ੍ਰੀਟਮੈਂਟ ਹੈਗੀ ਆ ਉਹ ਬੜੀ ਜ਼ਰੂਰੀ ਹੈਗੀ ਆ। ਤੇ ਪਰ ਫਿਲਹਾਲ 100% ਆਪਾਂ ਨਹੀਂ ਕਹਿ ਸਕਦੇ ਕਿ ਕੋਈ ਟ੍ਰੀਟਮੈਂਟ ਹੈਗੀ ਆ, ਲੇਕਿਨ ਆਪਾਂ ਕੀ ਕਰ ਸਕਦੇ ਹਾਂ ਇੰਡੀਵਿਜੂਅਲ ਲੈਵਲ ਤੇ? ਪਹਿਲੀ ਗੱਲ ਤਾਂ ਇਹ ਹੈ ਜੀ ਕਿ ਲਾਈਫ ਸਟਾਈਲ ਫੈਕਟਰ ਤੁਸੀਂ ਦੇਖੋ, ਸਮੋਕਿੰਗ ਫਿਰ ਆ ਜਾਂਦੀ ਹੈ, ਸ਼ਰਾਬ ਦੀ ਗੱਲ ਆ ਜਾਂਦੀ ਹੈ, ਫਿਰ ਜਿਹੜਾ ਆਪਣਾ ਖੁਰਾਕ ਹੈਗੀ ਆ, ਅਸੀਂ ਅੱਗੇ ਵੀ ਗੱਲ ਕਰਦੇ ਹਾਂ ਕਿ ਬੈਲੈਂਸਡ ਖੁਰਾਕ ਚਾਹੀਦੀ ਹੈ। ਆਪਾਂ ਜੰਕ ਫੂਡ ਜਿਹੜਾ ਆ ਉਹ ਘੱਟ ਖਾਈਏ, ਪ੍ਰੋਸੈਸ ਫੂਡ ਬਿਲਕੁਲ ਥੋੜਾ ਖਾਈਏ, ਮਤਲਬ ਕਹਿਣ ਦਾ ਹੈਗਾ। ਫਿਰ ਅਸੀਂ ਆਪਣੀ ਜਿਹੜੀ ਬੋਡੀ ਦੀ ਸਿਹਤ ਉਹਦੇ ਬਾਰੇ ਖਿਆਲ ਰੱਖੀਏ, ਸੌਣ ਦੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਐਲਕੋਹਲ ਘੱਟ ਤੋਂ ਘੱਟ ਕੀਤੀ ਜਾਵੇ। ਔਰ ਦੂਜੀ ਗੱਲ ਜਿਹੜੀ ਹੈ, ਰਿਸਰਚ ਇੱਕ ਲੰਮੀ ਰਿਸਰਚ ਨੇ ਸਿੱਧ ਕੀਤਾ ਕਿ ਉਹ ਬੰਦੇ ਵਧੀਆ ਰਹਿੰਦੇ ਨੇ ਜਿਹੜੇ ਸੋਸ਼ਲੀ ਐਕਟਿਵ ਨੇ, ਆਪਣੇ ਯਾਰਾਂ ਦੋਸਤਾਂ ਨੂੰ ਮਿਲਦੇ ਆ, ਫੈਮਿਲੀ ਵਿੱਚ ਰਲ ਕੇ ਬਹਿੰਦੇ ਹੈਗੇ ਆ, ਕ੍ਰੋਧ ਨਹੀਂ ਲਿਆਉਂਦੇ। ਕ੍ਰੋਧ ਲਿਆਉਂਦੇ ਆ ਫਿਰ ਤੁਸੀਂ ਨਾ ਤਾਂ ਯਾਰਾਂ 'ਚ ਬੈਠ ਸਕਦੇ ਆ, ਮਿੱਤਰਾਂ 'ਚ, ਨਾ ਫੈਮਿਲੀ 'ਚ ਬੈਠ ਸਕਦੇ ਆ। ਸੋ ਤੁਸੀਂ ਕ੍ਰੋਧ ਤੇ ਵੀ ਕਾਬੂ ਪਾਓਗੇ, ਤੇ ਜਿਹੜਾ ਇਹ ਸੋਸ਼ਲਾਈਜ਼ਿੰਗ ਐਸਪੈਕਟ ਹੈਗਾ, ਇਹ ਇੱਕ ਬਹੁਤ ਵੱਡੀ ਐਸੀ ਚੀਜ਼ ਹੈਗੀ ਹੈ ਜਿਹੜੀ ਤੁਹਾਨੂੰ ਫਾਇਦਾ ਕਰਦੀ ਹੈ ਡਿਮੈਂਸ਼ੀਆ ਤੋਂ ਰੋਕਣ ਲਈ। ਤੀਸਰੀ ਗੱਲ ਇਹ ਹੈਗੀ ਆ ਕਿ ਵੀ ਕੋਈ ਨਵੀਂ ਚੀਜ਼ ਸਿੱਖਣ ਦੀ ਕੋਸ਼ਿਸ਼ ਕਰੋ। ਫਰਜ਼ ਕਰ ਲਓ ਤੁਸੀਂ ਨਵੀਂ ਬੋਲੀ ਸਿੱਖਣੀ ਆ ਕੋਈ, ਜਾਂ ਤੁਸੀਂ ਕੋਈ ਮਿਊਜ਼ਿਕ ਦਾ ਕੁਝ ਸਿੱਖਣਾ ਹੈਗਾ, ਜਾਂ ਪੜ੍ਹਨੇ ਦਾ ਸਿੱਖਣਾ, ਜਾਂ ਲਿਖਣੇ ਦਾ ਕਰਨਾ, ਜਾਂ ਪੇਂਟਿੰਗ ਦਾ ਕਰਨਾ। ਕੋਈ ਵੀ ਚੀਜ਼ ਐਸੀ ਨਵੀਂ ਸ਼ੁਰੂ ਕਰੋ ਜਿਹੜਾ ਤੁਹਾਡੇ ਦਿਮਾਗ ਨੂੰ ਚਾਲੂ ਰੱਖੇ, ਦਿਮਾਗ ਦੀ ਵੀ ਐਕਸਰਸਾਈਜ਼ ਹੁੰਦੀ ਰਵੇ। ਆਪਾਂ ਸਰੀਰ ਦੀ ਐਕਸਰਸਾਈਜ਼ ਦੀ ਗੱਲ ਵੀ ਅੱਗੇ ਪ੍ਰੋਗਰਾਮਾਂ 'ਚ ਕੀਤੀ ਹੈਗੀ ਆ, ਤੇ ਇਹ ਨਾਲੇ ਨਾਲ ਇਹ ਦਿਮਾਗ ਦੀ ਐਕਸਰਸਾਈਜ਼ ਬਹੁਤ ਜ਼ਰੂਰੀ ਹੈਗੀ ਆ। ਸੋ ਇਹ ਇੱਕ ਦੋ ਗੱਲਾਂ ਹੈਗੀਆਂ ਜਿਹੜਾ ਸਾਨੂੰ ਸਾਰਿਆਂ ਨੂੰ ਕਰ ਲੈਣਾ ਚਾਹੀਦਾ। ਹਾਂਜੀ ਠੀਕ ਹੈ ਡਾਕਟਰ ਸਾਹਿਬ, ਮੇਰੇ ਖਿਆਲ ਅੱਜ ਅਸੀਂ ਕਾਫੀ ਇਸ ਬਿਮਾਰੀ ਬਾਰੇ ਗੱਲ ਕੀਤੀ ਹੈ, ਤੇ ਆਉਣ ਵਾਲੇ ਪ੍ਰੋਗਰਾਮ ਦੇ ਵਿੱਚ ਤੁਸੀਂ ਇੱਕ ਡਿਪਰੈਸ਼ਨ ਦੀ ਗੱਲ ਕੀਤੀ ਹੈ। ਅਸੀਂ ਮੇਰੇ ਖਿਆਲ ਦੇ ਵਿੱਚ ਡਿਪਰੈਸ਼ਨ ਵੀ ਇੱਕ ਬਹੁਤ ਗੰਭੀਰ ਵਿਸ਼ਾ ਹੈਗਾ। ਸਾਰੀਆਂ ਕਮਿਊਨਿਟੀ ਵਿੱਚ ਅਸੀਂ ਗੱਲ ਕਰਦੇ ਹਾਂ, ਸਾਡੇ ਪੰਜਾਬੀ ਕਮਿਊਨਿਟੀ ਵਿੱਚ ਵੀ ਕਾਫੀ ਹੋ ਸਕਦਾ, ਆਪਾਂ ਉਹਦੇ ਬਾਰੇ ਵੀ ਆਉਣ ਵਾਲੇ ਸਮੇਂ 'ਚ ਗੱਲ ਕਰਾਂਗੇ। ਅੱਜ ਆਪ ਜੀ ਤੋਂ ਇੱਥੇ ਹੀ ਆਗਿਆ ਚਾਹੁੰਦੇ ਹਾਂ ਜੀ। ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇਹ ਸਨ ਡਾਕਟਰ ਮਹਿੰਦਰ ਗਿੱਲ ਜੀ, ਤੇ ਹੋ ਸਕਦਾ ਕੁਝ ਉਹਨਾਂ ਦੇ ਮਨ ਦੇ ਵਿੱਚ ਗੱਲਾਂ ਰਹਿ ਵੀ ਗਈਆਂ ਹੋਣਗੀਆਂ, ਤੇ ਅਸੀਂ ਆਉਣ ਵਾਲੇ ਪ੍ਰੋਗਰਾਮ ਦੇ ਵਿੱਚ ਉਹਨਾਂ ਨੂੰ ਸ਼ਾਮਲ ਕਰਨ ਦੀ ਕੋਸ਼ਿਸ਼ ਕਰਾਂਗੇ। ਔਰ ਜਿਵੇਂ ਕਿ ਕਿਹਾ ਕਿ ਅਕਲਤਾ ਜਿਹੜੀ ਹੈਗੀ ਆ ਉਹ ਇਸ ਬਿਮਾਰੀ ਦੇ ਵਿੱਚ ਕਾਫੀ ਅਸਰ ਪਾਉਂਦੀ ਹੋਵੇਗੀ, ਕਿ ਜਿਵੇਂ ਕਿਹਾ ਕਿ ਤੁਹਾਨੂੰ ਬਾਹਰ ਨਿਕਲ ਕੇ ਦੋਸਤਾਂ ਮਿੱਤਰਾਂ ਦੇ ਨਾਲ ਘੁੰਮਣਾ ਫਿਰਨਾ, ਮਿਲਣਾ ਗਿਲਣਾ, ਹੁੱਲੇ ਜਾਣਾ ਚਾਹੀਦਾ ਹੈ, ਜਿਹਦੇ ਵਿੱਚ ਤੁਹਾਡਾ ਮਨ, ਤੁਹਾਡੀਆਂ ਜਿਹੜੀਆਂ ਉਸਾਰੂ ਰੁਚੀਆਂ ਨੇ ਉਹਨਾਂ ਦੇ ਵਿੱਚ ਤੁਹਾਡਾ ਮਨ ਜਿਹੜਾ ਹੈ ਸਮੋ ਜਾਵੇ, ਤਾਂ ਕਿ ਤੁਸੀਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਖੁਸ਼ ਮਹਿਸੂਸ ਕਰ ਸਕੋ। ਤੇ ਦੂਜੇ ਪਾਸੇ ਮੈਨੂੰ ਲੱਗਦਾ ਥੋੜੀ ਜਿਹੀ ਰਾਜਨੀਤੀ ਦੀ ਗੱਲ ਕਰਦਾ ਕਿ ਜਿਹੜੇ ਪੰਜਾਬ ਦੇ ਜਾਂ ਭਾਰਤ ਦੇ ਲੀਡਰ ਹੈਗੇ, ਉਹਨਾਂ ਨੂੰ ਕਦੇ ਡਿਮੈਂਸ਼ੀਆ ਨਹੀਂ ਹੁੰਦਾ ਹੋਣਾ ਮੇਰੇ ਖਿਆਲ ਦੇ ਵਿੱਚ। ਉਹ ਆਪਣੀ ਵਿਰੋਧੀ ਪਾਰਟੀ ਦੇ ਹਰੇਕ ਗੱਲ ਚੇਤੇ ਰੱਖਦੇ ਆ, ਭਾਵੇਂ ਉਹਨਾਂ ਦੇ ਪੋਤਿਆਂ ਪੜੋਤਿਆਂ ਤੱਕ ਨਾ ਜਾਣਾ ਪਵੇ ਉਹਨਾਂ ਨੂੰ। ਸੋ ਉਹਨਾਂ ਨੂੰ ਡਿਮੈਂਸ਼ੀਆ ਦੇ ਮੇਰੇ ਖਿਆਲ ਘੱਟ ਚਾਂਸ ਹੁੰਦੇ ਹੋਣੇ ਆ, ਜਿਹੜੇ ਪੰਜਾਬ ਦੇ ਜਾਂ ਭਾਰਤ ਦੇ ਜਿਹੜੇ ਲੀਡਰ ਨੇ ਜਾਂ ਰਾਜਨੀਤਿਕ ਲੋਕ ਨੇ। ਤੇ ਆਓ ਹੁਣ ਰਾਜਨੀਤੀ ਦੀ ਗੱਲ ਕਰਦੇ ਆ।
ਸਾਡੇ ਬਹੁਤ ਹੀ ਸਤਿਕਾਰਯੋਗ ਸਰਦੂਲ ਸਿੰਘ ਜੀ ਮਾਰਵਾ, ਜਿਹੜੇ ਕਿ ਬਰਤਾਨਵੀ ਰਾਜਨੀਤੀ ਦੇ ਵਿੱਚ ਬੜੇ ਲੰਮੇ ਸਮੇਂ ਤੋਂ ਜੁੜੇ ਹੋਏ ਨੇ। ਉਹਨਾਂ ਦੇ ਤਜਰਬੇ ਵੀ ਅਸੀਂ ਤੁਹਾਡੇ ਨਾਲ ਪਿਛਲੇ ਸਮੇਂ ਸਾਂਝੇ ਕਰਦੇ ਆ ਰਹੇ ਹਾਂ। ਤੇ ਉਹਨਾਂ ਨੇ 1982 ਦੇ ਵਿੱਚ ਜਦੋਂ ਬਰਤਾਨੀਆ ਦੀ ਰਾਜਨੀਤੀ ਦੇ ਵਿੱਚ ਪੈਰ ਰੱਖਿਆ ਤੇ ਪਹਿਲੀ ਵਾਰੀ ਉਹ ਕਾਉਂਸਲਰ ਚੁਣੇ ਗਏ। ਅਸੀਂ ਦੇਖਦੇ ਹਾਂ ਕਿ ਅੱਜ ਤੋਂ ਜੇ ਆਪਾਂ ਹਿਸਾਬ ਲਾ ਲਈਏ 40 ਸਾਲ ਪਹਿਲਾਂ ਦੀ ਗੱਲ ਕਰੀਏ, 4 ਦਹਾਕੇ ਪਹਿਲਾਂ ਦੀ ਗੱਲ ਕਰਦੇ ਹਾਂ, ਤੇ ਉਹਨਾਂ ਨੇ ਉਦੋਂ ਕੀ ਸੀ, ਹੁਣ ਕੀ ਬਦਲਾਵ ਆਏ ਨੇ, ਆਓ ਅਸੀਂ ਜੁੜਦੇ ਹਾਂ। ਸਵਾਗਤ ਕਰਦੇ ਹਾਂ, ਫਤਿਹ ਬੁਲਾਉਂਦੇ ਹਾਂ ਸਰਦੂਲ ਸਿੰਘ ਜੀ ਮਾਰਵਾ ਜੀ ਨੂੰ। ਸਰਦੂਲ ਸਿੰਘ ਮਾਰਵਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਅਸੀਂ ਗੱਲ, ਚਲੋ ਅਸੀਂ ਡਾਇਮੈਂਸ਼ੀਆ ਬਾਰੇ ਵੀ ਗੱਲ ਕਰਦੇ ਸੀਗੇ ਤੇ ਰਾਜਨੀਤੀ ਬਾਰੇ ਵੀ ਗੱਲ ਕਰਦੇ ਸੀਗੇ। ਤੁਹਾਨੂੰ ਜੋ ਅਸੀਂ ਜਿੱਥੋਂ ਪਿੱਛੇ ਛੱਡਿਆ ਸੀ ਪ੍ਰੋਗਰਾਮ, ਪਤਾ ਤੁਸੀਂ ਛੁੱਟੀਆਂ ਜਾ ਕੇ ਆਏ ਆ, ਇਸ ਕਰਕੇ ਥੋੜੀ ਬ੍ਰੇਕ ਹੋ ਗਈ ਸੀ। ਤੇ ਆਪਾਂ ਗੱਲ ਕਰ ਰਹੇ ਸੀ, ਤੁਸੀਂ ਜਦੋਂ 82 ਦੇ ਵਿੱਚ ਇਲੈਕਸ਼ਨ ਜਿੱਤੀ ਤੇ ਉਸ ਤੋਂ ਪਹਿਲਾਂ ਦਾ ਮਾਹੌਲ ਕਿਹੋ ਜਿਹਾ ਸੀ, ਥੋੜੇ ਮਿੰਟਾਂ ਦੇ ਵਿੱਚ ਉਹਦੀ ਥੋੜੀ ਭੂਮਿਕਾ ਬਣਾਉਣੀ ਚਾਹੋ ਤਾਂ ਜੀ ਆਇਆਂ ਨੂੰ। ਬਹੁਤ ਬਹੁਤ ਧੰਨਵਾਦ। ਤੁਹਾਡੀ ਜਿਹੜੀ ਡਿਮੈਂਸ਼ੀਆ ਦੀ ਜਿਹੜੀ ਗੱਲ ਸੀਗੀ, ਆਖਰੀ ਲਾਈਨ ਮੈਨੂੰ ਬੜੀ ਵਧੀਆ ਲੱਗੀ ਪਈ। ਪੰਜਾਬ ਦੇ ਸ਼ਾਇਦ ਪੋਲੀਟੀਸ਼ੀਅਨ ਨੂੰ ਨਹੀਂ ਹੁੰਦਾ ਹੋਵੇਗਾ, ਕਿਉਂਕਿ ਉਹਨਾਂ ਦਾ ਜਿਹੜਾ ਦਿਮਾਗ ਉਹ ਹਰ ਵੇਲੇ ਚਾਲੂ ਹੀ ਰਹਿੰਦਾ। ਖੈਰ, ਜਿਹੜੀ ਤੁਸੀਂ ਗੱਲ ਕਰ ਰਹੇ ਆ, ਇਹ ਸਮਾਂ ਜਿਹੜਾ ਆਪਣੇ ਯੂਕੇ ਦਾ ਸੀਗਾ 70ਵਿਆਂ ਦਾ ਜਾਂ 60ਵਿਆਂ ਦਾ, ਤੇ ਉਸ ਤੋਂ ਬਾਅਦ 80ਵਿਆਂ ਦੇ ਵਿੱਚ, ਕਿਉਂਕਿ ਜਦੋਂ ਗੱਲ ਆਈ ਹੈ ਆਪਣੇ ਲੋਕਾਂ ਦੀ, ਜਿਹੜੀ ਮੈਂ ਪਿੱਛੇ ਵਿੱਚ ਗੱਲ ਕਰ ਚੁੱਕਾ, ਇਹ ਸੋਚ ਹੁੰਦੀ ਸੀ ਵੀ ਅਸੀਂ ਵੋਟ ਪਾਉਣੀ ਕਿਹਨੂੰ ਆ। ਤੇ ਬੜੀਆਂ ਇਹੋ ਜਿਹੀਆਂ ਸਰਗਰਮੀਆਂ ਸੀਗੀਆਂ ਤੇ ਲੋਕਾਂ ਦਾ ਇਹ ਹੁੰਦਾ ਸੀ ਕਿ ਭਈ ਸਾਡਾ ਭਾਰਤ ਜਿਹੜਾ ਉਹ ਉਸ ਵੇਲੇ ਲੇਬਰ ਦੀ ਗੌਰਮੈਂਟ ਸੀ, ਉਹਦੇ ਕਰਕੇ ਆਜ਼ਾਦ ਹੋਇਆ ਵੀ ਅਸੀਂ ਸਿਰਫ ਇੱਥੇ ਕਾਮੇ ਹੀ ਹਾਂ, ਕਾਮਿਆਂ ਕਰਕੇ ਅਸੀਂ ਲੇਬਰ ਨੂੰ ਹੀ ਸਪੋਰਟ ਕਰਨੀ ਹੈ। ਸੋ ਇਹੋ ਜਿਹੀਆਂ ਗੱਲਾਂ ਜਿਹੜੀਆਂ ਸਰਗਰਮੀਆਂ ਚੱਲਦੀਆਂ ਰਹਿੰਦੀਆਂ ਸਨ। ਤੇ ਫਿਰ ਉਸ ਤੋਂ ਬਾਅਦ ਜਿਹੜੀ ਗੱਲ ਸ਼ਿੰਦਰਪਾਲ ਜੀ ਆਈ ਹੈ ਵੀ ਭਾਵੇਂ ਵੋਟ ਦਾ ਤਾਂ ਸੋਚ ਵਿਚਾਰ ਇਹੋ ਜਿਹੇ ਸੀ, ਕੁਛ ਜਿਹੜੇ ਖੱਬੇ ਪੱਖੀ ਮੈਂ ਕਹਾਂਗਾ ਕਾਮਰਸ ਖਿਆਲਾਂ ਦੇ ਜਿਹੜੇ ਆਪਣੇ ਬੰਦੇ ਸੀ, ਜਿਨ੍ਹਾਂ ਨੇ ਇੰਡੀਅਨ ਵਰਕਰਸ ਐਸੋਸੀਏਸ਼ਨ ਬਣਾਈ, ਤੇ ਉਹਨਾਂ ਦਾ ਖਿਆਲ ਤਾਂ ਇਹ ਸੀਗਾ ਹੀ ਕਿ ਉਹ ਲੇਬਰ ਦੇ, ਉਹ ਵੀ ਪੂਰੇ ਸਪੋਰਟਰ ਨਹੀਂ ਸੀ, ਪਰ ਉਹ ਲੇਬਰ ਦੇ ਥੋੜ੍ਹੇ ਜਿਹਾ ਕਲੋਜ਼ ਸੀਗੇ ਕਿ ਉਹ ਇੱਧਰਲੇ ਪਾਸੇ ਨੂੰ ਆ ਕੇ ਲੋਕਾਂ ਨੂੰ ਇਹ ਗੱਲ ਕਰਦੇ ਸੀ। ਪਰ ਅਫਸੋਸ ਇਹ ਸੀਗਾ ਵੀ ਬਹੁਤੇ ਮੋਹਰੇ ਹੋ ਕੇ ਪੋਲੀਟਿਕਸ ਦੇ ਵਿੱਚ ਆਉਣ ਲਈ ਜਾਂ ਪੋਲੀਟੀਕਲ ਪਾਰਟੀ ਨੂੰ ਜੁਆਇਨ ਕਰਨ ਦੇ ਲਈ ਬਹੁਤ ਲੋਕ ਘੱਟ ਸਨ। ਤੇ ਉਸ ਦਰਮਿਆਨ ਸਾਊਥ ਹਾਲ ਦੇ ਵਿੱਚ ਥੋੜ੍ਹੇ ਬਹੁਤੇ ਲੋਕ ਇੱਧਰਲੇ ਪਾਸੇ ਨੂੰ ਜੁਆਇਨ ਹੋਣੇ ਲੱਗੇ, ਤੇ ਮੈਂ 70ਵਿਆਂ ਦੇ ਵਿੱਚ ਵੀ ਜੁਆਇਨ ਹੋਇਆ। ਤੇ ਇਹ ਜਿਹੜੀ ਤਸਵੀਰ ਦੇਖ ਰਹੇ ਹੈ ਤੇ ਥੋੜ੍ਹੀ ਜਿਹੀ ਧੁੰਦਲੀ, ਇਹ 1982 ਦੀ ਤਸਵੀਰ ਹੈ, ਜਦੋਂ ਮੈਂ ਪਹਿਲੀ ਵਾਰੀ ਬਰਮਿੰਘਮ ਸ਼ਹਿਰ ਦਾ ਕਾਉਂਸਲਰ ਇਲੈਕਟ ਹੋਇਆ ਸੀਗਾ। ਇਹ ਉਸ ਵੇਲੇ ਦੀ ਤਸਵੀਰ ਹੈ। ਤੇ ਮੇਰੇ ਨਾਲ ਕਲਾਈਵ ਵਿਲਕਿਨਸਨ, ਜਿਹੜਾ ਉਸ ਵੇਲੇ ਕਾਉਂਸਲ ਦਾ ਲੀਡਰ ਸੀਗਾ, ਇਹ ਉਸ ਦੇ ਨਾਲ ਹੈਗੀ। ਉਸ ਵੇਲੇ ਮੈਨੂੰ ਉਹਨੇ ਆ ਕੇ ਜਦੋਂ ਵਧਾਈ ਦਿੱਤੀ ਹੈਗੀ ਆ। ਸੋ ਉਹ ਜਿਹੜਾ ਸਮਾਂ ਸੀਗਾ, ਉਹ ਵੀ ਇੱਕ ਲਰਨਿੰਗ ਸਮਾਂ ਸੀ, ਉਹ ਸਿੱਖਣ ਦਾ ਸਮਾਂ ਸੀਗਾ। ਤੇ ਪੋਲੀਟਿਕਸ ਦੇ ਵਿੱਚ ਅਸੀਂ ਪੈਰ ਤਾਂ ਜ਼ਰੂਰ ਧਰ ਦਿੱਤਾ, ਪਰ ਪੋਲੀਟਿਕਸ ਹੈ ਕੀ। ਤੇ ਇਸ ਦੇ ਨਾਲ ਮੈਂ ਜਾਂਦੇ ਜਾਂਦੇ ਕਹਿ ਜਾਵਾਂ, ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਹੈ, ਇਹ ਹੈਗੀ ਇਹ ਗੱਲ ਥੋੜ੍ਹੀ ਅੱਗੇ ਜਾ ਕੇ, ਇਹ ਤਕਰੀਬਨ 84-85 ਦੀ ਇਹ ਤਸਵੀਰ ਹੈਗੀ, ਜਦੋਂ ਹੈਂਡਸਵਰਥ ਦੇ ਵਿੱਚ ਦੰਗੇ ਫਸਾਦ ਹੋਏ, ਜਦੋਂ ਅੱਗਾਂ ਲੱਗੀਆਂ। ਇਹਦੇ ਬਾਰੇ ਅੱਗੇ ਜਾ ਕੇ ਮੈਂ ਵਿਚਾਰ ਦੱਸਾਂਗਾ ਵੀ ਜੋ ਕੀ ਕੁਝ ਹੋਇਆ। ਇਹ ਹੋ ਗਿਆ ਸੀਗਾ ਵੀ ਇੱਧਰ ਨੂੰ ਥੋੜਾ ਧੜਾ ਦੇ ਲੋਕ ਹੋ ਗਿਆ ਵੀ ਮੈਂਬਰ ਬਣ ਜਾਈਏ, ਵੀ ਅਸੀਂ ਵੀ ਕਾਉਂਸਲਰ ਬਣਨਾ। ਤੇ ਮੈਂ ਮਾਫ ਕਰਨਾ, ਇੱਕ ਗੱਲ ਜਾਣੀ ਜ਼ਰੂਰੀ ਕਹਾਂਗਾ ਵੀ ਬਣ ਕਈ ਗਏ ਸ਼ਹਿਰਾਂ ਦੇ ਵਿੱਚ, ਪਰ ਇਹ ਹੈਗਾ ਸੀਗਾ ਵੀ ਇੱਥੋਂ ਦੀ ਪੋਲੀਟਿਕਸ ਦੀ ਪਾਲਿਸੀ ਨੂੰ ਸਮਝਣ ਦੇ ਲਈ, ਇੱਥੋਂ ਦੀ ਪੋਲੀਟਿਕਸ ਦੇ ਵਿੱਚ ਹੋ ਕੀ ਰਿਹਾ ਹੈਗਾ, ਉਧਰਲੇ ਪਾਸੇ ਨੂੰ ਬਹੁਤ ਧਿਆਨ ਘੱਟ ਸੀਗਾ। ਪਰ ਇਹੀ ਸੀ ਵੀ ਜੇ ਮੈਂਬਰ ਬਣਾ ਲਓ ਜੀ ਧੜਾ ਵੀ ਮੈਂ ਵੀ ਕਾਉਂਸਲਰ ਬਣ ਜਾਵਾਂ। ਸੋ ਇਹੋ ਜਿਹਾ ਹੱਲੇ ਵੀ ਕੁਛ ਕਿਤੇ ਕਿਤੇ ਚੱਲਦਾ ਹੈਗਾ, ਪਰ ਮੇਰੇ ਖਿਆਲ ਬਹੁਤਾ ਨਹੀਂ ਹੈ। ਪਰ ਜਿਹੜੀ ਆਪਣੇ ਲੋਕਾਂ ਦੀ ਜਿਹੜੀ ਗੱਲ ਸੀਗੀ, ਉਹ ਹੱਲੇ ਵੀ, ਇਹ ਸ਼ਿੰਦਰਪਾਲ ਜੀ ਮੈਂ ਕਹਾਂ ਇੰਨੇ ਸਾਲਾਂ ਤੋਂ ਬਾਅਦ ਵੀ, ਜਿਹੜੀ ਸਾਡੇ ਲੋਕਾਂ ਨੂੰ, ਚਾਹੇ ਉਹ ਹੈਲਥ ਸਰਵਿਸ ਹੈ, ਚਾਹੇ ਉਹ ਐਜੂਕੇਸ਼ਨ ਸਰਵਿਸ ਹੈ, ਚਾਹੇ ਉਹ ਹਾਊਸਿੰਗ ਹੈ, ਚਾਹੇ ਇਨਵਾਇਰਮੈਂਟ ਹੈ, ਉਹਨਾਂ ਦੇ ਲਈ ਉਹਨਾਂ ਨੂੰ ਕੀ ਸਹੂਲਤਾਂ ਹਨ ਜਾਂ ਕੀ ਸਹੂਲਤਾਂ ਲੈ ਸਕਦੇ ਹਨ, ਉਹਦੇ ਦੇ ਬਾਰੇ ਬਹੁਤ ਜਾਣਕਾਰੀ ਹੱਲੇ ਵੀ ਬਹੁਤ ਘੱਟ ਹੈਗੀ ਹੈ। ਸੋ ਇਹ ਚੀਜ਼ਾਂ ਹੈਗੀਆਂ। ਕਾਉਂਸਲਰ ਬਣ ਜਾਣਾ ਜਾਂ MP ਬਣ ਜਾਣਾ ਜਾਂ ਹੋਰ ਕਿਸੇ ਵੀ ਅਦਾਰੇ ਦੇ ਵਿੱਚ ਚਲੇ ਜਾਣਾ, ਉਹ ਜਾਣੀ ਇੰਨੀ ਮਹੱਤਤਾ ਨਹੀਂ ਰੱਖਦਾ, ਕਿਉਂਕਿ ਇਹਦੀ ਜਾਣਕਾਰੀ ਬਹੁਤ ਜਿਹੜੀ ਜ਼ਰੂਰੀ ਹੈਗੀ ਆ। ਇਹ ਗੱਲਾਂ ਜਿਹੜੀਆਂ ਮੈਂ ਤਾਂ ਇਸ ਕਰਕੇ ਦੱਸ ਰਿਹਾ ਹੈਗਾ, ਹੁਣ ਆਉਣ ਵਾਲੇ ਜਿਹੜੇ ਨੌਜਵਾਨ ਹੈਗੇ ਆ, ਜਿਹੜੇ ਪੜ੍ਹੇ ਲਿਖੇ ਹੈਗੇ ਆ, ਉਹ ਇਸ ਪਾਸੇ ਨੂੰ ਥੋੜਾ ਆ ਰਹੇ ਆ, ਹੱਲੇ ਬਹੁਤਾ ਨਹੀਂ ਆ ਰਹੇ।
ਜਿੰਨਾ ਸਾਨੂੰ ਚਾਹੀਦਾ ਹੈਗਾ, ਕਿਉਂਕਿ ਸਾਡੀ ਜਿਹੜੀ ਪਰਸੈਂਟੇਜ ਹੈ ਉਹਦੇ ਹਿਸਾਬ ਦੇ ਨਾਲ ਸਾਡੀ ਰੈਪਰੈਜ਼ੈਂਟੇਸ਼ਨ ਜਿਹੜੀ ਹੈਗੀ ਆ ਉਹ ਬਹੁਤ ਘੱਟ ਹੈਗੀ ਆ। ਉਹਦੇ ਮੁਤਾਬਕ ਜਿਹੜਾ ਹੈਗਾ ਤੇ ਉਹ ਚੀਜ਼ ਹੈਗੀ ਆ। ਹੁਣ ਤੁਸੀਂ ਦੇਖ ਰਹੇ ਹੋ ਕਿ ਇਹ ਜਦੋਂ ਮੈਂ 82 ਦੇ ਵਿੱਚ ਬਣ ਗਿਆ ਤੇ ਇੱਕਦਮ ਮੈਂ ਜਦੋਂ ਇਹ ਪਾਲਿਸੀਆਂ ਪੜ੍ਹਨ ਲੱਗਾ ਤੇ ਸ਼ਹਿਰ ਦੇ ਵਿੱਚ ਜਾਂ ਇੰਗਲੈਂਡ ਦੇ ਵਿੱਚ ਰੇਸਿਜ਼ਮ ਦੀ ਬੜੀ ਗੱਲ ਚੱਲ ਰਹੀ ਸੀ। ਇਹ ਇੱਕ ਨਵੀਂ ਕਮੇਟੀ ਬਣਾਈ ਗਈ ਸੀਗੀ ਬਰਮਿੰਘਮ ਦੇ ਵਿੱਚ। ਪਹਿਲਾਂ ਸਾਰੀ ਇੰਗਲੈਂਡ ਦੇ ਵਿੱਚ ਮੇਰਾ ਖਿਆਲ ਸਿਰਫ ਲੰਡਨ ਦੇ ਵਿੱਚ ਜਿਹੜੀ ਸੀਗੀ ਗ੍ਰੇਟਰ ਕਾਉਂਸਲ, ਜਿਹਦਾ ਆਪਣੇ ਉਸ ਵੇਲੇ ਸੀਗਾ ਜਿਹਨੂੰ ਰੈਡ ਖੈਨ ਕਹਿੰਦੇ ਸੀਗੇ, ਉਹ ਉਹਦਾ ਚੇਅਰਮੈਨ ਸੀ, ਉਹਨੂੰ ਜਾ ਕੇ ਵੀ ਮਿਲੇ। ਤੇ ਇਹ ਫਿਰ ਬਰਮਿੰਘਮ ਦੇ ਵਿੱਚ ਪਹਿਲੀ ਇਹ ਕਮੇਟੀ ਬਣਾਈ ਗਈ। ਇਸ ਕਮੇਟੀ ਦਾ ਮੈਨੂੰ ਚੇਅਰਮੈਨ ਥਾਪਿਆ ਗਿਆ ਵਿਦਨ 12 ਮਹੀਨੇ ਦੇ ਵਿੱਚ ਹੀ। ਤੇ ਇਹ ਕਮੇਟੀ ਦੇ ਜਿਹੜੇ ਫਿਰ ਕੰਮ ਹੋਏ ਹੈਗੇ ਆ, ਇਹ ਮੈਂ ਵਿਸਥਾਰ ਦੇ ਵਿੱਚ ਤਾਂ ਨਹੀਂ, ਪਰ ਇਹਦੀ ਮੈਂ ਇੱਕ ਅਚੀਵਮੈਂਟ ਇਹ ਕਹਾਂਗਾ ਕਿ ਹਰ ਚੀਫ ਐਗਜ਼ੈਕਟਿਵ ਔਰ ਲੀਡਰ ਦੇ ਥਰੂ ਬਰਮਿੰਘਮ ਦੇ ਵਿੱਚ ਇਹ ਗੱਲ ਕਹੀ ਗਈ ਸੀਗੀ ਕਿ ਜਿਹੜੀ ਵੀ ਰਿਪੋਰਟ ਕੋਈ ਵੀ ਚੀਫ ਆਫਿਸਰ ਲਿਖਦਾ ਹੈਗਾ, what is the implication onto the ethnic minorities or equal opportunities, ਉਹ ਪੈਰਾਗ੍ਰਾਫ ਹਰੇਕ ਰਿਪੋਰਟ ਦੇ ਹੇਠਾਂ ਉਹ ਲਿਖਿਆ ਜਾਵੇ। ਸੋ ਉਹ ਰਿਪੋਰਟ ਜਿਹੜੀ ਹੈਗੀ ਆ ਉਹ ਇਸ ਤਰੀਕੇ ਨਾਲ ਲਈ ਜਾਵੇ। ਇਹ ਇੱਕ ਬਹੁਤ ਵੱਡੀ ਅਚੀਵਮੈਂਟ ਸੀ। ਤੇ ਦੂਸਰੀ ਅਚੀਵਮੈਂਟ ਇਹ ਸੀ ਕਿ ਅਸੀਂ ਹਰ ਕਮਿਊਨਿਟੀ ਨੂੰ, ਕਾਲੇ, ਮੁਸਲਿਮ, ਸਿੱਖ, ਹਿੰਦੂ, ਸਾਰੇ ਇੱਕ ਬਹੁਤ ਵੱਡੀ ਕਾਨਫਰੰਸ ਕੀਤੀ ਸੀ ਜਿਹੜੀ ਮੈਂ ਚੇਅਰਮੈਨ ਸੀਗਾ। ਉਹਦੇ ਵਿੱਚ ਸੀਗਾ ਵੀ ਇਹ ਆਪਸ ਵਿੱਚ ਹੀ ਨਾ ਲੜੀਏ, ਅਸੀਂ ਐਥਨਿਕ ਮਾਈਨੋਰਿਟੀ ਜਿਹੜੇ ਇਕੱਠੇ ਹੋ ਕੇ ਜਿਹੜੀਆਂ ਸਰਵਿਸਿਜ਼ ਹੈਗੀਆਂ ਉਹਨਾਂ ਦੇ ਵੱਲ ਧਿਆਨ ਦੇਣ ਦੀ ਕੋਸ਼ਿਸ਼ ਕਰੀਏ। ਇਹ ਕੁਛ ਉਹਨੇ ਸਮਝਦੇ ਸੀ। ਜਿਹੜੀ ਉਹ ਫੋਟੋ ਤੁਸੀਂ ਦਿਖਾਈ ਹੈ, ਜਦੋਂ ਇਸੇ ਹੀ ਗੱਲਾਂ ਨੂੰ ਲੈ ਕੇ ਹੈਂਡਸਵਰਥ ਦੇ ਵਿੱਚ ਅਨਰੈਸਟ ਹੋਇਆ ਸੀਗਾ, ਉਹਦੇ ਵਿੱਚ ਤਕਰੀਬਨ ਬਹੁਤ ਸਾਰੀਆਂ ਅੱਗਾਂ ਲੱਗੀਆਂ ਸੀਆਂ। ਉਸ ਵੇਲੇ ਮੈਂ ਇਸ ਕਮੇਟੀ ਦਾ ਚੇਅਰਮੈਨ ਸੀ ਤੇ ਇਹ ਮੌਕੇ ਦੇ ਉੱਤੇ ਜਾ ਕੇ, ਇਹ ਉਸ ਵੇਲੇ ਦੀ ਤਸਵੀਰ ਹੈ, ਉੱਥੇ ਜਾ ਕੇ ਦੇਖਿਆ। ਉਸ ਵੇਲੇ ਟੈਲੀਵਿਜ਼ਨ, ਨੈਸ਼ਨਲ ਟੈਲੀਵਿਜ਼ਨ, ਲੋਕਲ ਟੈਲੀਵਿਜ਼ਨ ਦੇ ਉੱਤੇ ਬਹੁਤ ਵਾਰੀ ਮੈਨੂੰ ਸੱਦਾ ਦਿੱਤਾ ਗਿਆ ਸੀ ਵੀ ਇਹਦੇ ਬਾਰੇ ਹੋਰ ਕੀ ਹੋਣਾ ਚਾਹੀਦਾ ਹੈਗਾ। ਉਹ ਮੈਂ ਥੋੜ੍ਹਾ ਜਿਹਾ ਅੱਗੇ ਜਾ ਕੇ ਦੱਸਾਂਗਾ। ਜੀ, ਜੇ ਤੁਸੀਂ ਮੈਨੂੰ ਸਮਾਂ ਦਿਓ ਤੇ ਮੈਂ ਇੱਕ ਲਾਈਨ ਪੜ੍ਹ ਕੇ ਦੱਸਾਂ ਆਪਣੇ ਦਰਸ਼ਕਾਂ ਨੂੰ। ਇਹ ਜਿਹੜਾ ਗਰੁੱਪ ਜਿਹਦੀ ਮਾਰਵਾ ਜੀ ਨੇ ਗੱਲ ਕੀਤੀ ਆ, ਅਸੀਂ ਅਖਬਾਰ ਦੀ ਖਬਰ ਵੀ ਦਿਖਾਈ ਆ ਕਿ ਦ ਗਰੁੱਪ ਕੋਲਡ Birmingham Advisory Liaison Committee ਸੀਗੀ, is one of the first of its kind in the country। ਤੇ ਉਹਨਾਂ ਨੇ ਜਿਹੜੀ ਪਹਿਲਾ ਮੀਟਿੰਗ ਰੱਖੀ ਆ ਡਿਗਬੈਥ ਸਿਵਿਕ ਹਾਲ ਦੇ ਵਿੱਚ, ਜਿਹਦੇ ਵਿੱਚ 600 ਤੋਂ ਜ਼ਿਆਦਾ ਜਿਹੜੇ ਰਿਲੀਜੀਅਸ ਆਰਗੇਨਾਈਜੇਸ਼ਨ ਸੀਗੀਆਂ ਜਾਂ ਵੋਲੰਟੀਅਰ ਆਰਗੇਨਾਈਜੇਸ਼ਨ ਸੀਗੀਆਂ, ਉਹਨਾਂ ਨੂੰ ਸੱਦਾ ਦਿੱਤਾ, ਜਿਸ ਦੇ ਵਿੱਚ ਚਾਈਨੀਜ਼, ਵੀਟਨਾਮੀਜ਼ ਐਂਡ ਐਫਰੋ ਕੈਰੀਬੀਅਨ ਲੋਕਾਂ ਨੂੰ ਵੀ ਉਹਦੇ ਵਿੱਚ ਸ਼ਾਮਿਲ ਕਰਨ ਦਾ ਉਹਨਾਂ ਨੇ ਸੱਦਾ ਦਿੱਤਾ। ਤੇ ਇਹਦੇ ਵਿੱਚ ਦੱਸਿਆ ਗਿਆ ਕਿ ਆਫੀਸ਼ੀਅਲ ਵਿਲ ਬੀ ਇਲੈਕਟਡ ਐਟ ਦ ਡੇ ਲੌਂਗ ਕਾਨਫਰੰਸ to be chaired by Councillor Sadhu Marwaji, Chairman of the city's Race Relationship and Equal Opportunity Committee। ਸੋ ਉਹਦੇ ਵਿੱਚ ਦੱਸੋ ਮਾਰਵਾ ਜੀ ਕਿ ਉਹਨਾਂ ਦਿਨਾਂ ਦੇ ਵਿੱਚ ਜਿਹੜਾ ਇਹ ਅਸੀਂ ਤੁਸੀਂ ਹੁਣ ਗੱਲ ਕੀਤੀ ਹੈ ਕਿ ਨੌਜਵਾਨ ਹਲੇ ਥੋੜੇ ਆ ਰਹੇ ਹੈਗੇ ਆ, ਉਹਨਾਂ ਦਿਨਾਂ ਦੇ ਵਿੱਚ ਤਾਂ ਜਿਹੜਾ ਵਿਤਕਰਾ ਸੀ, ਨਸਲੀ ਵਿਤਕਰਾ ਸੀ, ਬਹੁਤ ਜ਼ਿਆਦਾ ਸੀਗਾ। ਤੇ ਹੁਣ ਤਾਂ ਜੇ ਕਹਿ ਦਈਏ ਕਿ ਉਹ ਕਾਫੀ ਹੱਦ ਤੱਕ ਐਲੀਮੀਨੇਟ ਹੋ ਗਿਆ ਹੈਗਾ, ਤੇ ਹੁਣ ਆਪਣੇ ਨੌਜਵਾਨ ਨੂੰ ਬਹੁਤ ਸਾਰੇ ਮੌਕੇ ਮਿਲਣ ਦੇ ਚਾਂਸਸ ਹੈਗੇ ਆ। ਤੇ ਤੁਸੀਂ ਦੱਸੋ ਕਿ ਉਹ ਜਿਹੜੀ ਤੁਹਾਡੀ ਫਿਰ ਇਹ ਜਿਹੜੀ ਐਡਵਾਈਜ਼ਰੀ ਕਮੇਟੀ ਸੀ, ਉਸ ਤੋਂ ਬਾਅਦ ਉਹਨਾਂ ਨੇ ਕੀ ਕਾਰਜ ਕੀਤੇ, ਜਿਵੇਂ ਕਿ ਦੱਸਿਆ ਕਿ ਤੁਸੀਂ ਕੀ ਉਹਦੇ ਵਿੱਚ ਤੁਹਾਡੀਆਂ ਪ੍ਰਾਪਤੀਆਂ ਹੋਈਆਂ? ਇਹਦੀ ਇੱਕ ਜਿਹੜੀ ਸੋਚ ਸੀ ਸ਼ਿੰਦਰਪਾਲ ਜੀ, ਉਹ ਇੱਕ ਬੜੀ ਵਿਲੱਖਣਤਾ ਦੀ ਸੋਚ ਸੀ। ਕਿਉਂਕਿ ਜਦੋਂ ਮੈਂ ਆਫਿਸਰ ਦੇ ਨਾਲ ਬੈਠਿਆ ਤੇ ਮੇਰੇ ਇਹ ਦਿਮਾਗ ਦੇ ਵਿੱਚ ਆਏ ਸੀ ਵੀ ਜੋ ਵੀ ਇਹ ਡਿਸਕ੍ਰਿਮੀਨੇਸ਼ਨ ਹੋ ਰਿਹਾ, ਜੋ ਵੀ ਹੈ, ਕਿ ਇੱਕ ਇਹੋ ਜਿਹੀ ਬੋਡੀ ਬਣਾਈ ਜਾਵੇ ਜਿਹਦੇ ਵਿੱਚ ਸਾਰੇ ਸੀਗੇ। ਇਹ ਤਕਰੀਬਨ ਮੇਰੇ ਉਸ ਵੇਲੇ ਦੌਰਾਨ ਇਹ ਤਕਰੀਬਨ 5 ਸਾਲ ਚੱਲਦੀ ਰਹੀ, ਜਿਹਦੇ ਵਿੱਚ ਮਤਲਬ ਕੌਂਸਲ ਦੀ ਫੰਡਿੰਗ ਵੀ ਸੀ ਤੇ ਉਹ ਹਰ ਸਾਲ ਤੇ ਉਹਨੂੰ ਮਿਲ ਕੇ ਗਰ ਕੇ ਤੇ ਜਿਹੜੀ ਪਾਲਿਸੀ ਸੀ ਵੀ ਹਾਂ ਐਥਨਿਕ ਮਿਨੋਰਿਟੀ ਨੂੰ ਕੀ ਡਿਫਿਕਲਟੀਜ਼ ਆ ਰਹੀਆਂ, ਕੀ ਮੁਸ਼ਕਲਾਂ ਆ ਰਹੀਆਂ, ਉਹ ਕਮੇਟੀ ਇਸ ਤਰੀਕੇ ਕੰਮ ਲਾਈਕ ਐਡਵਾਈਜ਼ਰੀ ਕਮੇਟੀ ਟੂ ਮਾਈ ਕਮੇਟੀ ਬਣਾ ਦਿੱਤੀ ਸੀਗੀ ਵੀ ਉਹ ਜਾ ਕੇ ਇਹਦੇ ਦਿੱਤਾ। ਇਸ ਤੋਂ ਬਾਅਦ ਫਿਰ ਇੱਕ ਇਹ ਵੀ ਮੈਂ ਆਪਣੇ ਡੈਲੀਗੇਸ਼ਨ ਲੈ ਕੇ ਵੀ ਜਮੈਕਾ ਵੀ ਗਿਆ ਸੀ, ਪਾਕਿਸਤਾਨ ਵੀ ਗਿਆ, ਇੰਡੀਆ ਔਰ ਬੰਗਲਾਦੇਸ਼, ਜਿੱਥੋਂ ਆਪਣੇ ਬਹੁਤ ਸਾਰੇ ਲੋਕ ਆਏ ਆ, ਉੱਥੋਂ ਜਾ ਕੇ ਵੀ ਉਹਨਾਂ ਤੋਂ ਕੋਲੋਂ ਜਾਣਕਾਰੀ ਇਕੱਠੀ ਕਰਨ ਦੇ ਲਈ ਕੀਤਾ ਸੀ। ਇਹ ਇੱਕ ਜਿੱਦਾਂ ਤੁਸੀਂ ਹੁਣ ਇਹ ਪੜ੍ਹ ਕੇ ਹੀ ਦੱਸਿਆ ਹੈ, ਇਹ ਇੱਕ ਵੱਖਰੀ ਹੀ ਸੋਚ ਵੱਲੋਂ ਲੈ ਕੇ ਮੈਂ ਇਸ ਨੂੰ ਅੱਗੇ ਤੁਰਿਆ ਸੀਗਾ ਕਿ ਇਹ ਕਿਸ ਤਰੀਕੇ ਦੇ ਨਾਲ ਇਹ ਜਿਹੜਾ ਡਿਸਕ੍ਰਿਮੀਨੇਸ਼ਨ ਹੈ ਇਹਨੂੰ ਐਲੀਮੀਨੇਟ ਕੀਤਾ ਜਾਵੇ। ਸੋ ਐਲੀਮੀਨੇਟ ਹੋਇਆ ਜਾਂ ਨਹੀਂ ਹੋਇਆ, ਪਰ ਇਹ ਇੱਕ ਵੱਖਰੀ ਸੋਚ ਸੀਗੀ। ਤੇ ਉਹਨਾਂ ਦਿਨਾਂ ਦੇ ਵਿੱਚ ਤੁਹਾਨੂੰ ਪਤਾ ਵੀ ਜਿਸ ਪਾਸੇ ਨੂੰ ਤੁਸੀਂ ਕੰਮ ਕਰਨ ਲੱਗ ਪਓ ਤਾਂ ਕੋਈ ਨਾ ਕੋਈ ਰਸਤਾ ਨਵਾਂ ਤੇ ਨਵਾਂ ਮਿਲਦਾ ਰਹਿੰਦਾ ਹੈਗਾ। ਮੈਂ ਜੇ ਇਸ ਅੱਜ ਸਿੱਖ ਚੈਨਲ ਦੇ ਪਲੇਟਫਾਰਮ ਦੇ ਉੱਤੇ ਤੁਹਾਡੇ ਥਰੂ ਇਹ ਕਹਿ ਸਕਾਂ ਕਿ ਆਈ ਐਮ ਪ੍ਰਾਊਡ ਆਫ ਦ ਫੈਕਟ ਕਿ ਇਹ ਜਿੰਨਾ ਕੁਝ ਕੰਮ ਮੈਂ ਕਰ ਸਕਿਆ ਕਮਿਊਨਿਟੀ ਦੇ ਲਈ,
ਇਹ ਜਾਣੀ ਉਹ ਵਾਹਿਗੁਰੂ ਦੀ ਕਿਰਪਾ ਦੇ ਨਾਲ ਇਹ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਹੈ, ਜਿਹਦੇ ਨਾਲ ਮੈਂ ਇਹ ਵੀ ਕਹਿ ਸਕਦਾ ਹੈਗਾ ਦਾਅਵੇ ਦੇ ਨਾਲ ਬਹੁਤ ਚੀਜ਼ਾਂ ਦਾ ਸੁਧਾਰ ਹੋਇਆ। ਬਹੁਤ ਵਧੀਆ। ਦੇਖੋ ਜਿਵੇਂ ਕਿ ਇਹ ਜਿਹੜੀ ਅਖਬਾਰ ਹੈਗੀ ਇਹਦੇ ਬਹੁਤ ਵਿਸਥਾਰ, ਬਹੁਤ ਥੋੜੇ ਸ਼ਬਦਾਂ ਦੇ ਵਿੱਚ ਬਹੁਤ ਵਿਸਤਾਰ ਦਿੱਤਾ ਗਿਆ ਹੈ ਕਿ among the main items to be discussed ਜਿਹੜੀ ਤੁਸੀਂ ਮੀਟਿੰਗ ਕੀਤੀ ਸੀ, there will be ways of cutting down discrimination with social deprivation, unemployment and education। ਇਹ ਜਿਹੜੇ ਤਿੰਨ ਜਿਹੜੇ ਮੁੱਦੇ ਸੀਗੇ ਤੁਸੀਂ ਉਦੋਂ ਉਠਾਏ ਸੀ, ਤੇ ਹੁਣ ਤੁਸੀਂ ਕਿਵੇਂ ਦੇਖਦੇ ਹੋ ਮਾਨਵਾ ਜੀ ਇਸ ਵੇਲੇ 40 ਸਾਲ ਤੋਂ ਬਾਅਦ ਹੁਣ ਕਿ ਤੁਸੀਂ ਦੁਬਾਰਾ ਫੇਰ ਪੋਲਿਟਿਕਸ ਦੇ ਵਿੱਚ ਆ ਗਏ ਹੋ, ਤੇ ਆਪਣੇ ਨੌਜਵਾਨਾਂ ਨੂੰ, ਆਪਣੀ ਕਮਿਊਨਿਟੀ ਨੂੰ ਕੀ ਤੁਸੀਂ ਆਪਣੇ ਵੱਲੋਂ ਕਹਿਣਾ ਚਾਹੁੰਦੇ ਆ? ਦੇਖੋ ਆਉਣ ਦਾ ਹੁਣ ਮੁੜ ਕੇ ਫਿਰ ਇਹੀ ਹੋਇਆ ਵੀ ਕੁਛ ਮੰਗਦੀ ਸੀ ਲੋਕਾਂ ਦੀ, ਜਾਂ ਕੁਛ ਮੁੜ ਕੇ ਫਿਰ ਵੀ ਇੰਟਰਸਟ ਪੈਦਾ ਹੋ ਗਿਆ ਹੈਗਾ। ਤੇ ਸਮਾਂ ਜਿਹੜਾ ਉਹ ਬਦਲਦਾ ਰਹਿੰਦਾ, ਸਮਾਂ ਆਪਣੀ ਰਫ਼ਤਾਰ ਦੇ ਨਾਲ ਤੁਰਿਆ ਰਹਿੰਦਾ ਹੈਗਾ। ਤੇ ਹੁਣ ਆਹ ਜਿਹੜਾ ਸਮਾਂ ਹੈਗਾ, ਕਿਉਂਕਿ ਹੁਣ ਐਤਕੀ ਦੀ ਮੇਰੀ ਇਲੈਕਸ਼ਨ ਜਿਹੜੀ ਮੈਂ ਤੁਹਾਨੂੰ ਅੱਗੇ ਵੀ ਤੁਹਾਨੂੰ ਤਾਂ ਖੈਰ ਪਤਾ ਹੀ ਹੈ, 99% ਜਿਹੜੀ ਹੈਗੀ ਆ ਉਹ ਇੰਡੀਜਨਸ ਪਾਪੂਲੇਸ਼ਨ ਜਿਨ੍ਹਾਂ ਨੇ ਮੈਨੂੰ ਵੋਟਾਂ ਪਾ ਕੇ ਬਣਾਇਆ ਹੈਗਾ। ਸੋ ਇਸ ਲਈ ਇਹ ਚੀਜ਼ ਬਦਲ ਗਈ ਹੈਗੀ ਆ। ਇਹ ਚੀਜ਼ ਅੱਜ ਤੋਂ 30 ਸਾਲ ਪਹਿਲਾਂ ਨਹੀਂ ਸੀ ਸੋਚੀ ਜਾ ਸਕਦੀ ਵੀ ਤੁਸੀਂ ਗੋਰਿਆਂ ਦੇ ਇਲਾਕੇ ਦੇ ਵਿੱਚ ਮੇਰੇ ਵਰਗਾ ਕੋਈ ਬੰਦਾ ਖੜਾ ਹੋ ਕੇ ਜਿੱਤ ਸਕਦਾ ਹੋਵੇ। ਸੋ ਚੇਂਜਸ ਬਹੁਤ ਆਈਆਂ ਹੈਗੀਆਂ, ਔਰ ਮੇਰਾ ਖਿਆਲ ਹੈ ਚੇਂਜਸ ਦੇ ਨਾਲ ਸ਼ਿੰਦੇਪਾਲ ਜੀ ਜਿਹੜੀ ਮੈਂ ਇਹ ਗੱਲ ਜੇ ਕਹਿ ਦੇਵਾਂ ਕਿ ਆਪਣੇ ਆਪ ਨੂੰ ਸਾਨੂੰ ਵੀ ਬਦਲਣਾ ਪਵੇਗਾ। ਜੇ ਅਸੀਂ ਕੁਝ ਸਿੱਖਣਾ ਹੈ ਜਾਂ ਅੱਗੇ ਕੁਝ ਲੈ ਕੇ ਜਾਣਾ, ਸਾਨੂੰ ਵੀ ਬਦਲਣਾ ਪਵੇ। ਕਈ ਵਾਰੀ ਤੁਸੀਂ ਸਿਸਟਮ ਨੂੰ ਨਹੀਂ ਬਦਲ ਸਕਦੇ, ਕਈ ਵਾਰੀ ਤੁਸੀਂ ਕਿਸੇ ਚੀਜ਼ ਨੂੰ ਨਹੀਂ ਬਦਲ ਸਕਦੇ। ਜੇ ਆਪਣੇ ਆਪ ਨੂੰ ਬਦਲ ਕੇ ਉਹਦੇ ਵਿੱਚ ਢਾਲ ਲਓ ਤੇ ਫਿਰ ਮੇਰਾ ਖਿਆਲ ਬਹੁਤ ਚੰਗਾ ਹੁੰਦਾ ਹੈਗਾ, ਤੇ ਕੋਈ ਉਹਦੇ ਨਾਲੋਂ ਤੁਹਾਨੂੰ ਬਹੁਤ ਇੱਕ ਰਾਹਤ ਮਿਲਦੀ ਹੈ, ਇੱਕ ਔਰ ਬਹੁਤ ਵਧੀਆ ਰਾਹ ਮਿਲਦਾ ਹੈਗਾ। ਸੋ ਹੁਣ ਮੈਂ ਤੇ ਇਹੀ ਕਹਾਂਗਾ, ਜਿਹੜਾ ਤੁਹਾਡਾ ਸਵਾਲ ਹੈਗਾ, ਆਉਣ ਵਾਲੀ ਜਿਹੜੀ ਜਨਰੇਸ਼ਨ ਹੈਗੀ ਸਾਡੀ, ਪੜ੍ਹੇ ਲਿਖੇ ਹੈਗੇ ਆ, ਲਾਇਰਸ ਹੈਗੇ ਆ, ਡਾਕਟਰਸ ਹੈਗੇ ਆ, ਜਾਣੀ ਹਰ ਫੀਲਡ ਦੇ ਵਿੱਚ ਆਪਣੇ ਨੌਜਵਾਨ ਕੁੜੀਆਂ ਹੈਗੀਆਂ। ਤੇ ਮੈਂ ਇਹ ਕਹਾਂਗਾ ਕਿ ਹਾਂ, ਉਸ ਚੀਜ਼ ਨੂੰ ਲੈ ਕੇ ਜੇ ਪੋਲਿਟਿਕਸ ਦੇ ਵਿੱਚ ਆਓ, then you can change things and I'm sure ਤੁਹਾਡੇ ਦਿਮਾਗਾਂ ਦੇ ਵਿੱਚ ਵੀ, ਕਿਉਂਕਿ ਮੇਰੇ ਉਸ ਵੇਲੇ ਵੀ ਜੰਗ ਦਿਮਾਗ ਦੇ ਵਿੱਚ ਬਹੁਤ ਗੱਲਾਂ ਸੀਆਂ, ਤੇ ਇਸ ਕਰਕੇ ਕਈ ਕੁਛ ਚੇਂਜ ਮੈਂ ਕਰ ਵੀ ਸਕਿਆ ਹੈਗਾ। ਸੋ ਉਹ ਚੀਜ਼ਾਂ ਜਿਹੜੀਆਂ ਤੁਸੀਂ ਉਸ ਚੇਂਜਸ ਨੂੰ, ਉਸਦੇ ਵਿੱਚ ਬਦਲਾਅ ਲਾਉਣ ਦੇ ਲਈ ਅੱਗੇ ਆਓ, ਤੇ ਅੱਗੇ ਆ ਕੇ ਕੋਈ ਵੀ ਪੋਲੀਟੀਕਲ ਪਾਰਟੀ ਹੈ, ਇਹ ਨਹੀਂ ਕਹਿੰਦੇ ਤੁਸੀਂ ਲੇਬਰ, ਕੰਸਰਵੇਟਿਵ, ਲਿਬਰਲ, ਗ੍ਰੀਨ ਪਾਰਟੀ ਇਸ ਵੇਲੇ ਬੜਾ ਕੰਮ ਅੱਗੇ ਕਰ ਰਿਹਾ, ਆਪਣੇ ਨੌਜਵਾਨ ਉਹਦੇ ਵਿੱਚ ਵੀ ਹੈਗੇ। ਇੱਕ ਵਾਟਫੋਰਡ ਦੇ ਵਿੱਚ ਗ੍ਰੀਨ ਪਾਰਟੀ ਵੱਲੋਂ ਆਪਣਾ ਨੌਜਵਾਨ ਕਾਉਂਸਲਰ ਚੁਣਿਆ ਗਿਆ ਹੈਗਾ। ਸੋ ਪਾਰਟੀ ਕੋਈ ਵੀ ਜਿਸ ਪਾਸੇ ਵੀ ਖਿਆਲ ਤੁਹਾਡਾ ਜਾਂਦਾ ਉਹਦੇ ਨੂੰ ਜਾਓ, ਬਟ ਸਿਰਫ ਬਣਨ ਦੇ ਲਈ ਨਹੀਂ, ਉਹਨਾਂ ਦੀਆਂ ਪਾਲਿਸੀਜ਼ ਪੜ੍ਹੋ, ਔਰ ਇਹ ਕਹੋ ਵੀ ਹਾਂ ਵੀ ਮੈਂ ਕੀ ਚੀਜ਼ ਨੂੰ ਬਦਲਾ ਲਿਆਉਣਾ ਚਾਹੁੰਦਾ ਹੈਗਾ, ਅੱਗੇ ਹੋ ਕੇ ਔਰ ਪੜ੍ਹੋ, ਔਰ ਪਬਲਿਕ ਸਪੀਕਿੰਗ ਜਿਹੜੀ ਹੈਗੀ ਆ ਉਹਦੇ ਵੱਲ ਧਿਆਨ ਦਿਓ, ਔਰ ਸਿੱਖੋ। ਉਹ ਸਿੱਖ ਕੇ ਤੁਸੀਂ ਅੱਗੇ ਆਓ, ਔਰ ਜਿਹੜਾ ਸਮਾਂ ਹੈ ਉਹ ਤੁਹਾਡੀ ਇਸ ਉਡੀਕ ਦੇ ਵਿੱਚ ਹੈ, ਔਰ ਤੁਸੀਂ ਅੱਗੇ ਆ ਕੇ ਕੰਮ ਕਰੋ। ਮਾਰਵਾ ਜੀ, ਮੈਂ ਤੁਹਾਨੂੰ ਵਧਾਈ ਇਸ ਗੱਲ ਦੀ ਦਿੰਦਾ ਕਿ ਤੁਸੀਂ 10 ਮਿੰਟ ਦੇ ਵਿੱਚ ਸਾਰੀਆਂ ਗੱਲਾਂ ਜਿਹੜੀਆਂ ਕਿ ਕਹਿਣੀਆਂ ਚਾਹੀਦੀਆਂ ਆ, ਜਿਹਦੇ ਵੱਲ ਸਾਡੀ ਕਮਿਊਨਿਟੀ ਦਾ ਧਿਆਨ ਜਾਣਾ ਚਾਹੀਦਾ ਆ, ਬਾਖੂਬੀ ਤੁਸੀਂ ਪੇਸ਼ ਕੀਤਾ। ਤੁਹਾਡਾ ਬਹੁਤ ਬਹੁਤ ਧੰਨਵਾਦ ਸਮਾਂ ਕੱਢਣ ਵਾਸਤੇ। ਤੇ ਇੱਥੇ ਆਪ ਜੀ ਨੂੰ ਫਤਿਹ ਬੁਲਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਸ਼ਕੋ, ਸਮਾਂ ਸਾਡੇ ਕੋਲ ਬੜਾ ਸੀਮਿਤ ਹੁੰਦਾ ਹੈ, ਤੇ ਸੀਮਿਤ ਸਮੇਂ ਦੇ ਵਿੱਚ ਅਸੀਂ ਬਹੁਤ ਸਾਰੀ ਗੱਲ ਕਰਨੀ ਹੁੰਦੀ ਹੈ। ਮੈਂ ਮਾਰਵਾ ਜੀ ਦੀ ਇੱਕ ਵਾਰ ਫੇਰ ਇੱਕ ਲਾਈਨ ਤੁਹਾਨੂੰ ਕੋਟ ਕਰਨੀ ਚਾਹੁੰਦਾ ਹਾਂ, ਜਿਹੜੀ ਖਬਰ ਤੁਹਾਨੂੰ ਦਿਖਾਈ ਸੀ, ਉਹਦੇ ਚ ਮਾਰਵਾ ਜੀ ਨੇ ਕਿਹਾ ਸੀਗਾ, various groups have got together and as far I'm aware of, this is the first time so many communities have been brought together on one platform। ਤੇ ਨਾਲ ਦੀ ਨਾਲ ਉਹਦੇ ਵਿੱਚ ਫਿਰ ਉਹਨੇ ਜਿਹੜੀ ਬਰਮਿੰਘਮ ਦੀ ਸਿਟੀ ਕਾਉਂਸਲ ਸੀ ਉਹਦੇ ਨਾਲ ਮਿਲ ਕੇ ਕਿਵੇਂ ਕੰਮ ਕੀਤਾ। ਸੋ ਦੂਜੀ ਗੱਲ ਆਪਾਂ ਨੂੰ ਇਹ ਦੇਖਣੀ ਬਣਦੀ ਹੈ ਇੱਥੇ ਕਿ ਇਹਨਾਂ ਮੁਲਕਾਂ ਦੇ ਵਿੱਚ, ਅਸੀਂ ਭਾਰਤ ਤੋਂ ਬਾਹਰ ਦੀ ਗੱਲ ਕਰਦੇ ਹਾਂ, ਜਿਹੜੀ ਪੋਲਿਟਿਕਸ ਹੈਗੀ ਆ, ਰਾਜਨੀਤੀ ਹੈਗੀ ਆ, ਉਹ ਆਪਣੇ ਸਮਾਜ ਨੂੰ ਕੁਝ ਦੇਣ ਵਾਸਤੇ, ਕੁਝ ਸੇਵਾ ਕਰਨ ਵਾਸਤੇ ਤੁਸੀਂ ਉਸ ਪੋਲਿਟਿਕਸ ਨੂੰ ਚਾਹੁੰਦੇ ਆ। ਐਜ਼ ਏ ਕਰੀਅਰ ਵੀ ਤੁਸੀਂ ਕਹਿ ਸਕਦੇ ਆ, ਠੀਕ ਹੈ, ਤੁਹਾਨੂੰ ਤਨਖਾਹ ਮਿਲਦੀ ਹੈਗੀ ਥੋੜ੍ਹੀ ਬਹੁਤੀ। ਪਰ ਦੂਜੇ ਪਾਸੇ ਦੇਖਿਆ ਜਾਵੇ, ਜਿਹੜੀ ਭਾਰਤ ਦੀ ਜਾਂ ਪੰਜਾਬ ਦੀ ਜਿਹੜੀ ਰਾਜਨੀਤੀ ਆ, ਉਹ ਜਿਹੜੇ ਆਮ ਸੌਰੀ ਟੂ ਸੇ ਕਿ ਜਿਹੜੇ ਸਾਡੇ ਬਹੁਤ ਸਾਰੇ ਲੀਡਰ ਨੇ, ਸਾਰੇ ਨਹੀਂ, ਬਹੁਤ ਸਾਰੇ ਲੀਡਰ ਨੇ, ਜਿਨ੍ਹਾਂ ਦਾ ਇੱਕੋ ਇੱਕ ਮਕਸਦ ਹੁੰਦਾ ਹੈ ਕਿ ਉਹਨਾਂ ਨੇ ਲੀਡਰ ਬਣ ਕੇ ਪੈਸੇ ਕਮਾਉਣੇ ਨੇ, ਬਿਜ਼ਨਸ ਕਰਨਾ ਹੈ। ਜੇ ਕਿਸੇ ਨੇ 5 ਕਰੋੜ ਆਪਣੀ ਇਲੈਕਸ਼ਨ ਤੇ ਲਾਇਆ ਹੈ ਤੇ ਉਸਨੇ 20 ਕਰੋੜ ਬਣਾਉਣਾ ਹੈ। ਹੁਣ ਬਹੁਤ ਸਾਰੇ ਜਿਹੜੇ ਸਾਨੂੰ ਅਕਾਲੀ ਲੀਡਰ ਨੇ ਜਾਂ ਕਾਂਗਰਸ ਲੀਡਰ ਨੇ ਜਾਂ ਈਵਨ ਆਮ ਆਦਮੀ ਪਾਰਟੀ ਦੇ ਲੀਡਰ ਨੇ, ਜਿਨ੍ਹਾਂ ਨੇ ਬਹੁਤ ਸਾਰੀ ਮਾਇਆ ਇਕੱਤਰ ਕੀਤੀ, ਆਪਣੇ ਸਰੋਤਾਂ ਤੋਂ ਜ਼ਿਆਦਾ ਮਾਇਆ ਇਕੱਤਰ ਕੀਤੀ, ਉਹ ਇਸ ਵੇਲੇ ਤੱਕ ਕੇਸ ਚੱਲ ਰਹੇ ਨੇ। ਅਸੀਂ OP ਸੋਨੀ ਜੀ ਦੀ ਗੱਲ ਕਰਦੇ ਹਾਂ, ਜਿਹੜੇ ਕਿ ਸਿੱਖਿਆ ਮੰਤਰੀ ਵੀ ਰਹੇ ਨੇ। ਉਹਨਾਂ ਦੇ ਉੱਤੇ ਬੜੇ ਗੰਭੀਰ ਦੋਸ਼ ਲੱਗੇ ਨੇ ਕਿ ਉਹਨਾਂ ਨੇ ਬਹੁਤ ਸਾਰੀ ਜਿਹੜੀ ਮਾਇਆ ਉਹਨਾਂ ਨੇ ਜੋੜੀ ਹੈ,
ਜਦ ਕਿ ਉਹਨਾਂ ਦੀ ਜਿਹੜੀ ਆਮਦਨ ਦੇ ਸਰੋਤ ਸੀ ਬਹੁਤ ਘੱਟ ਸੀ। ਉਹ ਕਿੱਥੋਂ ਮਾਇਆ ਆਈ, ਉਹ ਸਾਡੇ ਦਰਸ਼ਕਾਂ ਨੂੰ ਭਲੀ ਭਾਂਤ ਪਤਾ ਹੈ। ਤੇ ਆਓ ਹੁਣ ਅਸੀਂ ਵੱਧਦੇ ਹਾਂ, ਦੇਖਦੇ ਹਾਂ ਕਿ ਸਾਰੀ ਦੁਨੀਆ ਦੇ ਵਿੱਚ ਕਿੱਥੇ ਕਿੱਥੇ ਕੀ ਹੋ ਰਿਹਾ ਹੈ, ਜਿਹਦੀ ਸਮੀਖਿਆ ਕਰਨ ਵਾਸਤੇ ਸਾਡੇ ਨਾਲ ਜੁੜੇ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਬਲਦੇਵ ਸਿੰਘ ਜੀ ਕੰਦੋਲਾ। ਬਲਦੇਵ ਸਿੰਘ ਕੰਦੋਲਾ ਜੀ, ਤੁਹਾਡਾ ਸਿੱਖ ਚੈਨਲ ਦੇ ਇਸ ਪ੍ਰੋਗਰਾਮ ਦੇ ਵਿੱਚ, ਇਹ ਤੁਹਾਡਾ ਪ੍ਰੋਗਰਾਮ ਹੈ, ਇਹਦੇ ਵਿੱਚ ਨਿੱਘਾ ਤੇ ਹਾਰਦਿਕ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਤੁਸੀਂ ਸਰਦੂਲ ਬਾਰਵਾ ਜੀ ਦੇ ਕੁਝ ਐਡ ਕਰਨਾ ਚਾਹੋ ਤੇ ਅੱਧਾ ਮਿੰਟ ਵਾਸਤੇ ਕਰਕੇ, ਤੇ ਆਪਣੀ ਗੱਲਬਾਤ ਹੈ ਉਹ ਅਸੀਂ ਤੁਹਾਨੂੰ ਲੈ ਕੇ ਜਾਵਾਂਗੇ ਨਾਈਜੀਰੀਆ ਦੇ ਵਿੱਚ, ਜਿੱਥੇ ਦੇਖਦੇ ਹਾਂ ਕਿ ਜਿਹੜੀ ਵੈਗਨਰ ਗਰੁੱਪ ਹੈ ਉਸਨੇ ਕੀ ਸਰਗਰਮੀਆਂ ਸ਼ੁਰੂ ਕੀਤੀਆਂ ਨੇ। ਬਲਦੇਵ ਜੀ। ਬਿਲਕੁਲ ਜੀ, ਸਰਦੂਲ ਮਾਰਵਾ ਜੀ ਦੀ ਆਪਾਂ ਤਾਰੀਫ ਹੀ ਕਰ ਸਕਦੇ ਹੈਗੇ ਆ ਕਿ ਉਹ ਬਹੁਤ ਪੁਰਾਣੇ ਸਮੇਂ ਤੋਂ ਇੱਥੋਂ ਦੀ ਰਾਜਨੀਤੀ ਦੇ ਵਿੱਚ ਇਨਵੋਲਵ ਹੈਗੇ ਆ। ਤੇ ਦੇਖੋ, ਪਹਿਲੋਂ ਪਹਿਲ ਆਪਣੇ ਲੋਕ ਇੱਥੋਂ ਦੀ ਰਾਜਨੀਤੀ ਦੇ ਵਿੱਚ ਹਿੱਸਾ ਨਹੀਂ ਸੀ ਲੈਣਾ ਚਾਹੁੰਦੇ, ਕਿਉਂਕਿ ਉਹ ਆਏ ਇਸ ਮਕਸਦ ਲਈ ਨਹੀਂ ਸੀਗੀ। ਉਹ ਆਏ ਸੀਗੇ ਆਪਣੀ ਆਰਥਿਕ ਹਾਲਤ ਨੂੰ ਸੁਧਾਰਨ ਦੇ ਲਈ। ਉਹਨਾਂ ਨੇ ਹਿੱਸਾ ਜ਼ਰੂਰ ਲਿਆ, ਪਰ ਉਹ ਬਹੁਤ ਸਰਗਰਮ ਨਹੀਂ ਹੋ ਸਕੇ। ਲੇਕਿਨ ਹੁਣ ਮੌਕਾ ਹੈਗਾ ਜਿਹੜਾ ਕਿ ਸਾਡੇ ਲੋਕਾਂ ਨੂੰ, ਕਿਉਂਕਿ ਆਪਾਂ ਇੱਥੋਂ ਦੇ ਵਸਿੰਦੇ ਬਣ ਚੁੱਕੇ ਹੈਗੇ ਆ, ਇੱਥੇ ਹੀ ਆਪਾਂ ਰਹਿਣਾ, ਸਾਡੇ ਬੱਚੇ ਵੀ ਇੱਥੇ ਰਹਿਣਗੇ, ਤੇ ਸਾਨੂੰ ਇੱਥੋਂ ਦੀ ਜ਼ਿੰਦਗੀ, ਇੱਥੋਂ ਦੀ ਰਾਜਨੀਤੀ ਦੇ ਵਿੱਚ ਬਹੁਤ ਵੱਧ ਚੜ ਕੇ ਹਿੱਸਾ ਲੈਣਾ ਪੈਣਾ ਵੀ ਆ। ਤੇ ਹੁਣ ਤਾਂ ਆਪਣੇ ਪ੍ਰਧਾਨ ਮੰਤਰੀ ਵੀ ਬਣ ਗਏ ਹੈਗੇ ਆ, ਉਹਨਾਂ ਨੇ ਵੀ ਦਿਖਾ ਦਿੱਤਾ ਹੈਗਾ ਕਿ ਇੱਥੋਂ ਦੀ ਰਾਜਨੀਤੀ ਦੇ ਵਿੱਚ ਹਿੱਸਾ ਲੈ ਕੇ ਤੁਸੀਂ ਬਹੁਤ ਦੂਰ ਤੱਕ ਪਹੁੰਚ ਸਕਦੇ ਆ, ਔਰ ਇੱਥੋਂ ਦੀਆਂ ਜਿਹੜੀਆਂ ਪਾਲਿਸੀਜ਼ ਆ ਉਹਨਾਂ ਤੇ ਵੀ ਤੁਸੀਂ ਪ੍ਰਭਾਵ ਪਾ ਸਕਦੇ ਹੈਗੇ ਆ। ਬਾਕੀ ਤੁਸੀਂ ਗੱਲ ਕੀਤੀ ਹੈਗੀ ਆ ਕਿ ਬਈ ਦੁਨੀਆ ਦੇ ਵਿੱਚ ਕੀ ਹੋ ਰਿਹਾ। ਇੱਕ ਛੋਟਾ ਜਿਹਾ ਮੁਲਕ ਹੈਗਾ ਅਫਰੀਕਾ ਦਾ, ਉਹਨੂੰ ਨਾਈਜਰ ਜਾਂ ਨਿਜੇਰ ਵੀ ਕਹਿੰਦੇ ਹੈਗੇ ਆ। ਉਹਦੀ ਪ੍ਰੋਨਾਂਸੀਏਸ਼ਨ ਡਿਪੈਂਡ ਕਰਦਾ ਵੀ ਤੁਸੀਂ ਕੌਣ ਬੋਲ ਰਿਹਾ ਹੈਗਾ। ਆਪਾਂ ਉਸ ਨੂੰ ਨਾਈਜਰ ਹੀ ਕਵਾਂਗੇ, ਉਹ ਨਾਈਜੀਰੀਆ ਨਹੀਂ ਬਲਕਿ ਨਾਈਜਰ ਹੈ, ਛੋਟਾ ਜਿਹਾ ਮੁਲਕ। ਉੱਥੇ ਦੇਖੋ, ਦੁਨੀਆ ਦੀਆਂ ਜਿਹੜੀਆਂ ਵੱਡੀਆਂ ਤਾਕਤਾਂ ਹੈਗੀਆਂ, ਅਮਰੀਕਾ ਹੈਗਾ, ਰੂਸ ਹੈਗਾ, ਚੀਨ ਹੈਗੇ, ਯੂਰਪੀਅਨ ਯੂਨੀਅਨ ਹੈਗੀ ਆ, ਇਹ ਸਾਰੀ ਦੁਨੀਆ ਤੇ ਆਪੋ ਆਪਣਾ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕਰਦੇ ਆ। ਔਰ ਇਹਨਾਂ ਦੇ ਜਿਹੜੇ ਹੈਗੇ ਆ, ਕੀ ਕਹਿੰਦੇ ਹੁੰਦੇ, ਮੁੱਦੇ ਆ, ਉਹ ਇਹੀ ਆ ਕਿ ਬਈ ਉਹ ਆਪਣਾ ਪ੍ਰਭਾਵ ਵੱਧ ਤੋਂ ਵੱਧ ਮੁਲਕਾਂ ਦੇ ਵਿੱਚ ਕਿਸ ਤਰ੍ਹਾਂ ਪਾ ਸਕਦੇ ਹੈਗੇ ਆ। ਤੇ ਇਹਦੇ ਨਾਲ ਉਹਨਾਂ ਦੇ ਜਿਹੜੇ ਹਿੱਤ ਹੈਗੇ ਆ, ਜਿੱਥੇ ਅਮਰੀਕਾ ਕਰਨਾ ਚਾਹੁੰਦਾ ਕੰਮ, ਉੱਥੇ ਜਿਹੜਾ ਰੂਸ ਹੈਗਾ ਉਹ ਉਹਨਾਂ ਦੇ ਨਾਲ ਉਹਨਾਂ ਦਾ ਮਤਭੇਦ ਹੁੰਦੀ ਹੈਗੀ ਆ। ਤੇ ਇਸੇ ਤਰ੍ਹਾਂ ਕਿਉਂਕਿ ਜਿਹੜਾ ਨਾਈਜਰ ਮੁਲਕ ਦੇ ਵਿੱਚ ਸੀਗਾ ਕਿ ਉੱਥੇ ਇਲੈਕਸ਼ਨਾਂ ਹੋਈਆਂ ਸੀਗੀਆਂ, ਔਰ ਉਹਨਾਂ ਦੀ ਜਿਹੜੀ ਮਿਲਟਰੀ ਆ ਤੇ ਜਿਹੜਾ ਉਹਨਾਂ ਨੇ ਪ੍ਰੈਜ਼ੀਡੈਂਟ ਚੁਣਿਆ ਸੀਗਾ, ਉਹਨਾਂ ਦੇ ਆਪਸੀ ਮਤਭੇਦ ਹੋ ਗਏ ਸੀ। ਤੇ ਮਿਲਟਰੀ ਵਾਲਿਆਂ ਨੇ, ਕਿਉਂਕਿ ਤਾਕਤ ਉਹਨਾਂ ਦੇ ਹੱਥ ਵਿੱਚ ਹੁੰਦੀ ਆ, ਉਹਨਾਂ ਨੇ ਉਸ ਪ੍ਰਧਾਨ ਨੂੰ ਲਾ ਕੇ ਤੇ ਆਪ ਜਿਹੜੀ ਉੱਥੋਂ ਦੀ ਰਾਜ ਸੱਤਾ ਹੈਗੀ ਆਪਣੇ ਹੱਥ ਦੇ ਵਿੱਚ ਲੈ ਲਈ ਸੀ। ਕਿਉਂਕਿ ਉਹ ਜਿਹੜਾ ਪ੍ਰਧਾਨ ਸੀਗਾ, ਚੁਣਿਆ ਗਿਆ ਸੀਗਾ, ਉਹ ਅਮਰੀਕਾ ਔਰ ਯੂਰਪੀਅਨ ਯੂਨੀਅਨ ਦੇ ਜ਼ਿਆਦਾ ਹੱਕ ਵਿੱਚ ਸੀਗਾ। ਇਸ ਲਈ ਹੁਣ ਕੀ ਹੋ ਰਿਹਾ ਹੈਗਾ ਕਿ ਬਈ ਜਿਹੜੀ ਮਿਲਟਰੀ ਹੈਗੀ ਆ ਉੱਥੇ ਦੀ, ਉਹਦਾ ਝੁਕਾਅ ਜਿਹੜਾ ਆ ਉਹ ਰੂਸੀਆਂ ਵੱਲ ਨੂੰ ਜ਼ਿਆਦਾ ਆ। ਕਿਉਂਕਿ ਦੇਖੋ, ਇਹਨਾਂ ਮੁਲਕਾਂ ਨੇ ਵੀ ਜਿਹੜਾ ਪੱਛਮ ਦਾ ਸਾਮਰਾਜ ਹੈਗਾ, ਇੱਥੇ ਰਾਜ ਪਹਿਲਾਂ ਹੁੰਦਾ ਸੀ ਫਰਾਂਸੀਸੀਆਂ ਦਾ, ਤੇ ਜਦੋਂ ਕੋਈ ਬਾਹਰਲੀ ਤਾਕਤ ਤੁਹਾਡੇ ਤੇ ਆ ਕੇ ਰਾਜ ਕਰਦੀ ਹੈ, ਇਹ ਜ਼ਰੂਰੀ ਆ ਕਿ ਤੁਹਾਨੂੰ ਉਹਦੇ ਨਾਲ ਨਫ਼ਰਤ ਹੋ ਜਾਂਦੀ ਆ ਤੇ ਤੁਸੀਂ ਉਸ ਤਾਕਤ ਨੂੰ ਆਪਣੇ ਮੁਲਕ ਚੋਂ ਬਾਹਰ ਕੱਢਣਾ ਚਾਹੁੰਦੇ ਹੈਗੇ ਆ। ਤੇ ਜੇਕਰ ਕੋਈ ਤੁਹਾਡਾ ਲੀਡਰ ਇਹ ਕਹੇ ਕਿ ਬਈ ਉਹਨਾਂ ਦੇ ਨਾਲ ਦੋਸਤੀ ਗੰਢਣ ਦੀ ਕੋਸ਼ਿਸ਼ ਕਰੇ, ਤੇ ਲੋਕ ਮੱਲੋ ਮੱਲੀ ਤੁਹਾਡੇ ਵਿਰੁੱਧ ਹੋ ਜਾਣਗੇ। ਮੇਰਾ ਖਿਆਲ ਹੈ ਇੱਥੇ ਵੀ ਇਸੇ ਤਰ੍ਹਾਂ ਹੋਇਆ ਹੈਗਾ। ਹਾਲਾਂਕਿ ਅੱਜ ਕੱਲ੍ਹ ਦਾ ਜ਼ਮਾਨਾ ਜਿਹੜਾ ਹੈਗਾ ਕਿ ਬਈ ਮਿਲਟਰੀ ਦਾ ਰਾਜ ਨੂੰ ਇੰਨਾ ਪਸੰਦ ਨਹੀਂ ਕੀਤਾ ਜਾਂਦਾ, ਪਰ ਫਿਰ ਵੀ ਉਹਨਾਂ ਨੇ ਜਿਹੜੇ ਮਿਲਟਰੀ ਦਾ ਜਨਰਲ ਹੈਗਾ, ਉਹਨੇ ਉਸ ਨੂੰ ਹਟਾ ਕੇ ਤੇ ਆਪਣਾ ਰਾਜ ਕਾਇਮ ਕਰ ਲਿਆ ਹੈਗਾ। ਔਰ ਰੂਸੀ, ਕਿਉਂਕਿ ਉਹ ਫਰਾਂਸ ਦੇ ਤੇ ਅਮਰੀਕਾ ਦੇ ਵਿਰੁੱਧ ਹੈਗੇ ਆ, ਉਹ ਮਿਲਟਰੀ ਨੂੰ ਸਿੱਧੇ ਤੌਰ ਤੇ ਤਾਂ ਨਹੀਂ, ਪਰ ਅਸਿੱਧੇ ਤੌਰ ਤੇ ਉਸ ਮਿਲਟਰੀ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਕਿਉਂਕਿ ਜਿਹੜਾ ਵੈਗਨਰ ਗਰੁੱਪ ਹੈਗਾ ਉਹ ਰੂਸੀਆਂ ਦੀ ਘੜਤ ਹੈਗੀ ਆ। ਇਸ ਲਈ ਉਸ ਗਰੁੱਪ ਨੂੰ ਇਸ ਮਿਲਟਰੀ ਦੇ ਲੀਡਰ ਨੇ ਕਿਹਾ ਸੀਗਾ ਕਿ ਬਈ ਸਾਡੇ ਤੇ ਸ਼ਾਇਦ ਹਮਲਾ ਹੋ ਜਾਵੇ, ਤੁਸੀਂ ਸਾਡੀ ਮਦਦ ਕਰੋ। ਤੇ ਉਹ ਜਿਹੜਾ ਵੈਗਨਰ ਗਰੁੱਪ ਹੈਗਾ, ਜਿਹੜਾ ਕਿ ਤੁਹਾਨੂੰ ਪਤਾ ਕਿ ਉਹ ਇੱਥੇ ਯੂਕਰੇਨ ਦੀ ਲੜਾਈ ਦੇ ਵਿੱਚ ਵੀ ਕਾਫੀ ਐਕਟਿਵ ਸੀਗੇ, ਤੇ ਉਹਨਾਂ ਨੇ ਇਹਨੂੰ
ਹਾਂ ਜਿਹੀ ਇਨਡਾਇਰੈਕਟਲੀ ਹਾਂ ਕਰ ਦਿੱਤੀ ਹੈ ਕਿ ਵੀ ਅਸੀਂ ਤੇਰੀ ਮਦਦ ਕਰਾਂਗੇ। ਸੋ ਦੇਖਦੇ ਹਾਂ ਕਿ ਬਈ ਅਗਲੇ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਜਾਂ ਮਹੀਨਿਆਂ ਦੇ ਵਿੱਚ ਇਸ ਮੁਲਕ ਦੀ ਜਿਹੜੀ ਕਿਸਮਤ ਆ ਕਿਸ ਪਾਸੇ ਨੂੰ ਬਦਲਦੀ ਹੈਗੀ ਆ ਜੀ। ਬਹੁਤ ਧੰਨਵਾਦ ਬਲਦੇਵ ਜੀ। ਮੈਨੂੰ ਲੱਗਦਾ ਹੈ ਕਿ ਹੁਣ ਆਪਾਂ ਨੂੰ ਸਿੱਖ ਚੈਨਲ ਨੂੰ ਆਪਾਂ ਦਵਿੰਦਰ ਸਿੰਘ ਬੱਲ ਨੂੰ ਕਹਿੰਦੇ ਆ ਕਿ ਸਾਨੂੰ ਇੱਕ ਹਵਾਈ ਟੈਕਸੀ ਲੈ ਦਿਓ ਤਾਂ ਕਿ ਅਸੀਂ ਦੁਨੀਆ ਦੀ ਜਿਹੜੀਆਂ ਖਬਰਾਂ ਆ ਉਹ ਝੱਟ ਕੈਪਚਰ ਕਰਕੇ ਦਿਖਾਇਆ ਜਾ ਸਕੇ। ਅਸੀਂ ਆਪਣੇ ਦਰਸ਼ਕਾਂ ਨੂੰ ਅਪੀਲ ਕਰਦੇ ਹਾਂ, ਸਹਿਯੋਗੀਆਂ ਨੂੰ, ਵੀ ਤੁਸੀਂ ਅਗਰ ਕੋਸ਼ਿਸ਼ ਕਰੋ ਕਿ ਆਪਾਂ ਇਹ ਟੈਕਸੀ ਲੈ ਸਕਦੇ ਹਾਂ। ਬਲਦੇਵ ਸਿੰਘ ਜੀ, ਤੁਹਾਨੂੰ ਪਤਾ ਹੈ ਕਿ ਸੜਕਾਂ ਦੇ ਉੱਤੇ ਬੜਾ ਜਾਮ ਲੱਗਦਾ ਹੈ, ਲੰਡਨ ਦੇ ਵਿੱਚੋਂ ਲੰਘ ਨਹੀਂ ਹੁੰਦਾ, ਭੀੜ ਭੜੱਕਾ ਹੁੰਦਾ ਹੈ, ਤੁਹਾਨੂੰ 4-4 ਘੰਟੇ ਸੜਕਾਂ ਦੇ ਉੱਤੇ ਜਾਮ ਲੱਗ ਜਾਂਦੇ ਨੇ। ਇੱਕ ਲਾਈਨ ਬੰਦ ਹੋ ਜਾਵੇ ਤੇ ਤੁਹਾਨੂੰ ਪਤਾ ਹੈ ਕਿ ਦਿਹਾੜੀ ਲੱਗ ਜਾਂਦੀ ਹੈ ਮੋਟਰਵੇ ਦੇ ਉੱਤੇ। ਤੇ ਹੁਣ ਕਿ ਸਾਨੂੰ ਬੜੀ ਖੁਸ਼ੀ ਦੀ ਖਬਰ ਆਈ ਹੈ ਕਿ ਜਿਹੜੀਆਂ ਇਹ ਟੈਕਸੀਆਂ ਨੇ ਉਹਨਾਂ ਦਾ ਕੰਮ ਵੀ ਹੁਣ ਵਧਣ ਵਾਲਾ ਲੱਗਦਾ ਹੈ। ਤੇ ਮੈਨੂੰ ਲੱਗਦਾ ਆਪਾਂ ਨੂੰ ਵੀ ਕੋਈ ਹੋਰ ਕੰਮ ਲੱਭਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਤੁਹਾਡਾ ਕੀ ਖਿਆਲ ਹੈ ਕਿ ਆਪਾਂ ਵੀ ਇੱਕ 에ਅਰ ਟੈਕਸੀ ਲੈ ਲਈਏ ਤਾਂ? ਬਿਲਕੁਲ ਜੀ, ਬਿਲਕੁਲ। ਤੁਸੀਂ ਹੈ ਨਾ ਉਹਨਾਂ ਕੰਪਨੀ ਦੇ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਕਹੋ ਜੀ, ਆਹ ਲਓ ਫੜੋ ਸਾਡਾ ਬਿਆਨਾ ਤੇ ਸਾਨੂੰ ਵੀ ਇੱਕ ਦੇ ਦਿਓ। ਔਰ ਚੰਦਰਪਾਲ ਜੀ, ਮੈਂ ਇਹ ਮਹਿਸੂਸ ਕਰਦਾ ਕਿ ਆਹ ਜਿਹੜੀਆਂ ਨਵੀਆਂ ਕਾਢਾਂ ਹੋ ਰਹੀਆਂ ਕਿ ਇਹ ਜਿਹਨੂੰ ਡਰੋਨ ਕਹਿੰਦੇ ਨਾ, ਉਹਨਾਂ ਤੋਂ ਇਹ ਬਹੁਤ ਵਧੀਆ ਡਿਵੈਲਪਮੈਂਟ ਆ ਗਈ ਹੈਗੀ ਆ। ਔਰ ਜਿਹੜੀ ਕਿ ਭਾਵੇਂ ਇਸ ਵੇਲੇ ਇਹ ਕੰਮ ਅਸੰਭਵ ਜਿਹਾ ਲੱਗਦਾ, ਪਰ ਇਹ ਜਿਹੜੀ ਆ ਡਰੋਨ ਦੀ ਟੈਕਨੋਲੋਜੀ ਹੈਗੀ ਆ, ਇਹਦੇ ਨਾਲ ਬਹੁਤ ਜਲਦੀ ਬਹੁਤ ਕੁਝ ਬਦਲਣ ਵਾਲਾ ਹੈਗਾ। ਜਿਹਨੂੰ ਇਹ 에ਅਰ ਟੈਕਸੀ ਕਹਿ ਰਹੇ ਆ ਕਿ ਉਹ ਇੱਕ ਕੰਪਨੀ ਹੈਗੀ ਆ, ਵੈਲੋਸਿਟੀ ਮੇਰਾ ਖਿਆਲ ਆ, ਉਹ ਫਰਾਂਸ ਦੇ ਵਿੱਚ ਹੈਗੀ ਆ। ਉਹ ਪੈਰਿਸ ਦੇ ਵਿੱਚ ਇਹ ਟੈਕਸੀ ਸਰਵਿਸ ਜਿਹੜੀ ਆ ਸ਼ੁਰੂ ਕਰ ਰਹੀ ਹੈ। ਇਹ ਰਿਲੇਟਿਵਲੀ ਉਡਾਨ ਦੇ ਵਿੱਚ ਸੁਰੱਖਿਅਤ ਵੀ ਬਹੁਤ ਹੈਗੀ ਆ, ਕਿਉਂਕਿ ਇਹ ਸਭ ਕੁਝ ਕੰਪਿਊਟਰ ਦੇ ਨਾਲ ਕੰਟਰੋਲ ਹੁੰਦਾ। ਹੁਣ ਤੁਸੀਂ ਇਸ ਫੋਟੋ ਦੇ ਵਿੱਚ ਦੇਖ ਲਓ ਕਿ ਇਸ ਛੋਟੇ ਜਿਹੇ ਕਰਾਫਟ ਦੇ ਉੱਪਰ ਇੰਜਣ ਕਿੰਨੇ ਲੱਗੇ ਹੋਏ ਆ। ਜੇਕਰ ਇਹ ਇੱਕ ਫੇਲ ਹੋ ਜਾਵੇ, ਦੋ ਹੋ ਜਾਣ, 3 ਹੋ ਜਾਣ, ਫੇਰ ਵੀ ਇਹ ਉੜਦਾ ਰਹੂਗਾ। ਔਰ ਇਹ ਆਮ ਜਹਾਜ਼ ਨਾਲੋਂ ਮੇਰਾ ਖਿਆਲ ਆ ਬਹੁਤ ਸੁਰੱਖਿਅਤ ਲੱਗਦਾ ਹੈਗਾ। ਔਰ ਇਹ ਜਿਹੜੀ ਟੈਕਸੀ ਸਰਵਿਸ ਆ, ਜੇਕਰ ਪੈਰਿਸ ਦੇ ਵਿੱਚ ਕਾਮਯਾਬ ਹੁੰਦੀ ਆ ਤਾਂ ਹਰ ਸ਼ਹਿਰ ਦੇ ਵਿੱਚ, ਵੱਡੇ ਸ਼ਹਿਰ ਦੇ ਵਿੱਚ ਇਹ ਬਹੁਤ ਭਾਰੀਆਂ ਸਮੱਸਿਆਵਾਂ ਦਾ ਹੱਲ ਕਰ ਸਕਦੀ ਆ। ਤੁਸੀਂ ਕਿਹਾ ਹੈਗਾ ਕਿ ਬਈ ਜਿਸ ਤਰ੍ਹਾਂ ਤੁਸੀਂ ਲੰਡਨ ਦੇ ਵਿੱਚ ਜਾਓ, ਅੱਜ ਕੱਲ੍ਹ ਤਾਂ ਲੰਡਨ 'ਚ ਕਾਰ ਲਿਜਾਣ ਤੋਂ ਡਰ ਹੀ ਲੱਗਦਾ ਆ ਕਿ ਬਈ ਕਦੋਂ ਤੁਹਾਡੀ ਫੋਟੋ ਖਿੱਚ ਕੇ ਤਾਂ ਦੂਸਰੇ ਦਿਨ ਖਤ ਆ ਜਾਣਾ ਜੀ ਤੇ ਇੰਨਾ ਤੁਹਾਨੂੰ ਜੁਰਮਾਨਾ ਹੋ ਗਿਆ। ਲੇਕਿਨ ਮੇਰਾ ਖਿਆਲ ਹੈ ਕਿ ਵੀ ਆਹ ਜਿਹੜੀ ਟੈਕਸੀ ਸਰਵਿਸ ਹੈਗੀ ਆ ਡਰੋਨ ਵਾਲੇ, ਇਹ ਤਾਂ ਬਹੁਤ ਜਲਦ ਆਏਗੀ ਔਰ ਇਹਦੀ ਡਿਮਾਂਡ ਵੀ ਹੈਗੀ ਆ। ਔਰ ਇਹ ਨਵੀਂ ਟੈਕਨੋਲੋਜੀ ਮੈਨੂੰ ਲੱਗਦਾ ਕਿ ਬਹੁਤ ਕਾਮਯਾਬ ਹੋਏਗੀ ਔਰ ਜਲਦ ਆਏਗੀ ਜੀ। ਬਲਦੇਵ ਜੀ, ਤੁਸੀਂ ਲੰਡਨ ਦੀਆਂ ਸੜਕਾਂ ਦੀ ਗੱਲ ਕੀਤੀ ਹੈ ਕਿ ਲੰਡਨ ਵਾਲਿਆਂ ਨੂੰ ਇਸ ਵੇਲੇ ਵਕਤ ਪਿਆ ਹੋਇਆ ਹੈ। ਤੇ ਮੈਨੂੰ ਇਹ ਪਤਾ ਲੱਗਾ ਕਿ ਪਿਛਲੇ ਦਿਨਾਂ ਦੇ ਵਿੱਚ ਕੁਝ ਲੋਕ ਮਰਨ ਵਰਤ ਰੱਖਣ ਨੂੰ ਜਾ ਰਹੇ ਆ ਕਿ ਜਿਹੜਾ ਇੱਕ ਨਵਾਂ ਸਿਸਟਮ ਉਹਨਾਂ ਨੇ ਓਲੇਜ਼ ਅਲਟਰਾ ਲੋ ਐਮਿਸ਼ਨ ਜ਼ੋਨ ਜਿਹੜੇ ਸਥਾਪਿਤ ਕੀਤੇ ਆ, ਉਹਨਾਂ ਨੇ ਵੀ ਕਾਫੀ ਲੋਕਾਂ ਦੀ, ਜੇ ਕਹਦੀ ਕਿ ਡਰਾਈਵਰਾਂ ਦੀ ਨੀਂਦ ਹਰਾਮ ਕੀਤੀ ਆ। ਤੇ ਵਾਕਿਆ ਤੁਹਾਡੀਆਂ ਜਿਹੜੀਆਂ ਟੈਕਸੀਆਂ ਨੇ ਇਹਦੇ ਵਿੱਚ ਕੰਮ ਕਰਨਗੀਆਂ। ਤੇ ਅਗਲਾ ਆਪਾਂ ਵਿਸ਼ਾ ਲੈਂਦੇ ਹਾਂ ਬਲਦੇਵ ਜੀ, ਜਿਹੜਾ ਕਿ ਬੜਾ ਹੀ ਗੰਭੀਰ ਅਤੇ ਬੜਾ ਸੰਜੀਦਾ ਹੈ, ਕਰਕੇ ਇਸ ਮੁਲਕ ਦੇ ਵਿੱਚ, ਬਰਤਾਨੀਆ ਵਿੱਚ, ਇੱਕ ਛੋਟਾ ਜਿਹਾ ਮੁਲਕ ਹੈ ਜੋ ਇੱਥੋਂ ਦੀ ਜਿਹੜੀ ਜਨਸੰਖਿਆ ਹੈ ਬਹੁਤ ਜ਼ਿਆਦਾ ਹੋ ਗਈ ਆ। ਤੇ ਜੋ ਇਮੀਗ੍ਰੇਸ਼ਨ ਦੀਆਂ ਸਮੱਸਿਆਵਾਂ ਵੱਧ ਰਹੀਆਂ ਨੇ, ਸਰਕਾਰ, ਪਿਛਲੀਆਂ ਸਰਕਾਰਾਂ ਕਹਿੰਦੀਆਂ ਰਹੀਆਂ ਪਰ ਕੁਛ ਕਰ ਨਹੀਂ ਸਕਿਆ। ਕਿਉਂਕਿ ਹੁਣ ਮੇਰੇ ਖਿਆਲ ਜਿਹੜੀ ਇਹ ਗਾਜ ਹੈ ਇਸ ਵੇਲੇ ਰਿਸ਼ੀ ਸੁਨਕ ਤੇ ਸੁਏਲਾ ਬ੍ਰੇਵਰਜ਼ਮੈਨ ਦੇ ਉੱਤੇ ਡਿੱਗ ਚੁੱਕੀ ਆ ਕਿ ਸਾਨੂੰ ਕੁਛ ਨਾ ਕੁਛ ਕਰਨਾ ਹੀ ਪੈਣਾ ਹੈ। ਪਰ ਨਾਲ ਦੀ ਨਾਲ ਦੂਜੇ ਪਾਸੇ ਆਪਾਂ ਇਹ ਵੀ ਦੇਖਦੇ ਹਾਂ ਕਿ ਜਿਹੜੇ ਬਹੁਤ ਸਾਰੇ ਇਹੋ ਜਿਹੇ ਕੀ ਕਹਿੰਦੇ ਹੁੰਦੇ ਆ, ਜਿਹੜੇ ਵਧੀਆ ਜਿਹੜੇ ਸੋਲਿਸਟਰ ਨਹੀਂ ਹੁੰਦੇ, ਰੱਖ ਲਓ, ਉਹ ਵੀ ਸ਼ਾਇਦ ਇਹਦੇ ਵਿੱਚ ਆਪਣਾ ਪੈਸਾ ਜਾਂ ਹੱਥ ਰੰਗਣ ਦੀ ਕੋਸ਼ਿਸ਼ ਕਰਦੇ ਆ। ਤੇ ਹੁਣੇ ਜਿਹੜੀ ਸੁਏਲਾ ਬ੍ਰੇਵਰਮੈਨ ਨੇ ਇੱਕ ਫੈਸਲਾ ਲਿਆ ਹੈ, ਤੁਸੀਂ ਉਹਦੇ ਵਿੱਚ ਕੀ ਕਹਿਣਾ ਚਾਹੁੰਦੇ ਆ? ਉਹ ਕਹਿੰਦੀ ਆ ਕਿ ਜਿਹੜੇ ਇਹ ਘਟੀਆ ਲੋਕ ਦੇ ਜਿਹੜੇ ਸੋਲਿਸਟਰ ਨੇ ਜਾਂ ਲੋਅਰ ਨੇ, ਉਹਨਾਂ ਨੂੰ ਅਸੀਂ ਸਬਕ ਸਿਖਾਉਣ ਦਾ ਪੂਰਾ ਯਤਨ ਕਰ ਰਹੇ ਹਾਂ ਜਾਂ ਤਿਆਰੀ ਕਰ ਰਹੇ ਹਾਂ। ਬਲਦੇਵ ਜੀ, ਚੰਦਰਪਾਲ ਜੀ, ਦੇਖੋ, ਆਪਣੀਆਂ ਜਿਹੜੀਆਂ ਵੈਸਟਰਨ ਯੂਰਪ ਦੇ ਦੇਸ਼ ਹੈਗੇ, ਇਹਨਾਂ ਦੀਆਂ ਸਰਕਾਰਾਂ ਦੇ ਲਈ ਇਹ ਜਿਹੜੀ ਸਮੱਸਿਆ ਹੈਗੀ ਆ, ਇਹ ਸੁਏਲਾ ਬ੍ਰੇਵਰਮੈਨ ਨੇ, ਇਹਨਾਂ ਤੋਂ ਪਹਿਲਾਂ ਵੀ ਜਿਹੜੀ ਆਪਣੀ ਹੋਮ ਸੈਕਟਰੀ ਹੁੰਦੀ ਸੀ, ਉਹਨਾਂ ਦੇ ਵੀ ਇਸ ਤਰ੍ਹਾਂ ਦੇ ਭਾਵੁਕ ਕਿਸਮ ਦੇ ਬਿਆਨ ਆਉਂਦੇ ਸੀ ਜੀ ਅਸੀਂ ਕੰਟਰੋਲ ਕਰਾਂਗੇ। ਲੇਕਿਨ ਇਹ ਜਿਹੜੀ ਸਮੱਸਿਆ ਹੈਗੀ ਆ, ਇਹਨਾਂ ਨੂੰ ਇੱਥੋਂ ਦੇ ਜਿਹੜੇ ਰਾਜਨੀਤਿਕ ਆਗੂ ਹੈਗੇ, ਇਹਨਾਂ ਨੂੰ ਬ੍ਰਿਟਨ ਦਾ ਜਿਹੜਾ ਇਤਿਹਾਸ ਆ ਜਾਂ ਵੈਸਟਰਨ ਯੂਰਪ ਦਾ ਜਿਹੜਾ ਇਤਿਹਾਸ ਆ, ਉਹ ਚੰਗੀ ਤਰ੍ਹਾਂ ਪੜ੍ਹ ਲੈਣਾ ਚਾਹੀਦਾ ਕਿ ਜੇਕਰ ਤੁਸੀਂ ਕਿਸੇ ਹੋਰ ਮੁਲਕ ਦੇ ਵਿੱਚ ਜਾ ਕੇ ਉਹਨਾਂ ਦੀ ਲੁੱਟਮਾਰ ਕਰੋਗੇ
ਤੇ ਲੁੱਟਮਾਰ ਕਰਕੇ ਤੁਸੀਂ ਵਾਪਸ ਆ ਜਾਓਗੇ ਤਾਂ ਤੁਸੀਂ ਵੀ ਸ਼ਾਂਤੀ ਦੇ ਨਾਲ ਨਹੀਂ ਰਹਿ ਸਕਦੇ। ਔਰ ਦੂਸਰੀ ਗੱਲ ਹੈਗੀ ਆ ਕਿ ਬਈ ਵੈਸਟਰਨ ਯੂਰਪ ਨੇ ਜਿੱਥੇ ਵੀ ਗਏ ਹੈਗੇ ਉੱਥੇ ਜਾ ਕੇ ਲੋਕਾਂ ਤੇ ਇਹ ਇੰਪ੍ਰੈਸ਼ਨ ਦਿੱਤਾ ਹੈਗਾ ਕਿ ਬਈ ਸਾਡਾ ਮੁਲਕ ਤਾਂ ਇੰਨਾ ਵਧੀਆ ਹੈਗਾ, ਇੰਨਾ ਐਡਵਾਂਸਡ ਹੈਗਾ, ਇੱਥੇ ਸਾਰੇ ਖੁਸ਼ ਆ। ਅਸੀਂ ਦੇਖੋ ਉੱਥੇ ਜਾ ਕੇ ਫੋਟੋ ਦਿਖਾਉਂਦੇ ਆ ਜੀ, ਦੇਖੋ ਸਾਡੀਆਂ ਸੜਕਾਂ ਕਿਆ ਸੋਹਣੀਆਂ, ਦੇਖੋ ਸਾਡੇ ਘਰ ਸਮਾਂ ਕਿੰਨੇ ਵਧੀਆ ਹੈਗੇ ਆ, ਹਰ ਲੋਕ ਸਮਾਂ ਥੋੜਾ ਕਾਰਾਂ ਲੱਗੇਗਾ। ਲਈ। ਹਾਂਜੀ, ਹਾਂ, ਤੇ ਨਹੀਂ ਸਮਾਂ ਬਹੁਤ ਇਸ ਥੋੜਾ ਹੈ ਇਸ ਸਮਾਂ। ਲਈ ਉਹਨਾਂ ਲੋਕਾਂ ਦਾ ਮੱਲੋ ਮੱਲੀ ਇੱਥੇ ਇਸ ਮੁਲਕ ਦੇ ਵਿੱਚ ਆਉਣ ਲਈ ਉਹ ਉਤਸ਼ਾਹਤ ਹੋ ਜਾਂਦੇ ਆ। ਔਰ ਜਿਹੜਾ ਇਹਨੇ ਕਿਹਾ ਹੈਗਾ, ਅੱਛਾ ਹੁਣ ਇੱਥੇ ਪੈਦਾ ਹੋਏ ਹੈਗੇ ਆ ਸੋਲਿਸਟਰ ਵੀ ਪੈਦਾ ਹੋਏ ਹੈਗੇ ਆ ਜਿਹੜੇ ਕਿ ਇਹ ਮੌਕਾ ਦੇਖਦੇ ਹੀ ਰਹਿੰਦੇ ਆ ਕਿ ਬਈ ਅਸੀਂ ਪੈਸੇ ਕਿਸ ਤਰ੍ਹਾਂ ਕਮਾਉਣੇ ਹੈਗੇ ਆ। ਤੇ ਉਹ ਜਿਹੜੇ ਇਮੀਗ੍ਰੈਂਟਸ ਆ ਰਹੇ ਆ ਉਹ ਇਹਨਾਂ ਸੋਲਿਸਟਰਾਂ ਦੇ ਲਈ, ਕੁਝ ਸਾਰੇ ਨਹੀਂ, ਉਹ ਸੋਲਿਸਟਰ ਜਿਹੜੇ ਹੈਗੇ ਆ ਉਹ ਪੈਸਾ ਬਣਾਉਣ ਦੇ ਲਈ ਇਹਨਾਂ ਨੂੰ ਆਪਣੇ ਬਹੁਤ ਵਧੀਆ ਗਾਹਕ ਸਮਝਦੇ ਹੈਗੇ ਆ। ਔਰ ਇਹ ਸਰਕਾਰ ਦੀ ਮੈਂ ਕਹਿੰਦਾ ਦੋ ਪਾਸਿਆਂ ਤੋਂ ਸਮੱਸਿਆ ਹੈਗੀ ਆ ਕਿ ਉਹ ਜਿਹੜੇ ਸੋਲਿਸਟਰ ਆ ਉਹਨਾਂ ਨੂੰ ਕਿਸ ਤਰ੍ਹਾਂ ਕਾਬੂ ਕਰਨਾ, ਤੇ ਜਿਹੜੇ ਇਮੀਗ੍ਰੈਂਟਸ ਹੈਗੇ ਆ ਉਹਨਾਂ ਦੀ ਐਕਸਪਲੋਇਟੇਸ਼ਨ ਜਿਹੜੀ ਹੋ ਰਹੀ ਹੈਗੀ ਆ ਉਹਨੂੰ ਵੀ ਕਿਸ ਤਰ੍ਹਾਂ ਖਤਮ ਕਰਨ ਦੀ ਕੋਸ਼ਿਸ਼ ਕਰਨੀ ਹੈਗੀ ਆ। ਸੋ ਇਹ ਹੋਮ ਸੈਕਟਰੀ ਦੇ ਲਈ ਜਿਹੜੀ ਸਮੱਸਿਆ ਹੈਗੀ ਆ ਤੇ ਇਹ ਦੇਖੀਏ ਕਿਸ ਤਰ੍ਹਾਂ ਹੱਲ ਕਰਦੀ ਹੈ। ਹਾਂਜੀ, ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ। ਇੱਕ ਮੈਨੂੰ ਹੋਰ ਯਾਦ ਆਈ ਗੱਲ, ਜਿਹੜੀ ਤੁਸੀਂ ਆਪਾਂ ਡਰੋਨ ਦੀ ਗੱਲ ਕੀਤੀ ਹੈ ਕਿ ਡਰੋਨ ਤੋਂ ਜਿਹੜੀ ਡਿਵੈਲਪਮੈਂਟ ਹੋਈ ਹੈ, ਇਹ ਟੈਕਸੀ ਦੀ ਗੱਲ ਹੋਈ ਹੈ, ਪਰ ਡਰੋਨ ਜਿਵੇਂ ਕਿ ਦੇਖਦੇ ਆ ਕਿ ਬਹੁਤ ਸਾਰੀਆਂ ਜਿਹੜੀਆਂ ਕਾਢਾਂ ਨੇ ਉਹ ਮਨੁੱਖਤਾ ਦੇ ਭਲੇ ਵਾਸਤੇ ਨੇ, ਪਰ ਦੂਜੇ ਪਾਸੇ ਆਪਾਂ ਦੇਖਦੇ ਆ ਜਿਹੜੀ ਡਰੋਨ ਦੀ ਜਿਹੜੀ ਗਲਤ ਵਰਤੋਂ ਆ ਉਹ ਬਾਰਡਰਾਂ ਦੇ ਉੱਤੇ ਨਸ਼ਾ ਤਸਕਰੀ ਦੇ ਉੱਤੇ ਵੀ ਬੜਾ ਉਹ ਉਹਨਾਂ ਲੋਕਾਂ ਦਾ ਫਾਇਦਾ ਕਰ ਰਹੀ ਹੈ। ਤੇ ਆਹ ਜਿਹੜੀ ਤੁਸੀਂ ਹੁਣ ਗੱਲ ਕੀਤੀ ਆ ਇਹਦੇ ਬਾਰੇ ਜਿਹੜੇ ਆਪਣੇ ਇੱਥੋਂ ਦੇ ਹੈਗੇ ਆ ਜਸਟਿਸ ਸੈਕਟਰੀ ਹੈਗੇ ਆ ਐਲੈਕਸ ਚੋਕ, ਉਹਨਾਂ ਨੇ ਕਿਹਾ ਕਿ ਜਿਹੜੇ ਸੋਲਿਸਿਟਰਸ ਰੈਗੂਲੇਟਰ ਲਾਂਚਸ ਇਨਵੈਸਟੀਗੇਸ਼ਨ ਆਫ ਅਸਾਈਲਮ ਕਲੇਮ ਫਰਮ, ਜਿਹੜੀਆਂ ਤੁਸੀਂ ਕਿਹਾ ਕਿ ਜਿਹੜੀਆਂ ਕੰਪਨੀਆਂ ਨੇ ਪੈਸੇ ਬਣਾਉਂਦੀਆਂ ਨੇ ਉਹਨਾਂ ਦੇ ਉੱਤੇ ਵੀ ਮੇਰੇ ਖਿਆਲ ਨਿਗਰਾਨੀ ਰੱਖਣ ਦੀ ਲੋੜ ਹੈਗੀ ਇਸ ਵੇਲੇ ਸਰਕਾਰ ਨੂੰ। ਤੇ ਆਪਾਂ ਹੁਣ ਜਾਵਾਂਗੇ ਤੁਹਾਨੂੰ ਲੈ ਕੇ ਦਿੱਲੀ ਦੇ ਵੱਲ, ਦੇਖਦੇ ਆ ਕਿ ਦਿੱਲੀ ਦੇ ਵਿੱਚ ਇੱਕ ਬੜੀ ਹੀ ਵੱਖਰੀ ਤਰ੍ਹਾਂ ਦੀ ਜਿਹੜੀ ਪੋਲਿਟਿਕਸ ਆ ਉਹ ਪਨਪ ਰਹੀ ਹੈਗੀ ਆ ਕਿ ਇੱਕ ਪਾਸੇ ਤਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਦੀ ਝੜਪਾਂ ਹੋ ਰਹੀਆਂ ਨੇ, ਸਿੰਘ ਫਸੇ ਰਹਿੰਦੇ ਨੇ ਆਏ ਦਿਨ, ਤੇ ਦੂਜੇ ਪਾਸੇ ਦੇਖਦੇ ਆ ਦਿੱਲੀ ਦੇ ਵਿੱਚ ਜੋ ਇਸ ਵੇਲੇ ਕੇਜਰੀਵਾਲ ਅਤੇ ਕੇਂਦਰ ਦੀ ਸਰਕਾਰ ਦੇ ਵਿਚਾਲੇ ਜੋ ਕਸ਼ਮਕਸ਼ ਚੱਲ ਰਹੀ ਹੈ ਉਹਦੇ ਵਿੱਚ ਤੁਹਾਨੂੰ ਕੀ ਮਹਿਸੂਸ ਹੁੰਦਾ ਹੈ ਕਿ ਉਹ ਪਿਛਲੇ ਦਿਨਾਂ ਦੇ ਵਿੱਚ ਇੱਕ ਨਵਾਂ ਬਿੱਲ ਵੀ ਪਾਸ ਕੀਤਾ ਗਿਆ ਹੈ ਇਹਦੇ ਵਿੱਚ ਰਾਜ ਸਭਾ ਦੇ ਵਿੱਚ, ਜਿਹਦੇ ਵਿੱਚ ਰਾਘਵ ਚੱਡਾ ਜੀ ਦਾ ਬੜਾ ਇੱਕ ਬਿਆਨ ਆਇਆ ਸੀਗਾ, ਤੇ ਇਹ ਸਾਰੀ ਕਸ਼ਮਕਸ਼ ਨੂੰ ਤੁਸੀਂ ਕਿੱਦਾਂ ਦੇਖਦੇ ਆ ਬਲਦੇਵ ਜੀ? ਚੰਦਰਪਾਲ ਜੀ, ਜਿਹੜਾ ਦਿੱਲੀ ਦਾ ਇਲਾਕਾ ਹੈਗਾ ਉਹਦੇ ਤੇ ਜਿਸ ਤਰ੍ਹਾਂ ਦਾ ਉੱਥੇ ਦਾ ਰਾਜ ਪ੍ਰਬੰਧ ਹੈਗਾ ਉਹਦੇ ਤੋਂ ਇਹ ਸਪਸ਼ਟ ਆ ਕਿ ਬਈ ਜੇਕਰ ਤੁਸੀਂ, ਇੱਕ ਤਾਂ ਦਿੱਲੀ ਦੀ ਸਰਕਾਰ ਹੈਗੀ, ਇੱਕ ਕੇਂਦਰ ਦੀ ਸਰਕਾਰ ਹੈਗੀ ਆ, ਉਹ ਵੀ ਦਿੱਲੀ 'ਚ ਰਹਿੰਦੇ ਆ, ਜਿਹੜੀ ਦਿੱਲੀ ਦੀ ਸਰਕਾਰ ਆ ਉਹ ਵੀ ਦਿੱਲੀ 'ਚ ਹੀ ਰਹਿੰਦੇ ਆ, ਤੇ ਜਿਹੜੇ ਕੁਝ ਕਾਨੂੰਨ ਹੈਗੇ ਉਹ ਦਿੱਲੀ ਦੀ ਸਰਕਾਰ ਨੂੰ ਹੱਕ ਹੈਗਾ ਕਿ ਉਹ ਪਾਸ ਕਰ ਸਕਣ, ਲੇਕਿਨ ਕਿਉਂਕਿ ਉਹ ਕੇਂਦਰ ਦੀ ਸਰਕਾਰ, ਸਾਰੇ ਭਾਰਤ ਦੀ ਸਰਕਾਰ ਉਹ ਵੀ ਦਿੱਲੀ 'ਚ ਹੀ ਰਹਿੰਦੀ ਆ, ਤੇ ਉਹ ਵੀ ਉਹਦੇ ਵਿੱਚ ਦਖਲ ਅੰਦਾਜ਼ੀ ਕਰਨ ਤੋਂ ਨਹੀਂ ਬਾਜ਼ ਆਉਂਦੇ ਹੈਗੇ, ਕਿਉਂਕਿ ਉਹ ਜਿਹੜਾ ਆ ਇਹਨਾਂ ਦਾ ਰਾਜ ਪ੍ਰਬੰਧ ਹੈਗਾ ਕੇਂਦਰ ਦੀ ਸਰਕਾਰ ਦਾ ਤੇ ਸੂਬੇ ਦੀ ਸਰਕਾਰ ਦਾ, ਉਹਨਾਂ ਦੇ ਆਪਸ ਵਿੱਚ ਹੀ ਜਿਹੜੇ ਇੰਟਰਸਟ ਆ ਉਹ ਕੌਨਫਲਿਕਟ ਦੇ ਵਿੱਚ ਹੀ ਰਹਿੰਦੇ ਹੈਗੇ ਆ। ਸੋ ਇਹਦੇ ਵਿੱਚ ਮੈਨੂੰ ਕੋਈ ਅਚੰਭੇ ਦੀ ਗੱਲ ਨਹੀਂ ਲੱਗਦੀ ਹੈਗੀ ਕਿ ਬਈ ਇਹ ਜਿਹੜੇ ਭਾਜਪਾ ਦੀ ਸਰਕਾਰ ਹੈਗੀ ਕੇਂਦਰ ਦੀ ਤੇ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈਗੀ ਆ, ਉਹਨਾਂ ਦੇ ਜਿਹੜੇ ਇੰਟਰਸਟ ਆ ਉਹ ਹਮੇਸ਼ਾ ਇੱਕ ਦੂਜੇ ਦੇ ਨਾਲ ਕਲੈਸ਼ ਹੁੰਦੇ ਰਹਿੰਦੇ ਆ। ਔਰ ਹੋਣਾ ਤਾਂ ਇਹ ਚਾਹੀਦਾ ਸੀਗਾ ਕਿ ਕੇਂਦਰ ਦੀ ਸਰਕਾਰ ਸ਼ਾਇਦ ਜਾਂ ਤਾਂ ਉਹ ਇਹ ਕਰਦੇ ਕਿ ਬਈ ਜਿਹੜੀ ਦਿੱਲੀ ਆ ਉਹਦੇ ਤੇ ਜਿਹੜਾ ਪ੍ਰਸ਼ਾਸਨ ਆ ਉਹ ਜਿਹੜੇ ਕਾਨੂੰਨ ਵੀ ਆ ਉਹ ਉਹਨਾਂ ਨੂੰ ਬਣਾਏਗੀ ਔਰ ਭੰਗ ਵੀ ਕਰੇਗੀ ਕੇਂਦਰ ਦੀ ਸਰਕਾਰ, ਕਿਉਂਕਿ ਉਹ ਰਾਜਧਾਨੀ ਹੈਗੀ ਆ। ਤੇ ਜੇਕਰ ਉੱਥੇ ਦੀ ਇੱਕ ਉਸ ਨੂੰ ਸੂਬਾ ਬਣਾਇਆ ਹੈਗਾ ਤੇ ਫਿਰ ਜਿਹੜੀ ਕੇਂਦਰ ਦੀ ਸਰਕਾਰ ਹੈਗੀ ਆ, ਜਿਹਦਾ ਪ੍ਰਧਾਨ ਮੰਤਰੀ ਹੈਗੇ ਆ ਜਾਂ ਭਾਜਪਾ ਦੀ ਪਾਰਟੀ ਹੈਗੀ ਆ, ਉਹਨਾਂ ਨੂੰ ਫਿਰ ਜਿਹੜੀ ਸੂਬੇ ਦੀ ਸਰਕਾਰ ਕਰਦੀ ਆ ਉਹ ਉਹਨਾਂ ਦੇ ਜਿਹੜੇ ਕਾਨੂੰਨ ਪਾਸ ਕੀਤੇ ਉਹਨਾਂ ਨੂੰ ਮੰਨਣਾ ਪਏਗਾ, ਲੇਕਿਨ ਉਹ ਨਹੀਂ ਮੰਨਦੇ ਕਿਉਂਕਿ ਉਹ ਸਮਝਦੇ ਆ ਵੀ ਅਸੀਂ ਤਾਂ ਸਾਰੇ ਭਾਰਤ ਦੀ ਸਰਕਾਰ ਹੈਗੀ, ਤੁਸੀਂ ਸਾਨੂੰ ਕੌਣ ਹੁੰਦੇ ਆ ਸਾਨੂੰ ਰੋਕਣ ਵਾਲੇ। ਸੋ ਜੋ ਢਾਂਚਾ ਉਹਨਾਂ ਨੇ ਬਣਾਇਆ ਹੈਗਾ ਉਹਦੇ ਨਾਲ ਇਹਨਾਂ ਦੇ ਬਾਰ-ਬਾਰ ਜਿਹੜੇ ਝਗੜੇ ਹੁੰਦੇ ਹੀ ਰਹਿਣੇ ਆ, ਜਾਂ ਤਾਂ ਉਹ ਢਾਂਚਾ ਬਦਲਣ ਜਾਂ ਫਿਰ ਉਹ ਜਿਹੜੇ ਮਸਲੇ ਹੈਗੇ ਆ, ਕੇਜਰੀਵਾਲ ਦੀ ਜਿਹੜੀ ਲੜਾਈ ਆ
ਉਹ ਅਮਿਤ ਸ਼ਾਹ ਦੇ ਨਾਲ ਉਹ ਜਾਰੀ ਰਹੇਗੀ ਤੇ ਇਹਦੇ ਬਾਰੇ ਮੇਰਾ ਖਿਆਲ ਆ ਕੁਝ ਨਹੀਂ ਕੀਤਾ ਜਾ ਸਕਦਾ। ਆਪਾਂ ਸਿਰਫ ਦੂਰ ਬੈਠੇ ਦੇਖ ਹੀ ਸਕਦੇ ਹਾਂ ਕਿ ਬਈ ਇਹ ਆਪਸ ਵਿੱਚ ਹੀ ਇੱਕ ਦੂਸਰੇ ਦੇ ਨਾਲ ਕਿਸ ਤਰ੍ਹਾਂ ਲੜਦੇ ਰਹਿੰਦੇ, ਕਿਉਂਕਿ ਇਹਨਾਂ ਦੇ ਇੰਟਰਸਟ ਜਿਹੜੇ ਆ ਉਹ ਕਲੈਸ਼ ਹੁੰਦੇ ਆ ਇੱਕ ਦੂਜੇ ਦੇ ਨਾਲ। ਜੀ ਬਲਦੇਵ ਜੀ, ਬਹੁਤ ਬਹੁਤ ਧੰਨਵਾਦ। ਸਾਡੇ ਕੋਈ ਖਬਰ ਜਿਹੜੀ ਅਸੀਂ ਤੁਹਾਡੇ ਨਾਲ ਵਿਚਾਰੀ ਸੀ, ਹੁਣ ਸਾਡੇ ਕੋਲ ਸਮਾਂ ਨਹੀਂ, ਅਸੀਂ ਅਗਲੇ ਪ੍ਰੋਗਰਾਮ ਦੇ ਵਿੱਚ ਉਹਦੇ ਬਾਰੇ ਗੱਲ ਕਰਾਂਗੇ ਜੋ ਚੰਦਰਯਾਨ ਦੀ ਖਬਰ ਹੈ। ਤੇ ਅੱਜ ਤੋਂ ਅਸੀਂ ਇੱਥੇ ਮਾਫੀ ਚਾਹੁੰਦੇ ਹਾਂ ਤੇ ਫਤਿਹ ਬੁਲਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਜੀ। ਜਿਵੇਂ ਕਿ ਗੱਲ ਕੀਤੀ ਦਰਸ਼ਕੋ ਕਿ ਜੋ ਚੰਦਰਯਾਨ ਇੱਕ ਪਲਾਟ ਦੇ ਵਿੱਚ ਉਪਗ੍ਰਹਿ ਛੱਡਿਆ ਗਿਆ ਹੈ ਭਾਰਤ ਵੱਲੋਂ, ਉਸ ਤੇ 23 ਅਗਸਤ ਨੂੰ ਚੰਦ ਦੇ ਉੱਤੇ ਉਤਰਨ ਦੀਆਂ ਸੰਭਾਵਨਾਵਾਂ ਨੇ ਤੇ ਉਹਦੇ ਵਿੱਚ ਦੇਖਾਂਗੇ ਕਿ ਇਸ ਹਿਸਟੋਰਿਕ ਇੰਡੀਆ ਮਿਸ਼ਨ ਐਂਟਰਸ ਮੂਨ ਔਰਬਿਟ ਏਮਿੰਗ ਫॉर ਸਾਊਥ ਪੋਲ। ਇਹਦੇ ਬਾਰੇ ਤੁਹਾਨੂੰ ਅਸੀਂ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਪੂਰੀ ਜਾਣਕਾਰੀ ਦੇਵਾਂਗੇ। ਤੇ ਹੁਣ ਤੁਹਾਨੂੰ ਅਸੀਂ ਕੁਝ ਜੋ ਇੱਥੋਂ ਦੀਆਂ ਅਖਬਾਰਾਂ ਨੇ ਉਹਨਾਂ ਦੇ ਵਿੱਚ ਜਿਹੜੀਆਂ ਖਬਰਾਂ ਜਿਹੜੀਆਂ ਸੁਰਖੀਆਂ ਬਣੇ ਨੇ ਉਹਨਾਂ ਦੀ ਗੱਲ ਕਰਦੇ ਹਾਂ। ਪਹਿਲੀ ਅਖਬਾਰ ਹੋਵੇਗੀ ਸਾਡੀ ਟਾਈਮਸ ਅਖਬਾਰ, ਕਿਉਂਕਿ ਇੱਥੋਂ ਜਿਹੜੇ ਅਖਬਾਰ ਨੇ ਉਹ ਵੀ ਵੱਖਰੇ ਜਿਹੜੇ ਵਿਸ਼ੇ ਸਾਡੇ ਨਾਲ ਲੈ ਕੇ ਆਉਂਦੇ ਨੇ। ਤੇ ਪਹਿਲੀ ਗੱਲ ਜਿਹੜੀ ਇਸ ਖਬਰ ਦੇ ਵਿੱਚ ਸੱਜੇ ਪਾਸੇ ਇੱਕ ਨਿੱਕੀ ਜਿਹੀ ਕਾਲਮ ਦੇ ਵਿੱਚ ਜਿਹੜੀ ਖਬਰ ਛਪੀ ਹੈ ਕਿ GCHQ ਜੋ ਸਾਡਾ ਇੱਥੋਂ ਦਾ ਬਰਤਾਨੀਆ ਦੀ ਇੰਟੈਲੀਜੈਂਸੀ ਦਾ ਜੋ ਸੈਂਟਰ ਹੈਗਾ, ਉਹਦੇ ਵਿੱਚ ਇੱਕ ਹੁਣ ਗੜਬੜੀ ਹੋਈ ਹੈ ਕਿ ਜੋ ਇਲੈਕਟੋਰਲ ਰਜਿਸਟਰ ਹੈ ਇੱਥੋਂ ਦਾ, ਜਿਹੜਾ ਕਿ ਵੋਟਰ ਸੂਚੀ ਹੈ ਬਰਤਾਨੀਆ ਦੀ, ਉਹਦੇ ਵਿੱਚ ਸਨ ਲਾਈ ਗਈ ਹੈ। ਬਹੁਤ ਸਾਰੀ ਜਿਹੜੀ ਜਾਣਕਾਰੀ ਹੈ ਦੱਸਿਆ ਹੈ ਕਿ ਜਿਹੜੇ ਉਹ ਸਾਈਬਰ ਅਟੈਕ ਵਾਲਿਆਂ ਨੇ ਉਹ ਜਿਹੜੀ ਜਾਣਕਾਰੀ ਹਾਸਲ ਕੀਤੀ ਹੈ ਤੇ GCHQ ਨੇ ਦੋਸ਼ ਲਾਇਆ ਹੈ ਕਿ ਸ਼ਾਇਦ ਇਹ ਜਿਹੜਾ ਕਾਰਨਾਮਾ ਹੈ ਇਹਦੇ ਪਿੱਛੇ ਜੋ ਰਸ਼ੀਅਨ ਏਜੰਸੀਆਂ ਕੰਮ ਕਰਦੀਆਂ ਨੇ ਉਹਨਾਂ ਦਾ ਇਹ ਕਾਰਜ ਵੀ ਹੋ ਸਕਦਾ। ਤੇ ਨਾਲ ਦੀ ਨਾਲ ਇੱਕ ਪਿਛਲੇ ਦਿਨਾਂ ਦੇ ਵਿੱਚ ਖਬਰ ਆਈ ਸੀ ਸਾਨੂੰ ਜਿਹੜੀ ਕਿ weight loss drug can cut heart attacks and strokes, ਕਿਉਂਕਿ ਤੁਹਾਨੂੰ ਪਤਾ ਹੈ ਕਿ ਜਿਹੜਾ ਵਿਗਿਆਨ ਹੈ ਉਹ ਲੰਮੇ ਸਮੇਂ ਤੋਂ, ਡਾਕਟਰੀ ਵਿਗਿਆਨ ਹੈ, ਲੰਮੇ ਸਮੇਂ ਤੋਂ ਉਹ ਯਤਨ ਕਰ ਰਿਹਾ ਹੈ ਕਿ ਮਨੁੱਖਤਾ ਦੀ ਜਿਹੜੀ ਸਿਹਤ ਸੰਭਾਲ ਹੈ ਉਹਦੇ ਵਿੱਚ ਇੰਪਰੂਵਮੈਂਟ ਹੋ ਸਕੇ। ਬਹੁਤ ਸਾਰੀਆਂ ਜਿਹੜੀਆਂ ਸਿਹਤ ਸੰਭਾਲਾਂ ਕੰਪਨੀਆਂ ਨੇ, NHS ਹੈ ਉਹ ਬੜਾ ਯਤਨਸ਼ੀਲ ਨੇ। ਤੇ ਇਸ ਜੋ ਭਾਰ ਘਟਾਉਣ ਦਾ, ਕਿਉਂਕਿ ਭਾਰ ਜਿਹੜਾ ਹੈ ਉਹ ਵੀ ਇੱਕ ਵਾਰੀ ਇਨਸਾਨ ਦਾ ਜ਼ਿਆਦਾ ਵੱਡਾ ਦੁਸ਼ਮਣ ਸਮਝਿਆ ਜਾਂਦਾ ਹੈ, ਤੇ ਉਹਦੇ ਬਾਰੇ ਵੀ ਇਹ ਜਿਹੜੀ ਖਬਰ ਸਾਨੂੰ ਸੁਚੇਤ ਕਰਦੀ ਹੈ ਕਿ ਉਹਦੇ ਨਾਲ ਹੋਰ ਫਾਇਦੇ ਵੀ ਹੋਣਗੇ। ਅਗਲੀ ਜਿਹੜੀ ਅਖਬਾਰ ਹੈਗੀ ਉਹ ਡੇਲੀ ਮੇਲ ਦੀ ਹੈ ਕਿ ਜਿਹੜੀਆਂ ਦੋ ਡੇਟਾ ਬ੍ਰੀਚਸ that just defy belief। ਸਾਨੂੰ ਜਿਵੇਂ ਕਿ ਇੱਕ ਬਹੁਤ ਹੀ ਹੈਰਾਨੀਜਨਕ ਗੱਲ ਹੈ ਕਿ ਹਾਲਾਂਕਿ ਜਿਹੜੀਆਂ ਇੱਥੋਂ ਦੀਆਂ ਦੁਨੀਆ ਦੀਆਂ ਸਾਰੀਆਂ ਸਰਕਾਰਾਂ ਨੇ ਇੰਟੈਲੀਜੈਂਸੀ ਦਾ ਇੰਨਾ ਜ਼ੋਰ ਹੈ, ਦੂਜੇ ਪਾਸੇ ਦੇ ਦਿਆ ਕਿ ਟੈਕਨੋਲੋਜੀ ਇੰਨੀ ਡਿਵੈਲਪ ਹੋ ਚੁੱਕੀ ਹੈ, ਪਰ ਫਿਰ ਵੀ ਜਿਹੜੇ ਤੁਹਾਡੇ ਭੇਦ ਨੇ ਉਹ ਚੋਰੀ ਕੀਤੇ ਜਾ ਸਕਦੇ ਆ। ਤੇ ਇਹ ਵੀ ਖਬਰ ਜਿਹੜੀ ਅਸੀਂ ਗੱਲ ਕੀਤੀ ਹੈ ਕਿ ਜੋ GCHQ ਨੇ ਜੋ ਅਲੰਬਾ ਦਿੱਤਾ ਹੈ ਰਸ਼ੀਅਨ ਸਾਈਬਰ ਅਟੈਕਰਸ ਨੂੰ, ਇਹ ਵੀ ਦੱਸਿਆ ਹੈ ਕਿ ਜੋ ਵੋਟਰ ਸੂਚੀ ਦੇ ਵਿੱਚੋਂ ਬਹੁਤ ਸਾਰੀ ਜਿਹੜੀ ਜਾਣਕਾਰੀ ਹੈ ਉਹ ਲਈ ਗਈ ਹੈ। ਇਸ ਦੇ ਆਉਣ ਵਾਲੇ ਸਮੇਂ ਵਿੱਚ ਕੀ ਨਤੀਜੇ ਹੋਣਗੇ ਇਹ ਤਾਂ ਹੁਣ ਸਮਾਂ ਹੀ ਦੱਸੇਗਾ। ਤੇ ਅਗਲੀ ਜਿਹੜੀ ਖਬਰ ਵੀ ਇਹੀ ਗੱਲ ਦੱਸ ਰਹੀ ਹੈਗੀ ਆ ਕਿ ਡੇਲੀ ਐਕਸਪ੍ਰੈਸ ਦੀ ਖਬਰ ਹੈਗੀ ਆ ਕਿ ਬ੍ਰਿਟੇਨ ਸਟ੍ਰਾਈਕਸ ਡੀਲ ਇਨ ਵੋਰ ਔਨ ਪੀਪਲ ਸਮਗਲਰ। ਜਿਹੜੀ ਅਸੀਂ ਗੱਲ ਕਰਕੇ ਪਹਿਲਾਂ ਹਟਿਆ ਕਿ ਜੋ ਇੱਥੋਂ ਦੀ ਇਮੀਗ੍ਰੇਸ਼ਨ ਦੀਆਂ ਜਿਹੜੀਆਂ ਸਮੱਸਿਆਵਾਂ ਆ ਰਹੀਆਂ ਨੇ, ਤੇ ਹੁਣੇ ਬਰਤਾਨੀਆ ਦੇ, ਜਾਂ ਅਸੀਂ ਰੱਖ ਲਈਏ ਸੁਏਲਾ ਬ੍ਰੈਵਰਸਮੈਨ ਦੀ ਗੱਲ ਕਰ ਲਈਏ, ਰਿਸ਼ੀ ਸੁਨਕ ਦੀ ਗੱਲ ਕਰ ਲਈਏ ਕਿ ਬਰਤਾਨੀਆ ਦੀ ਸਰਕਾਰ ਨੇ ਜੋ ਟਰਕੀ ਦੀ ਹੈਗੀ ਆ ਸਰਕਾਰ ਹੈਗੀ ਆ ਜਾਂ ਟਰਕੀ ਦੇਸ਼ ਹੈਗਾ ਆ, ਉਹਨਾਂ ਦੇ ਨਾਲ ਉਹਨਾਂ ਨੇ ਇੱਕ ਸੰਧੀ ਕੀਤੀ ਹੈ ਜਿਹਦੇ ਵਿੱਚ ਜਿਹੜੇ ਲੋਕਾਂ ਨੂੰ ਇੱਥੇ ਲਿਆਉਣ ਦੇ ਵਿੱਚ ਸਮਗਲਰ, ਜਿਹੜੇ ਲੋਕਾਂ ਦੇ ਸਮਗਲਰ, ਭਾਵ ਕਿ ਲੋਕਾਂ ਨੂੰ ਸਮਗਲ ਕਰਕੇ ਬਰਤਾਨੀਆ ਵਿੱਚ ਲਿਆਉਣ ਵਾਲੇ ਜਿਹੜੇ ਗੈਂਗ ਨੇ ਉਹਨਾਂ ਦੇ ਉੱਤੇ ਉਹਨਾਂ ਦਾ ਜਿਹੜਾ ਦਾਬਾ ਉਹਨਾਂ ਤੇ ਪਾਉਣ ਵਾਸਤੇ ਜਾਂ ਉਹਨਾਂ ਦੀ ਕੰਢੀ ਕੱਸਣ ਵਾਸਤੇ ਇਹ ਜਿਹੜਾ ਹੁਣ ਉਪਰਾਲਾ ਕੀਤਾ ਜਾ ਰਿਹਾ ਹੈ। ਜਿਹੜੇ ਸਮਗਲਰ ਨੇ ਉਹਨਾਂ ਨੂੰ ਕਿਵੇਂ ਰੁਕਿਆ ਜਾ ਸਕੇ, ਇਹ ਉਹ ਲੋਕਾਂ ਨੂੰ ਇਸ ਮੁਲਕ ਦੇ ਵਿੱਚ ਲਿਆਉਣ। ਜਿਹੜੀ ਅਗਲੀ ਜਿਹੜੀ ਅਖਬਾਰ ਇੱਕ ਹੋਰ ਡੇਲੀ ਮੇਲ ਦੀ ਇਹ ਕੁਝ ਦਿਨਾਂ ਦੀ ਪਹਿਲਾਂ ਦੀ ਖਬਰ ਹੈਗੀ ਆ, ਉਹਦੇ ਵਿੱਚ ਫਿਰ ਅਸੀਂ ਗੱਲ ਕਰਦੇ ਹਾਂ ਸੁਏਲਾ ਬ੍ਰੈਵਰਸਮੈਨ ਦੀ, ਜਿਹਦੇ ਵਿੱਚ ਉਹਨਾਂ ਨੇ ਜਿਹੜੇ ਕਰੁਕਟ ਜਿਹੜੇ ਅਸੀਂ ਸ਼ਾਮਲ ਕੀਤੀ, ਇੱਕ ਗੱਲਬਾਤ ਕੀਤੀ ਹੈ ਕਿ ਜਿਹੜੇ ਘਟੀਆ ਕਿਸਮ ਦੇ ਜਿਹੜੇ ਇਮੀਗ੍ਰੇਸ਼ਨ ਆਫਿਸਰਸ ਨੇ, I will wage war on crooked immigration lawyers, ਜਿਹੜੇ ਕਿ ਪੈਸਾ ਬਣਾਉਣਾ ਹੀ ਆਪਣਾ ਜਿਹੜਾ ਮੁੱਖ ਧਰਮ ਸਮਝਦੇ ਆ। ਤੇ ਇਸੇ ਤਰ੍ਹਾਂ ਹੀ ਜਿਹੜਾ ਅਗਲਾ ਡੇਲੀ ਐਕਸਪ੍ਰੈਸ ਦੀ ਇਹ ਖਬਰ ਸੀਗੀ, ਉਹਦੇ ਵਿੱਚ ਵੀ ਉਹਨਾਂ ਨੇ ਇਹ ਡਰ ਜ਼ਾਹਿਰ ਕੀਤਾ ਹੈ ਕਿ ਜਿਹੜੇ ਲੋਅਰ ਨੇ, ਇਹ ਜਿਹੜੇ ਜੋ ਵਕੀਲ ਨੇ ਜਿਹੜੇ ਲੋਕਾਂ ਨੂੰ ਇੱਥੇ ਲਿਆ ਕੇ ਇਹਨਾਂ ਨੂੰ ਟਿਕਾਉਣ ਵਾਸਤੇ, ਇੱਥੇ ਰਹਿਣ ਵਾਸਤੇ ਉਹਨਾਂ ਦੇ ਕੇਸ ਲੜਦੇ ਨੇ, ਦੂਜੇ ਪਾਸੇ ਲੀਗਲ ਏਡ ਵੀ ਲੈਂਦੇ ਨੇ, ਲੋਕਾਂ ਤੋਂ ਵੀ ਪੈਸੇ ਲੈਂਦੇ ਨੇ, ਉਹਨਾਂ ਦਾ ਜਿਹੜਾ ਉਹਨਾਂ ਦੇ ਉੱਤੇ ਹੁਣ ਜਿਹੜਾ ਦਾਬਾ ਕੱਸਿਆ ਜਾ ਰਿਹਾ ਹੈ। ਤੇ ਅਖੀਰ ਦੀ ਜਿਹੜੀ
ਖਬਰ ਹੈ ਉਹ ਹੋਵੇਗੀ ਸਾਡੀ ਮਿਰਰ ਅਖਬਾਰ ਦੀ ਖਬਰ ਹੈ। ਪਤਾ ਲੱਗਾ ਹੈ ਕਿ ਜਿਹੜੇ ਇੱਥੇ ਅਸਾਈਲਮ ਸੀਕਰਸ ਨੂੰ ਇੱਕ ਜਿਹੜੀ ਤਰਦੀ ਪਾਣੀ ਉੱਤੇ ਤਰਦੀ ਜਿਹੜੀ ਜੇਲ੍ਹ ਹੈਗੀ ਆ ਉਹਦੇ ਵਿੱਚ ਰੱਖਿਆ ਜਾ ਰਿਹਾ ਹੈ, ਤੇ ਉਹਦੇ ਵਿੱਚ ਵੀ ਜਿਹੜੇ ਬਹੁਤ ਸਾਰੇ ਜਿਹੜੇ ਹੁਣ ਜਿਹੜੇ ਅਸਾਈਲਮ ਸੀਕਰਸ ਨੇ ਉਹਨਾਂ ਨੂੰ ਉੱਥੇ ਮੂਵ ਕਰ ਦਿੱਤਾ ਗਿਆ ਹੈ। ਇਹਦੇ ਬਾਰੇ ਆਉਣ ਵਾਲੇ ਸਮੇਂ 'ਚ ਦੱਸਾਂਗੇ ਕਿ ਉਹਨਾਂ ਦਾ ਜਿਹੜਾ ਵਰਤਾਵ ਹੈ ਉੱਥੇ ਲੋਕਾਂ ਦਾ ਜਾ ਕੇ ਤਜਰਬਾ ਹੈਗਾ ਜਾਂ ਅਨੁਭਵ ਨੇ ਉਸ ਬਾਰਸ ਦੇ ਅੰਦਰ ਜਿਹੜੀ ਕਿ ਇਹ ਸਵੀਡਨ ਤੋਂ ਮੰਗਾਈ ਗਈ ਹੈ, ਉਹਦੇ ਵਿੱਚ ਕਿਹੋ ਜਿਹਾ ਲੋਕਾਂ ਦਾ ਤਜਰਬਾ ਹੋਵੇਗਾ, ਐਕਸਪੀਰੀਅੰਸ ਹੋਵੇਗਾ, ਉਹਦੇ ਬਾਰੇ ਤੁਹਾਨੂੰ ਅਸੀਂ ਦੱਸਾਂਗੇ। ਤੇ ਨਾਲ ਦੀ ਨਾਲ ਇੱਕ ਜਾਂਦੀ ਜਾਂਦੀ ਖਬਰ ਸਾਨੂੰ ਮਿਲੀ ਹੈ ਕਿ ਰਾਹੁਲ ਗਾਂਧੀ, ਜਿਨ੍ਹਾਂ ਦੀ ਕਿ ਪਾਰਲੀਮੈਂਟ ਦੇ ਵਿੱਚੋਂ ਜੋ ਮੈਂਬਰਸ਼ਿਪ ਕੈਂਸਲ ਕਰ ਦਿੱਤੀ ਗਈ ਸੀ, ਉਹ ਹੁਣ ਬਹਾਲੀ ਹੋ ਗਈ ਹੈ। ਕਾਂਗਰਸ ਵਾਸਤੇ ਇੱਕ ਬੜੀ ਖੁਸ਼ੀ ਦੀ ਗੱਲ ਹੈ। ਤੇ ਅਖੀਰ ਦੇ ਵਿੱਚ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ ਕਿ ਜਿਵੇਂ ਕਿ ਤੁਹਾਨੂੰ ਜਾਣਕਾਰੀ ਦਿੰਦੇ ਹੀ ਹਾਂ ਅਸੀਂ ਕਿ ਜੋ ਤੁਹਾਡੇ ਜਿਹੜੇ ਵਿਚਾਰ ਨੇ, ਮਸ਼ਵਰੇ ਨੇ, ਸਾਡਾ ਜ਼ਰੂਰ ਸਾਂਝਾ ਕਰਿਆ ਕਰੋ, ਤੇ ਤੁਹਾਡੇ ਜਿਹੜੇ ਵਿਚਾਰ ਨੇ ਉਹਨਾਂ ਨੂੰ ਅਸੀਂ ਇੰਪਲੀਮੈਂਟ ਕਰਕੇ ਪ੍ਰੋਗਰਾਮਾਂ ਨੂੰ ਹੋਰ ਸੁਧਾਰ ਕਰਨ ਦਾ ਪੂਰਾ ਬੜਾ ਯਤਨ ਕਰਾਂਗੇ। ਨਾਲ ਦੀ ਨਾਲ ਸੰਗਤਾਂ ਦੇ ਸਹਿਯੋਗ ਦੀ ਸਿੱਖ ਚੈਨਲ ਹਮੇਸ਼ਾ ਹੀ ਉਮੀਦ ਕਰਦਾ ਹੈ। ਤੇ ਅਖੀਰ ਦੇ ਵਿੱਚ ਵਿਦਾਇਗੀ ਦੀ ਫਤਿਹ ਬੁਲਾਉਂਦੇ ਹਾਂ ਜੀ। ਕੋਈ ਭੁੱਲ ਚੁੱਕੇ ਦੀ ਖਿਮਾ, ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।